ਅੱਜ ਆਪਾਂ ਕਬੀਰ ਸਾਹਿਬ ਦੇ ਜਿਹੜੇ ਸ਼ਬਦ ਲੈ ਰਹੇ ਸੀਗੇ ਤਨਾਸਰੀ ਰਾਗ ਦੇ ਵਿੱਚ, ਉਹਦੇ ਵਿੱਚ ਤੀਸਰਾ ਸ਼ਬਦ ਲੈ ਰਹੇ ਹਾਂ। ਅੰਗ 692 692। ਇਹਦੇ ਵਿੱਚ ਕਬੀਰ ਜੀ ਜਿਹੜੇ ਹੈਗੇ ਆਪਾਂ ਨੂੰ ਇਹ ਧਿਆਨ ਸਿਮਰਨ ਪ੍ਰੇਮਾ ਭਗਤੀ ਜਿਹੜੇ ਹੈਗੇ ਇਹ ਆਪਣੇ ਵਿਚਾਰ ਅਸਵਾਰੀ ਕੀਜੈ। ਇਹ ਵਿਚਾਰਾਂ ਨੂੰ ਜਿਹੜਾ ਹੈਗਾ ਵਿਚਾਰਾਂ ਨੂੰ ਰੋਕਣਾ ਇਹ ਦੱਸਦੇ ਆ ਭਾਈ। ਇਹਦੀ ਮਹੱਤਤਾ ਦੱਸ ਰਹੇ ਆ। ਜੋ ਜਨ ਭਾਉ ਭਗਤ ਕਛ ਜਾਣੈ ਤਾਕੋ ਅਚਰਜ ਕਾਹੋ। ਹੁਣ ਭਾਉ ਤੇ ਭਗਤ, ਭਗਤ ਅੱਤੇ ਦੀ ਸਿਆਰੀ ਹੈਗੀ। ਭਗਤ ਦਾ ਮਤਲਬ ਭਗਤੀ, ਭਗਤ ਦਾ ਮਤਲਬ ਭਗਤੀ ਕਰਨ ਵਾਲਾ ਨਹੀਂ। ਬਾਣੀ ਦੇ ਵਿੱਚ ਜਿੱਥੇ ਭਗਤੀ ਕਰਨ ਵਾਲਾ ਆਊਗਾ ਉੱਥੇ ਸਿਆਰੀ ਨਹੀਂ ਹੋਏਗੀ ਤੱਤੇ ਨੂੰ। ਇਹ ਬਾਣੀ ਦੀ ਆਪਣੀ ਗ੍ਰਾਮਰ ਹੈਗੀ ਆ। ਉੱਥੇ ਤੱਤਾ ਮੁਕਤਾ ਹੋਊਗਾ ਜਾਂ ਤੱਤੇ ਨੂੰ ਔਂਕੜ ਹੋਊਗੀ। ਔਂਕੜ ਹੋਊਗੀ ਤੇ ਇੱਕ ਕੋਈ ਖਾਸ ਭਗਤ ਦੀ ਗੱਲ ਕਰ ਰਿਹਾ ਹੈ, ਤੇ ਜੇ ਮੁਕਤਾ ਹੈ ਤੇ ਬਹੁਤ ਸਾਰੇ ਭਗਤਾਂ ਦੀ ਗੱਲ ਹੋ ਰਹੀ ਹੈ। ਇੱਥੇ ਤੱਤੇ ਨੂੰ ਸਿਆਰੀ ਹੈਗੀ। ਕਹਿੰਦੇ ਜਿਹੜਾ ਵੀ ਜਨ, ਕੋਈ ਵੀ ਇਨਸਾਨ ਭਾਵ ਭਗਤ, ਭਾਵ ਮਤਲਬ ਭਾਵਨਾ, ਵਿਸ਼ਵਾਸ, ਭਾਵਨਾ, ਵਿਸ਼ਵਾਸ ਤੇ ਪਿਆਰ ਦੇ ਨਾਲ ਭਗਤੀ ਕਰਨੀ। ਕਛ ਜਾਣੇ, ਥੋੜ੍ਹੀ ਬਹੁਤ ਜਾਣਦਾ ਹੈ। ਕਛ ਐਕਸਪਰਟ ਨਹੀਂ ਹੈਗਾ, ਕਛ ਜਾਣੇ। ਜੋ ਜਨ ਭਾਵ ਭਗਤ ਕਛ ਜਾਣੇ ਤਾਕੋ ਅਚਰਜ ਨਾਹੀ, ਤਾਕੋ ਅਚਰਜ ਕਾਹੋ। ਉਹਨੂੰ ਕਿਸ ਚੀਜ਼ ਦਾ ਆਸ਼ਚਰਜ ਹੋਊਗਾ ਭਾਈ? ਜੋ ਮੈਂ ਗੱਲ ਕਹਿ ਰਿਹਾ ਹਾਂ ਉਹ ਸਮਝ ਜਾਏਗਾ ਗੱਲ। ਜਿਹਦੇ ਕੋਲ ਜਿਹੜਾ ਥੋੜ੍ਹਾ ਪ੍ਰੇਮਾ ਭਗਤੀ ਥੋੜ੍ਹੀ ਬਹੁਤ ਜਾਣਦਾ ਆ, ਤੇ ਜਿਹੜਾ ਜਾਣਦਾ ਹੀ ਨਹੀਂ ਆ ਉਹਨੇ ਮੇਰੀ ਗੱਲ ਨਹੀਂ ਫਾਲੋ ਕਰਨੀ। ਬਿਲਕੁਲ ਪਹਿਲਾਂ ਹੀ ਕਬੀਰ ਜੀ ਜਿਹੜੇ ਹੈਗੇ ਇਹ ਸਮਝਾ ਰਹੇ ਆਪਾਂ ਨੂੰ ਕਿ ਜਿਹੜਾ ਭਗਤੀ ਪ੍ਰੇਮਾ ਭਗਤੀ ਕਰਦਾ ਆ, ਇਹ ਨਹੀਂ ਜਿਹੜਾ ਪਾਠ ਕਰਦਾ ਹੈ ਜਾਂ ਜਿਹੜਾ ਹੈਗਾ ਹੋਰ ਜਿਹੜੇ ਕਰਮ ਕਾਂਡ ਕਰਦਾ, ਨਹੀਂ। ਭਾਉ ਭਗਤ ਕਛ ਜਾਣੈ, ਉਹ ਗੱਲ, ਉਹ ਜਿਹੜਾ ਹੈਗਾ ਮੇਰੀ ਗੱਲ ਨੂੰ ਸਮਝ ਲਏਗਾ। ਜੋ ਜਨ ਭਾਵ ਭਗਤ ਕਛ ਜਾਣੈ ਤਾਕੋ ਅਚਰਜ ਕਾਹੋ। ਉਹਨੂੰ ਕਾਹਦਾ ਆਸ਼ਚਰਜ ਹੋਊਗਾ ਮੇਰੀ ਗੱਲ ਤੇ? ਉਹ ਸਮਝ ਜਾਏਗਾ ਮੇਰੀ ਗੱਲ ਨੂੰ। ਕੀ ਗੱਲ ਆ? ਜਿਉਂ ਜਲ, ਜਲ ਮੈਂ ਪੈਸ ਨਾ ਨਿਕਸੈ, ਤਿਉਂ ਢੁਰ ਮਿਲਿਓ ਜੁਲਾਹੋ। ਜਲ, ਪਹਿਲੇ ਜਲ ਨੂੰ ਔਂਕੜ ਲੱਗੀ ਹੈ, ਦੂਜਾ ਜਲ ਮੁਕਤਾ ਹੈਗਾ। ਕਹਿੰਦੇ ਥੋੜ੍ਹੇ ਪਾਣੀ ਨੂੰ ਜ਼ਿਆਦਾ ਪਾਣੀ ਦੇ ਵਿੱਚ ਮਿਲਾ ਦਿਓ, ਪਾਣੀ ਨੂੰ ਪਾਣੀ ਦੇ ਵਿੱਚ ਮਿਲਾ ਦਿਓ। ਇਸ ਤਰੀਕੇ ਦੇ ਨਾਲ ਪਾਣੀ 'ਚੋਂ ਪਾਣੀ, ਫਿਰ ਉਹਨੂੰ ਕਹੋ ਇੱਕ ਘੜਾ ਹੈਗਾ, ਘੜੇ ਦੇ ਵਿੱਚ ਇੱਕ ਗਲਾਸ ਜਾਂ ਇੱਕ ਕੌਲੀ ਪਾਣੀ ਦੀ ਪਾ ਦਿਓ, ਅਤੇ ਫਿਰ ਉਹਨੂੰ ਕਹੋ ਵੀ ਉਹੀ ਕੌਲੀ, ਉਹੀ ਗਲਾਸ ਜਿਹੜਾ ਪਾਣੀ ਸੀਗਾ ਉਹ ਵਾਪਸ ਕੱਢ ਕੇ ਮੈਨੂੰ ਦੇ ਦੇ। ਕਹਿੰਦੇ ਨਹੀਂ ਨਿਕਲ ਸਕਦਾ। ਜਿਉਂ ਜਲ, ਜਲ ਮੈਂ ਪੈਸ ਨਾ ਨਿਕਸੈ, ਤਿਉਂ ਢੁਰ ਮਿਲਿਓ ਜੁਲਾਹੋ। ਕਹਿੰਦੇ ਹੁਣ ਮੈਨੂੰ ਪਰਮਾਤਮਾ ਤੋਂ ਕੋਈ ਸ਼ਕਤੀ ਵੱਖ ਨਹੀਂ ਕਰ ਸਕਦੀ। ਇਸ ਜੁਲਾਹੇ ਨੂੰ, ਉਸ ਮਾਲਕ ਪਰਮਾਤਮਾ ਤੋਂ ਕੋਈ ਵੀ ਸ਼ਕਤੀ ਵੱਖ ਨਹੀਂ ਕਰ ਸਕਦੀ। ਆਹ ਹੈਗੀ ਭਾਈ ਅਚਰਜ ਦੀ ਗੱਲ। ਜਿਹੜਾ ਕਹਿੰਦੇ ਪ੍ਰੇਮਾ ਭਗਤੀ ਜਾਣਦਾ ਹੈ ਥੋੜ੍ਹੀ ਬਹੁਤ, ਉਹਨੂੰ ਇਹ ਗੱਲ ਸਮਝ ਆ ਜਾਣੀ ਆ, ਬਾਕੀਆਂ ਨੂੰ ਇਹ ਗੱਲ ਨਹੀਂ ਸਮਝ ਆਉਣੀ। ਹਰ ਕੇ ਲੋਗਾ ਮੈਂ ਤੋਂ ਮਤ ਕਾ ਭੋਰਾ। ਕਹਿੰਦੇ ਪਰਮਾਤਮਾ, ਤੁਸੀਂ ਕਹਿੰਦੇ ਹੋ ਬਈ ਤੁਸੀਂ ਪਰਮਾਤਮਾ ਦੇ ਲੋਕੀ ਹੈਗੇ, ਭਗਤ ਲੋਕ ਹੈਗੇ ਆ, ਅਤੇ ਤੁਸੀਂ ਆਪਣੇ ਆਪ ਨੂੰ ਕਹਿੰਦੇ ਹੋ ਕਿ ਬਈ ਅਸੀਂ ਤਾਂ ਜਿਹੜੇ ਹੈਗੇ ਆ ਬੁੱਧੀਮਾਨ ਹੈਗੇ ਆ, ਸਾਡੇ ਕੋਲ ਤਾਂ ਸਾਰਾ ਜਿਹੜਾ ਹੈਗਾ ਸਾਡੇ ਵਰਗਾ ਤਾਂ ਕੋਈ ਭਗਤ ਨਹੀਂ ਹੈ। ਅਤੇ ਕਹਿੰਦੇ ਮੈਂ ਤਾਂ ਭਾਈ ਮੱਤ ਦਾ ਭੋਰਾ ਹੈਗਾ, ਮੇਰੇ ਕੋਲ ਤਾਂ ਮੱਤ ਥੋੜ੍ਹੀ ਹੈਗੀ ਆ, ਮੈਂ ਤਾਂ ਜੁਲਾਹਾ ਹੈਗਾ ਆ। ਮੈਂ ਕੋਈ ਯੂਨੀਵਰਸਿਟੀ ਨਹੀਂ ਜਿਹੜਾ ਹੈਗਾ ਜਾ ਕੇ ਜਿਹੜਾ ਹੈਗਾ PhD ਲਈ ਜਾਂ ਡਿਗਰੀਆਂ ਲਈਆਂ। ਹਰ ਕੇ ਲੋਗਾ ਮੈਂ ਤੋਂ ਮੱਤ ਕਾ ਭੋਰਾ। ਮੇਰੇ ਕੋਲ ਤਾਂ ਮਾੜੀ ਜੀ ਮੱਤ ਹੈਗੀ ਆ ਭਾਈ। ਪਰ ਜੋ ਤਨ ਕਾਸੀ ਤਜਸ ਕਬੀਰਾ, ਰਮਈਏ ਕਹਾਣੀ ਹੋ ਰਹਾ। ਕਹਿੰਦੇ ਤੁਸੀਂ ਕਹਿੰਦੇ ਹੋ ਤੁਹਾਡੀ ਮੱਤ ਬਹੁਤ ਜ਼ਿਆਦਾ ਹੈਗੀ ਆ, ਤੁਸੀਂ ਬਹੁਤ ਵੇਦ ਸ਼ਾਸਤਰ ਪੜ੍ਹੇ ਹੋਏ ਹੋ, ਤੁਸੀਂ ਕਹਿੰਦੇ ਹੋ ਕਾਂਸ਼ੀ ਜਿਹੜੀ ਹੈਗੀ, ਬਨਾਰਸ ਜਿਹੜਾ ਹੈਗਾ ਸ਼ਿਵ ਜੀ ਦੀ ਨਗਰੀ ਹੈਗੀ ਆ, ਜਿਹੜਾ ਵੀ ਇੱਥੇ ਜਿਹੜਾ ਹੈਗਾ ਸਰੀਰ ਤਿਆਗ ਕਰੇਗਾ ਉਹ ਸਿੱਧਾ ਜਿਹੜਾ ਮੁਕਤ ਹੋ ਜਾਏਗਾ। ਫਿਰ ਭਾਈ ਜੇ ਕਾਂਸੀ ਦੇ ਵਿੱਚ ਰਹਿ ਕੇ ਮੁਕਤੀ ਪ੍ਰਾਪਤ ਕਰਨੀ ਹੈ ਤੇ ਫਿਰ ਧਿਆਨ ਸਿਮਰਨ ਜਾਂ ਭਗਤੀ ਕਰਨ ਦੀ ਲੋੜ ਕੀ ਹੈਗੀ ਆ?
ਸਿੱਧਾ ਜਾ ਕੇ ਕਾਸ਼ੀ 'ਚ ਠਾ ਵੱਜੋ ਔਰ ਠਾ ਜਿਹੜਾ ਹੈਗਾ ਮੁਕਤ ਹੋ ਜਾਓ। हर के लोगा मैं तो मत का पोरा, जाओ तन कांसी तजे कबीरा, रमैये कहाँ निहोरा। फिर ਉਹ ਮਾਲਕ ਪਰਮਾਤਮਾ ਦਾ ਕਾਹਦਾ ਸਹਾਨ ਰਹਿ ਗਿਆ ਵੀ ਉਹਦੀ ਭਗਤੀ ਕਰਨ ਦੀ ਲੋੜ ਕੀ ਹੈ ਸਾਨੂੰ? ਜਾ ਕੇ ਸਿੱਧੇ ਕਾਂਸ਼ੀ ਜਿਹੜਾ ਹੈਗਾ ਪੂਰੀ ਦੁਨੀਆ ਦੇ ਵਿੱਚ ਫੈਲਾ ਦਿਓ ਭਾਈ, ਮੁਕਤੀ ਚਾਹੀਦੀ ਆ, ਸਿੱਧੇ ਕਾਸ਼ੀ ਆ ਜਾਓ ਔਰ ਮੁਕਤ ਹੋ ਜਾਓ। ਰਹਾਓ। ਹਾਂਜੀ ਵੀਰ ਜੀ। ਜੋ ਜਨ ਭਾਉ ਭਗਤ ਕਛ ਜਾਣੇ, ਤਾਕੋ ਅਚਰਜ ਕਾਹੋ। ਕਹਿੰਦੇ ਮੇਰੀ ਗੱਲ ਦਾ ਉਹਨੂੰ ਅਚਰਜ ਨਹੀਂ ਹੋਣਾ, ਉਹਨੂੰ ਹੈਰਾਨੀ ਨਹੀਂ ਹੋਣੀ ਜਿਹੜਾ ਪ੍ਰੇਮਾ ਭਗਤੀ ਜਾਣਦਾ ਹੈ, ਮਾਲਕ ਦੀ ਭਗਤੀ ਜਾਣਦਾ ਹੈ। ਜਿਉਂ ਜਲ ਜਲ ਮੈਂ ਪੈਸ ਨਾ ਨਿਕਸੇ, ਤਿਉਂ ਢੁਰ ਮਿਲਿਓ ਜੁਲਾਹੋ। ਕਹਿੰਦੇ ਜੁਲਾਹਾ ਤਾਂ ਇਸ ਤਰ੍ਹਾਂ ਮਿਲ ਗਿਆ ਆ, ਇਸ ਤਰ੍ਹਾਂ ਇੱਕਮਿਕ ਹੋ ਗਿਆ ਮਾਲਕ ਪਰਮਾਤਮਾ ਦੇ ਨਾਲ ਜਿਵੇਂ ਕਿ ਪਾਣੀ ਦੇ ਵਿੱਚ ਪਾਣੀ ਹੋ ਜਾਂਦਾ ਹੈ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਹੁਣ ਦੇਖੋ ਪਹਿਲੀ ਤੁਕ ਚ ਉਹ ਕਹਿ ਰਹੇ ਨੇ, ਉਹ ਕਹਿੰਦੇ ਕਿ ਜਿਹੜੇ ਬੰਦੇ ਨੂੰ ਭਗਤੀ ਦਾ ਪਤਾ ਨਾ, ਹਾਂ ਥੋੜਾ ਬਹੁਤ ਵੀ ਪਤਾ ਹੈ, ਜਿਹਨੂੰ ਗਿਆਨ ਹੈ। ਹਾਂ ਮੈਂ ਆਪ ਜੀ ਨੂੰ ਵੈਸੇ ਪਹਿਲਾਂ ਵੀ ਕਈ ਵਾਰੀ ਦੱਸਿਆ, ਧਰਮ ਦੀ ਜਿਹੜੀ ਯਾਤਰਾ ਹੈ ਨਾ, ਉਹ ਬੜੀ ਬਿਖਮ ਯਾਤਰਾ ਹੈ ਤੇ ਅਗਲਾ ਬੰਦਾ ਸਹੀ ਹੈ ਜਾਂ ਗਲਤ ਆ, ਉਹਦੇ ਲਈ ਵੀ ਤੁਹਾਡੇ ਕੋਲ ਆਪਣਾ ਗਿਆਨ ਚਾਹੀਦਾ, ਕਿਉਂਕਿ ਗਿਆਨ ਤੋਂ ਬਿਨਾਂ ਤੁਸੀਂ ਕਿੱਦਾਂ ਕਿਸੇ ਨੂੰ ਦੱਸੋਗੇ? ਤੁਹਾਡੇ ਕੋਲ ਥਰਮਾਮੀਟਰ ਹੀ ਨਹੀਂ ਹੈਗਾ, ਕਿੱਦਾਂ ਦੱਸੋਗੇ? ਕਿਸੇ ਵੀ ਚੀਜ਼ ਨੂੰ ਚੈੱਕ ਕਰਨ ਲਈ ਮਸ਼ੀਨ ਤੇ ਚਾਹੀਦੀ ਹੈ ਨਾ। ਇਸੇ ਲਈ ਜੇ ਕੋਈ ਬੰਦਾ ਸਹੀ ਗਿਆਨ ਕਰਾ ਰਿਹਾ ਜਾਂ ਗਲਤ ਗਿਆਨ ਕਰਾ ਰਿਹਾ ਹੈ, ਉਹਦੀ ਪਰਖ ਕਰਨ ਦੇ ਲਈ ਵੀ ਤੇ ਆਪਣਾ ਗਿਆਨ ਚਾਹੀਦਾ ਨਾ। ਬਿਲਕੁਲ ਚਾਹੀਦਾ। ਬਹੁਤ ਵਧੀਆ ਕੋਚ ਸਾਹਿਬ, ਇਸ ਤੋਂ ਬਗੈਰ ਕਿਵੇਂ ਪਤਾ ਲੱਗੂਗਾ? ਹੁਣ ਤੁਹਾਡੀ ਕੋਈ ਇੰਟਰਵਿਊ ਲਈ ਜਾਵੇ ਤੇ ਤੁਹਾਨੂੰ ਉਹਨੂੰ ਵਿਚਾਰੇ ਨੂੰ ਆਉਂਦਾ ਨਹੀਂ, ਕੀ ਤੁਹਾਡੀ ਇੰਟਰਵਿਊ ਲਊਗਾ? ਦੱਸੋ। ਮੈਨੂੰ ਰੋਟੀ ਬਣਾਉਣੀ ਨਹੀਂ ਆਉਂਦੀ, ਮੰਨ ਲਓ ਆਟਾ ਉਟਾ ਗੁੰਨਣਾ ਨਹੀਂ ਹੁੰਦਾ, ਮੈਂ ਕਿੱਦਾਂ ਤੁਹਾਡੇ ਕੋਲ ਪੁੱਛਾਂਗਾ ਵੀ ਆਟੇ 'ਚ ਕਿੱਦਾਂ ਪਾਣੀ ਪਾਉਣਾ, ਕਿੰਨਾ ਪੈਣਾ ਹੈ, ਸਬਜ਼ੀ 'ਚ ਕਿੰਨਾ ਲੂਣ ਪਾਉਣਾ, ਕਿਉਂਕਿ ਮੈਨੂੰ ਪਤਾ ਹੀ ਨਹੀਂ ਆ। ਤੇ ਜੇ ਮੈਂ ਤੁਹਾਡੀ ਇੰਟਰਵਿਊ ਲੈ ਰਿਹਾ, ਮੈਂ ਕਹਿ ਰਿਹਾ ਕਿ ਤੁਸੀਂ ਬੜੀ ਵਧੀਆ ਸਬਜ਼ੀ ਬਣਾ ਰਹੇ ਜੋ। ਇੱਕ ਸੈਕਿੰਡ ਜੀ ਗੁਰਕੀ ਸਾਹਿਬ, ਕਿੱਥੋਂ ਆਵਾਜ਼ ਆ ਰਹੀ? ਮੇਰੇ ਇੱਥੋਂ ਹੀ ਆ ਰਹੀ ਹੈ ਜੀ। ਇਹ ਨਾ ਬੱਚੇ ਅੱਜ ਸੰਡੇ ਆ, ਪਰੌਠੇ ਬਣਾਉਂਦੇ ਆ। ਮੈਂ ਬੰਦ ਕਰ ਦੇਣਾ, ਤੁਸੀਂ ਚਲਾਓ ਆਪਣਾ ਹੈ ਥੋੜ੍ਹੀ ਦੇਰ ਪਲੀਜ਼। ਹਾਂਜੀ ਹਾਂਜੀ ਸਾਧ ਸੰਗਤ ਜੀ, ਇੱਥੇ ਆਪਾਂ ਇਸ ਚੀਜ਼ ਨੂੰ ਸਮਝੀਏ ਕਿ ਕਬੀਰ ਜੀ ਸਾਨੂੰ ਕੀ ਸਮਝਾ ਰਹੇ ਨੇ। ਉਹ ਕਹਿੰਦੇ ਨੇ ਕਿ ਜਿਹਨੂੰ ਭਗਤੀ ਦੇ ਬਾਰੇ ਗਿਆਨ ਆ, ਜਿਹਨੂੰ ਇਸ ਬਾਰੇ ਨੌਲੇਜ ਹੈਗੀ ਹੈ, ਜਿਹੜਾ ਭੇਦ ਨੂੰ ਜਾਣਦਾ ਹੈ, ਉਹ ਗੱਲ ਨੂੰ ਸਮਝਦਾ ਹੈ। ਕਿਉਂਕਿ ਗਿਆਨ ਨੂੰ ਪਕੜਨ ਦੇ ਲਈ ਵੀ ਗਿਆਨ ਚਾਹੀਦਾ ਹੈ। ਹੁਣ ਇੱਕ MBBS ਡਾਕਟਰ ਹੈ, ਹੁਣ ਉਹ ਕੀ ਆਪ ਨੂੰ ਦਵਾਈ ਸਹੀ ਦੇ ਰਿਹਾ ਜਾਂ ਗਲਤ ਦੇ ਰਿਹਾ ਹੈ, ਉਹਨੂੰ ਵੀ ਫੜਨ ਦੇ ਲਈ ਗਿਆਨ ਚਾਹੀਦਾ। ਦੂਜਾ ਡਾਕਟਰ ਉਹੀ ਦੱਸੂਗਾ, ਜਾਂ ਤੇ ਉਹ ਤੋਂ ਵੱਧ ਪੜ੍ਹਾਈ ਕੀਤੀ ਹੋਵੇ ਤੇ ਜਾਂ ਉਹਦੇ ਬਰਾਬਰ ਦੀ ਪੜ੍ਹਾਈ ਕੀਤੀ ਹੋਵੇ। ਆਪ ਇਹ ਚੀਜ਼ ਨੂੰ ਅੰਡਰਸਟੈਂਡ ਕਰੋ, ਇਹ ਬੜੀ ਵੱਡੀ ਗੱਲ ਹੈ। ਕਬੀਰ ਜੀ ਚੈਲੰਜ ਕਰ ਰਹੇ ਨੇ, ਰਾਮ ਰਾਮ ਕਰਤਾ ਸਭ ਜੱਗ ਫਿਰੇ ਤੇ ਰਾਮ ਨਾ ਪਾਇਆ ਜਾਏ। ਕਿਉਂ ਕਹਿ ਰਹੇ ਨੇ ਉਹ? ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਅਸਲੀ ਵਿਧੀ ਕੀ ਹੈ, ਕਿੱਦਾਂ ਉਸ ਪਰਮਾਤਮਾ ਦੇ ਵਿੱਚ ਇੱਕਮਿਕ ਹੋਣਾ ਹੈ। ਔਰ ਉਹਨਾਂ ਨੇ ਗੱਲਾਂ ਨਹੀਂ ਸੁਣੀਆਂ, ਉਹਨਾਂ ਪ੍ਰੈਕਟੀਕਲੀ ਕੀਤਾ ਹੈ। ਫਿਰ ਉਹ ਕਹਿੰਦੇ ਨੇ ਕਿ ਜਿਹੜੇ ਤਰੀਕੇ ਨਾਲ ਤੁਸੀਂ ਲੋਕਾਂ ਨੂੰ ਭਰਮਾ ਰਹੇ ਜੋ, ਗੁੰਮਰਾਹ ਕਰ ਰਹੇ ਜੋ, ਇਹ ਤਰੀਕਾ ਹੀ ਸਹੀ ਨਹੀਂ ਹੈ। ਤੋ ਇਹ ਗੱਲਾਂ ਜਿਹੜੀਆਂ ਨੇ, ਇਹ ਦੇਖੋ ਆਪ ਬਾਣੀ ਜਦੋਂ ਆਪ ਪੜ੍ਹਦੇ ਜੋ ਨਾ, ਤੇ ਬਾਣੀ ਕੇਵਲ ਸਾਡੇ ਤੋਂ ਨਕਲੀ ਗਿਆਨ ਖੋਹਣ ਦੀ ਕੋਸ਼ਿਸ਼ ਕਰ ਰਹੀ ਹੈ। ਪਰ ਜੇਕਰ ਸਾਡੀਆਂ ਅੱਖਾਂ ਤੇ ਐਨਕਾਂ ਲੱਗੀਆਂ ਨੇ, ਉਹ ਉਤਾਰਨ ਦੀ ਕੋਸ਼ਿਸ਼ ਕਰਦੀ ਹੈ, ਹੋਰ ਕੁਛ ਵੀ ਨਹੀਂ। ਗਿਆਨ ਤੇ ਤੁਹਾਡਾ ਹੀ ਅੰਦਰੋਂ ਪ੍ਰਗਟ ਹੋਣਾ ਹੈ। ਕਿਉਂਕਿ ਬਾਣੀ ਦੇ ਵਿੱਚ ਜਿਹੜੀਆਂ ਗੱਲਾਂ ਸਾਨੂੰ ਸਮਝਾਈਆਂ ਗਈਆਂ ਵਾ, ਉਹ ਸਾਡੇ ਰਸਤੇ ਦਾ ਮਾਰਗ ਹੈ। ਜਿੱਦਾਂ ਸੜਕ ਤੇ ਲਿਖਿਆ ਹੈ ਵੀ ਇਹ ਸੜਕ ਤੇ ਖੱਡੇ ਹੈਗੇ ਆ, ਇਹ ਸੜਕ ਸਾਫ਼ ਸੁਥਰੀ ਹੈ, ਤੁਸੀਂ ਐਨੂੰ ਚੱਲ ਜਿਓ, ਇਹ ਸੜਕ ਇੱਧਰ ਨਾ ਚੱਲ ਜਿਓ, ਇਹ ਕੁਰਾਹੇ ਨਾ ਪੈ ਜਿਓ, ਕਿਉਂਕਿ ਰਸਤਾ ਹੁਣੇ ਬੜਾ ਸੋਹਣਾ ਲੱਗ ਰਿਹਾ ਪਰ ਇਹ ਪਹੁੰਚਦਾ ਹੀ ਨਹੀਂ ਮੰਜ਼ਿਲ ਤੇ। ਬਾਣੀ ਤੇ ਨਿੱਜਰ ਸਾਹਿਬ ਇਹੋ ਸਮਝਾ ਰਹੀ ਹੈ। ਬਿਲਕੁਲ ਸਮਝਾ ਰਹੀ ਹੈ ਜੀ, ਬਿਲਕੁਲ ਸਮਝਾ ਰਹੀ ਹੈ ਬਈ ਜਿਹੜਾ ਹੈਗੇ ਆ ਬਾਣੀ, ਕਿਉਂਕਿ ਰਸਤਾ ਇੱਕੋ ਹੀ ਹੈਗਾ, ਇੱਕ ਰਸਤਾ ਹੈ, ਬਾਕੀ ਹੋਰ ਕੋਈ ਉਸ ਤੋਂ ਇਲਾਵਾ ਰਸਤਾ ਹੀ ਨਹੀਂ ਹੈਗਾ।
ਜਦ ਤੱਕ ਉਹ ਰਸਤਾ ਨਹੀਂ ਫੜਾਂਗੇ ਤਦ ਤੱਕ ਅਸੀਂ ਤਾਂ ਮੰਜ਼ਿਲ ਤੇ ਪਹੁੰਚ ਹੀ ਨਹੀਂ। ਤੇ ਬਾਕੀ ਭਟਕਣ ਵਾਲੀਆਂ ਚੀਜ਼ਾਂ ਬਹੁਤ ਸਾਰੀਆਂ ਬਾਕੀ ਸਾਰੀਆਂ ਹੈਗੀਆਂ। ਹਾਂਜੀ ਵੀਰ। ਔਰ ਬਹੁਤ ਬਹੁਤ ਖੂਬਸੂਰਤ, ਉਹਨੂੰ ਇੰਦਰਜਾਲ ਕਹਿੰਦੇ ਨੇ, ਇੰਦਰੀਆਂ ਦੇ ਜਾਲ। ਇੰਦਰੀਆਂ ਨੂੰ ਜਿਹੜੀ ਭਾਸ਼ਾ ਸਮਝ ਆਉਂਦੀ ਹੈ ਨਾ, ਲੋਕਾਂ ਨੇ ਵੈਸੇ ਹੀ ਜਾਲ ਰਚੇ ਨੇ। ਕਈ ਕਾਲਪਨਿਕ ਸਵਰਗ ਰਚ ਕੇ ਬੈਠੇ ਨੇ ਕਿ ਉੱਥੇ ਹੂਰਾਂ ਨੇ, ਉੱਥੇ ਚਸ਼ਮੇ ਨੇ ਸ਼ਰਾਬ ਦੇ, ਉੱਥੇ ਐਸੇ ਰੁੱਖ ਨੇ ਜਿੱਥੇ ਤੁਸੀਂ ਕਲਪਿਸ਼ ਬ੍ਰਿਕਸ਼ ਕਹਿੰਦੇ ਉਹਨੂੰ, ਤੁਸੀਂ ਜਿਹੜੀ ਵੀ ਇੱਛਾ ਕੀਤੀ ਉਹ ਥਾਲੀ ਰੋਟੀ ਦੀ ਤੁਹਾਡੇ ਸਾਹਮਣੇ ਆ ਜਾਊ। ਵੇਖੋ ਕਿੱਦਾਂ ਦੀ ਕਲਪਨਾ। ਫਿਰ ਉੱਥੋਂ ਦੀਆਂ ਜਿਹੜੀਆਂ ਹੂਰਾਂ ਨੇ ਉਹ ਬੁੱਢੀਆਂ ਨਹੀਂ ਹੁੰਦੀਆਂ। ਹੁਣ ਇਹ ਨਹੀਂ ਪਤਾ ਕਿ ਬੰਦਾ ਬੁੱਢਾ ਹੁੰਦਾ ਕਿ ਨਹੀਂ ਹੁੰਦਾ, ਪਰ ਕਹਿਣ ਤੋਂ ਭਾਵ ਹੈ ਕਿ ਬੰਦੇ ਦੀ ਕਲਪਨਾ ਕਿੰਨੀ ਕੁ ਭੱਜ ਸਕਦੀ ਹੈ। ਖਾਣ ਪੀਣ ਤੱਕ ਹੀ, ਐਸ਼ ਕਰਨ ਤੱਕ। ਐ ਪੰਜਾਂ ਉਗਣਾ ਚ ਘੁੰਮੂਗਾ ਬੰਦਾ, ਸੁੱਖ ਭਾਲੂਗਾ, ਘਰ-ਬਾਰ ਜਾਂ ਮਹਿਲ ਭਾਲ ਲੂਗਾ, ਰਾਜ ਭਾਲ ਲੂਗਾ, ਹੋਰ ਕੀ ਸੋਚੇਗਾ। ਇਹ ਏਦਾਂ ਦੀ ਕਲਪਨਾ ਕਰਦਾ ਹੈ ਇਨਸਾਨ। ਤੇ ਉੱਥੇ ਪ੍ਰਮਾਤਮਾ ਦੀ ਗੱਲ ਹੋਈ ਨਾ ਸਵਰਗ ਚ, ਕਿੱਥੇ ਪ੍ਰਮਾਤਮਾ? ਉੱਥੇ ਕੇਵਲ ਭੋਗ ਹੀ ਭੋਗਣ ਜਾਣਾ ਉੱਥੇ, ਉਹ ਤੇ ਇੱਥੇ ਵੀ ਹੈਗੇ ਧਰਤੀ ਤੇ। ਸੋ ਇੱਥੇ ਕਬੀਰ ਜੀ ਆਪਾਂ ਨੂੰ ਜਿਹੜੀ ਗੱਲ ਸਮਝਾ ਰਹੇ ਨੇ, ਇਹ ਗੱਲ ਨੂੰ ਆਪ ਨੇ ਫੜਨਾ ਹੈ। ਬਾਣੀ ਨੂੰ ਸਮਝੋ। ਉਹ ਬਾਣੀ ਸਾਨੂੰ ਕੀ ਕਹਿਣਾ ਚਾਹੁੰਦੀ ਹੈ? ਬਾਣੀ ਕਹਿ ਰਹੀ ਹੈ ਕਿ ਜੋ ਜਨ ਭਾਉ ਭਗਤੀ ਕੁਛ ਜਾਣੇ ਤਾਂ ਕੋ ਅਚਰਜ ਕਹੋ। ਕਹਿੰਦੇ ਕਿ ਜਿਹੜੇ ਬੰਦੇ ਨੂੰ ਗਿਆਨ ਹੈ, ਜਿਹੜਾ ਬੰਦਾ ਹੈ ਸਾਧਨਾ ਕਰਦਾ ਹੈ, ਬੰਦਗੀ ਕਰਦਾ ਹੈ, ਭਗਤੀ ਕਰਦਾ ਹੈ, ਨਾਮ ਜਪਦਾ ਹੈ ਪ੍ਰਮਾਤਮਾ ਦਾ, ਤੇ ਉਹਨੂੰ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੈ ਜਿਹੜੀਆਂ ਗੱਲਾਂ ਮੈਂ ਕਹਿ ਰਿਹਾ ਹਾਂ। ਕਿਉਂਕਿ ਆਮ ਆਦਮੀ ਤੇ ਹੈਰਾਨ ਹੋ ਜਾਏ, ਠੀਕ ਹੈ, ਉਹਦੇ ਲਈ ਬੜੀ ਵੱਡੀ ਗੱਲ ਹੈ। ਪਰ ਜਿਹਨੂੰ ਪਤਾ ਹੈ ਕਿ ਇਸ ਤਰੀਕੇ ਨਾਲ ਵਿਧੀ ਨਾਲ ਜੋ ਕਹਿ ਰਿਹਾ ਬੰਦਾ ਠੀਕ ਹੈ, ਕਿਉਂ? ਉਹਦੇ ਵਿੱਚ ਇੱਕ ਚੀਜ਼ ਨੂੰ ਆਪ ਸਮਝੋ। ਕਹਿੰਦੇ 100 ਸਿਆਣਿਆਂ ਦੀ ਇੱਕੋ ਮੱਤ ਤੇ ਮੂਰਖਾਂ ਦੀ ਵੱਖੋ ਵੱਖ। ਆਪ ਸਾਰੀ ਬਾਣੀ ਪੜ੍ਹੋ, ਆਪ ਜੀ ਇੱਕ ਚੀਜ਼ ਨੂੰ ਅੰਡਰਸਟੈਂਡ ਕਰੋਗੇ। ਦੇਖੋ ਹਰ ਇੱਕ ਭਗਤ ਨੇ, ਗੁਰੂ ਨੇ ਜਾਂ ਸੰਤ ਨੇ, ਜੋ ਵੀ ਇੱਥੇ ਭੱਟ ਨੇ, ਉਹਨਾਂ ਨੇ ਬਾਣੀ ਦੀ ਉਚਾਰਨਾ ਕੀਤੀ ਹੈ ਨਾ, ਉਹਨਾਂ ਦੀ ਬਾਣੀ ਜਿਹੜੀ ਨਾ ਇੱਕ ਦੂਜੇ ਨਾਲ ਮਿਲਦੀ ਹੋਊਗੀ। ਮਤਲਬ ਇੱਕ ਦੂਜੇ ਦੇ ਅਗੇਂਸਟ ਨਹੀਂ ਗੱਲ ਕਰਨਗੇ। ਕਿਉਂ ਨਹੀਂ ਕਰਨਗੇ? ਕਿਉਂਕਿ ਉਹ ਸਾਰੇ ਤੇ ਬ੍ਰਹਮ ਗਿਆਨੀ ਆ। ਹੁਣ ਜਦੋਂ ਇੱਕ ਬ੍ਰਹਮ ਗਿਆਨੀ ਗੱਲ ਕਰੂਗਾ ਤੇ ਹੁਣ ਉਹਦੀ ਅਵਸਥਾ ਜਿਹੜੀ ਹੈਗੀ ਆ, ਉਹਨੇ ਆਪਣੀ ਅਵਸਥਾ ਨੂੰ ਬਿਆਨ ਕਰਨਾ ਹੈ। ਉਹਨੇ ਕੋਈ ਇੱਧਰੋਂ ਉੱਧਰੋਂ ਗੱਲਾਂ ਨਹੀਂ ਸੁਣੀਆਂ। ਉਸ ਇਨਸਾਨ ਨੇ ਆਪਣਾ ਜੀਵਨ ਉਸ ਲੈਵਲ ਤੇ ਖੜਿਆ, ਫਿਰ ਉਸ ਲੈਵਲ ਤੇ ਜੀਵਨ ਬਤੀਤ ਕੀਤਾ, ਕੇਵਲ ਗੱਲਾਂ ਨਹੀਂ। ਗੋਰਖੀ ਸਾਹਿਬ ਇਹਦੇ ਵਿੱਚ ਨਾ ਇਹ ਨਾ ਐਕਚੁਅਲੀ ਜਿਹੜਾ ਸੱਚ ਜਿਹੜਾ ਹੁੰਦਾ ਨਾ, ਉਹ ਇੱਕੋ ਹੀ ਹੁੰਦਾ ਹੈ ਸੱਚ। ਤੇ ਜਦ ਸੱਚ ਜਿੱਥੋਂ ਵੀ ਆਊਗਾ ਨਾ, ਉਹ ਸੱਚ ਹੀ ਰਹੂਗਾ, ਇੱਕੋ ਹੀ ਹੋਊਗਾ ਸੱਚ। ਜੇ ਕਿਤੋਂ ਅਲੱਗ ਸੱਚ ਆ ਰਿਹਾ, ਸਮਝ ਲਓ ਉਹ ਝੂਠ ਹੈਗਾ ਭਾਈ। ਹਾਂਜੀ ਵੀਰ ਜੀ। ਹਾਂ ਬਿਲਕੁਲ ਠੀਕ ਹੈ ਜੀ। ਸੱਚ ਜਿਹੜਾ ਹੈਗਾ ਵਾ ਤੇ ਉਹਨੂੰ ਆਪਾਂ ਮੋਡੀਫਾਈ ਨਹੀਂ ਕਰ ਸਕਦੇ, ਉਹ ਤੇ ਸੱਚ ਹੈ। ਹਾਂ ਹੁਣ ਸੱਚ ਤੋਂ ਅੱਗੇ ਕੁਛ ਵੀ ਨਹੀਂ ਹੈਗਾ, ਸੱਚ ਤੇ ਲਾਸਟ ਆ। ਤੁਸੀਂ ਸੱਚ ਬੋਲ ਤੋਂ ਗੱਲ ਖਤਮ ਹੋ ਗਈ। ਹਾਂ ਅਗਲਾ 2-4 ਮਿੰਟ ਜ਼ਰੂਰ ਭੁੜਕੂਗਾ, ਪਰ ਤੁਹਾਨੂੰ ਕੋਈ ਹੁਣ ਡਰਨ ਦੀ ਲੋੜ ਨਹੀਂ। ਤੁਸੀਂ ਸੱਚ ਕਹਿ ਦਿੱਤਾ, ਸੱਚ ਦੇ ਅੱਗੇ ਤੋਂ ਕੁਛ ਵੀ ਨਹੀਂ ਹੈਗਾ। ਉਹ ਜਿੱਧਰੋਂ ਮਰਜੀ ਭਾਵੇਂ ਤੁਹਾਡੇ ਕੋਲ 100 ਵਾਰੀ ਕੀ ਕਰੋੜ ਵਾਰੀ ਪੁੱਛੇ, ਭਾਵੇਂ ਦਿਨੇ ਪੁੱਛੇ, ਰਾਤੀ ਪੁੱਛੇ, ਫੋਨ ਤੇ ਪੁੱਛੇ, ਡਾਇਰੈਕਟ ਪੁੱਛੇ, ਲੋਕਾਂ ਤੋਂ ਪੁੱਛੇ, ਹੁਣ ਸੱਚ ਕਿੱਥੋਂ ਬਦਲ ਜਾਣਾ? ਔਰ ਇੱਕ ਚੀਜ਼ ਹੋ ਰਿਹਾ ਗੋਰਖੀ ਸਾਹਿਬ, ਸੱਚ ਜਿਹੜਾ ਹੈਗਾ ਨਾ, ਐਕਚੁਅਲੀ ਬਾਣੀ ਸੱਚ ਉਹਨੂੰ ਕਹਿੰਦੀ ਹੈ ਜਿਹੜਾ ਕਿ ਹਮੇਸ਼ਾ ਰਹਿਣ ਵਾਲਾ ਹੈ, ਉਹਨੂੰ ਸੱਚ ਕਹਿੰਦੀ ਹੈ। ਜਿਹੜੀ ਚੀਜ਼ ਅੱਜ ਹੈ ਕੱਲ ਨੂੰ ਨਹੀਂ ਹੈਗੀ ਆ, ਭਾਵੇਂ ਹਜ਼ਾਰਾਂ ਕਰੋੜਾਂ ਸਾਲ ਬਾਅਦ ਖਤਮ ਹੋ ਜਾਂਦੀ ਹੈ ਕੋਈ ਚੀਜ਼, ਉਹ ਸੱਚ ਨਹੀਂ ਹੈਗੀ। ਹਾਂਜੀ ਵੀਰ ਜੀ। ਹਾਂ ਬਿਲਕੁਲ ਠੀਕ ਹੈ ਜੀ। ਹੁਣ ਇੱਕ ਬੰਦਾ ਇੱਥੇ ਆਪਣੇ ਅੰਮ੍ਰਿਤਸਰ ਪੰਜਾਬ ਦੀ ਪਤਾ ਨਹੀਂ ਕਿਹੜੇ ਹੈਗੇ ਆ, ਉਹ ਬਾਬਾ ਜੀ ਦੇ ਚੜ੍ਹ ਗਏ ਨੇ, ਉਹ ਤੇ ਦੂਜੇ ਲੋਕ ਪਹੁੰਚ ਚੁੱਕੇ ਨੇ, ਪਰ ਉਹਨੂੰ ਫ੍ਰਿਜ 'ਚ ਲਾਇਆ ਅਗਲਿਆਂ ਨੇ। ਹਾਂ ਉਹਨੂੰ ਕਹਿੰਦੇ ਕਿ ਬਈ ਚਲੋ ਵੀ ਇਹ ਤੇ ਸਮਾਧੀ ਲੀਨ ਹੈ। ਆਸ਼ੂਤੋਸ਼ ਕਹਿੰਦੇ, ਆਸ਼ੂਤੋਸ਼। ਅਸੀਂ ਵੀ ਤੇ ਸਾਧਨਾ ਕਰਦੇ ਹਾਂ, ਸਾਡੀ ਤੇ ਕਦੇ ਇੰਨੀ ਸਮਾਧੀ ਨਹੀਂ ਲੱਗੀ ਕਿ ਇੱਥੇ 6-6 ਮਹੀਨੇ ਅੱਖਾਂ ਬੰਦ ਕਰਕੇ ਇੱਥੇ ਬਹਿ ਰਹੀਏ। ਇਹ ਪ੍ਰਕਿਰਤੀ ਦਾ ਨਿਯਮ ਥੋੜੀ ਹੈਗਾ ਇਹ ਜਿਹੜਾ ਗੱਲਾਂ ਕਰਦੇ। ਸਮਾਧੀ ਦਾ ਮਤਲਬ ਅੱਖਾਂ ਬੰਦ ਕਰਕੇ ਆਪਣਾ ਜੀਵਨ ਥੋੜੀ ਬਰਬਾਦ ਕਰ ਦੇਣਾ ਆਪਾਂ। ਉਹ ਸਮਾਧੀ ਦੇ ਇੱਕ ਜਸਟ ਸਾਡੇ ਅੰਤਰਾਕਰਨ ਨੂੰ ਸ਼ੁੱਧ ਕਰਨ ਦੀ ਇੱਕ ਵਿਧੀ ਆ। ਨਿਰਵਿਚਾਰ ਸਮਾਧੀ 'ਚ ਜਾਣਾ, ਅੱਧਾ ਘੰਟਾ 45 ਮਿੰਟ, ਬਾਅਦ ਦੇ ਵਿੱਚ ਚਿੱਤ ਸ਼ਾਂਤ ਹੋ ਜਾਣਾ ਬਸ। ਹੋਰ ਇਹਦਾ ਮਤਲਬ ਥੋੜੀ ਕਿ ਅੱਖਾਂ ਬੰਦ ਕਰਕੇ ਪਰਮਾਤਮਾ ਕਹਿੰਦਾ ਕਿ ਮੇਰੇ ਚਰਨਾਂ 'ਚ ਲਾ ਕੇ ਧਿਆਨ ਬੈਠਾ ਰਹਿ ਤੇ ਕੰਮ ਨਾ ਕਰ, ਲੋਕਾਂ ਕੋਲ ਮੰਗ ਕੇ ਖਾ, ਸੰਸਾਰ ਤੋਂ ਭੱਜ ਜਾ, ਜੰਗਲਾਂ 'ਚ ਰਹਿ, ਉੱਥੇ ਕਿਲੋ ਸਵਾਹ ਮਲੀ ਆ ਲੱਕ ਤੇ, ਜਾਂ ਜਟਾ ਵਧਾਲਾ, ਜਾਂ ਕੱਪੜੇ ਨਾ ਪਾ।
ਕਿ ਪ੍ਰਮਾਤਮਾ ਸੱਚੀ ਖੁਸ਼ ਹੋਊਗਾ ਉੱਥੇ ਮੈਂ ਨੰਗੇ ਪੈਰੀ ਤੁਰਿਆ ਜਾਵਾਂ ਤੇ ਪੈਰਾਂ ਮੇਰਿਆਂ 'ਚ ਕੰਡੇ ਵੱਜਣ? ਇਹ ਤੇ ਉਹੀ ਗੱਲ ਹੋਈ ਕਿ ਤੁਸੀਂ ਆਪਣੀ ਕਾਰ ਨੂੰ ਉਹ ਕੱਚੇ ਰਸਤੇ ਤੇ ਲੈ ਜਾਓ ਤੇ ਟਾਇਰ ਖਰਾਬ ਕਰ ਲਓ, ਪੱਥਰਾਂ 'ਚ ਲੈ ਜਾਓ, ਕੀ ਹੋਊਗਾ? 2-4 ਮਹੀਨਿਆਂ ਬਾਅਦ ਟਾਇਰ ਖਰਾਬ ਹੋ ਜਾਣੇ, ਉੱਥੇ ਖੁੰਗੀਆਂ ਲੱਗ ਜਾਣੀਆਂ। ਤਾਂ ਕਹਿਣ ਤੋਂ ਭਾਵ ਆ, ਆਪ ਇੱਕ ਚੀਜ਼ ਨੂੰ ਅੰਡਰਸਟੈਂਡ ਕਰੋ, ਪਰਮਾਤਮਾ ਨੇ ਸਾਨੂੰ ਬੁੱਧੀ ਦਿੱਤੀ ਹੈ। ਕਿਸ ਲਈ ਦਿੱਤੀ? ਉਹ ਕਿ ਅਸੀਂ ਜੋ ਲੋਕ ਮਤਲਬ ਕਿ ਉਹ ਕੰਮ ਕਰੀਏ ਕਿ ਜਿਹੜੇ ਆਮ ਲੋਕ ਨਹੀਂ ਕਰਦੇ। ਹੁਣ ਇੱਥੇ ਇੱਕ ਜੈਨ ਧਰਮ ਹੈਗਾ, ਉਹ ਕਹਿੰਦੇ ਵਾਲ ਪੁੱਟੋ ਜਿਨ੍ਹਾਂ ਦੇ ਜੜੋਂ। ਠੀਕ ਆ, ਕੋਈ ਗੱਲ ਨਹੀਂ, ਉਹ ਇੱਕ ਅਲੱਗ ਮਸਲਾ ਹੈ। ਪਰ ਕੀ ਸੱਚੀ ਪਰਮਾਤਮਾ ਚਾਹੁੰਦਾ ਹੈ ਕਿ ਵਾਲ ਇੱਕ 2-2 ਵਾਲ ਪੁੱਟੇ ਜਾਣ ਤੇ ਮੁੜ ਕੇ ਸਾਰਾ ਗੰਜਾ ਕਰ ਦੋ? ਫਿਰ ਪਰਮਾਤਮਾ ਜੇ ਚਾਹੁੰਦਾ ਹੁੰਦਾ ਤੇ ਉਹ ਵਾਲ ਦਿੰਦਾ ਹੀ ਨਹੀਂ। ਆਓ ਤੇ ਫਿਰ ਕਈ ਵਿਚਾਰੇ ਗੰਜੇ ਹੈਗੇ ਤੇ ਉਹ ਵਿਚਾਰੇ ਕਹਿੰਦੇ ਸਾਡੇ ਵਾਲ ਉੱਗ ਜਾਣ। ਇਹ ਤੇ ਉਲਟਾ ਹੀ ਕੰਮ ਕਰ ਰਹੇ ਆ ਆਪਾਂ। ਸੋ ਇੱਥੇ ਆਪਾਂ ਇਹ ਨੂੰ ਅੰਡਰਸਟੈਂਡ ਕਰੀਏ, ਕਿਉਂਕਿ ਬਾਣੀ ਜਿਹੜੀ ਹੈ ਨਾ, ਬਾਣੀ ਸਾਨੂੰ ਭਰਮ ਤੋਂ ਮੁਕਤ ਕਰਨਾ ਚਾਹੁੰਦੀ। ਕਹਿੰਦੇ ਕਿ ਇਸ ਅਵਸਥਾ ਨੂੰ ਸਮਝਣ ਦੇ ਲਈ ਪਹਿਲੀ ਤਾਂ ਤੁਹਾਡੇ ਕੋਲ ਗਿਆਨ ਚਾਹੀਦਾ ਹੈ। ਜੇਕਰ ਤੁਹਾਡੇ ਕੋਲ ਗਿਆਨ ਨਹੀਂ ਹੈਗਾ ਤੇ ਤੁਸੀਂ ਇਹ ਅਵਸਥਾ ਨੂੰ ਨਹੀਂ ਸਮਝ ਸਕਦੇ। ਠੀਕ ਹੈ ਜੀ, ਨਿੱਜਰ ਸਾਹਿਬ ਅੱਗੇ ਬੋਲੀਏ। ਹਾਂਜੀ। ਜੋ ਜਲ ਮੈਂ ਪੈਸ ਨਾ ਨਿਕਸੇ ਤਿਉਂ ਢੁਰ ਮਿਲਿਓ ਜੁਲਾਹੋ। ਜਿਸ ਤਰ੍ਹਾਂ ਪਾਣੀ 'ਚ ਪਾਣੀ ਮਿਲ ਕੇ ਨਹੀਂ ਨਿਕਲ ਸਕਦਾ, ਇਸ ਤਰ੍ਹਾਂ ਜਿਹੜਾ ਹੈਗਾ ਇਹ ਜੁਲਾਹਾ ਜਿਹਨੂੰ ਤੁਸੀਂ ਕਹਿ ਰਹੇ ਹੋ ਮੱਤ ਦਾ ਭੋਰਾ, ਮੱਤ ਦਾ ਥੋੜਾ, ਇਹਨੂੰ ਕਹਿ ਰਹੇ ਹੋ ਕਿ ਇਹ ਤਾਂ ਮੂਰਖ ਹੈਗਾ ਭਾਈ। ਇਹ ਜਿਹੜਾ ਹੈਗਾ ਇਹ ਤਾਂ ਕਾਂਸ਼ੀ ਜਿਹੀ ਨਗਰੀ ਨੂੰ ਛੱਡ ਕੇ, ਮੁਕਤੀ ਦੀ ਨਗਰੀ ਨੂੰ ਛੱਡ ਕੇ ਜਾ ਕੇ ਜਿਹੜਾ ਹੈਗਾ ਇਹ ਕਿੱਥੇ ਜਾ ਕੇ ਜਿਹੜਾ ਹੈਗਾ ਮਗਹਰ ਜਾ ਕੇ ਉਖਰ ਜਿਹੜਾ ਹੈਗਾ ਕਹਿੰਦੇ ਉਹ ਕੱਲਰ ਦੀ ਧਰਤੀ 'ਤੇ ਜਾ ਕੇ ਬੈਠ ਗਿਆ। ਹਾਂਜੀ ਵੀਰ ਜੀ, ਬਿਲਕੁਲ ਠੀਕ ਹੈ ਜੀ। ਫਿਰ ਸੈਕੰਡ ਗੱਲ ਕਰਦੇ ਨੇ ਉਹ, ਪਹਿਲਾਂ ਤਾਂ ਉਹਨਾਂ ਨੇ ਕਲੀਅਰ ਕਰਤਾ ਕਿ ਗਿਆਨ ਨੂੰ ਸਮਝਣ ਲਈ ਗਿਆਨ ਚਾਹੀਦਾ ਹੈ, ਤੇ ਜਿਹੜੇ ਬੰਦੇ ਕੋਲ ਥੋੜਾ ਬਹੁਤਾ ਗਿਆਨ ਹੈਗਾ, ਜਿਹਨੇ ਬੰਦਗੀ ਕੀਤੀ ਆ, ਉਹ ਮੇਰੀਆਂ ਗੱਲਾਂ ਸੁਣ ਕੇ ਹੈਰਾਨ ਨਹੀਂ ਹੋਵੇਗਾ, ਉਹਨੂੰ ਪਤਾ ਹੈ ਮੈਂ ਕੀ ਕਹਿ ਰਿਹਾ। ਫਿਰ ਉਹ ਕਹਿ ਰਹੇ ਨੇ ਕਿ ਜਿੱਦਾਂ ਜਲ ਦੇ ਵਿੱਚ ਜਲ ਰਲ ਜਾਂਦਾ ਹੈ, ਤੁਸੀਂ ਕੋਈ ਮਸ਼ੀਨ ਦੁਨੀਆ ਦੀ ਲੈ ਆਓ, ਉਹਨੂੰ ਕਹੋ ਕਿ ਜਿਹੜਾ ਜਲ ਵਿੱਚ ਪਾਇਆ ਮੈਨੂੰ ਵੱਖ-ਵੱਖ ਕਰ ਦੇ, ਨਹੀਂ ਹੋਵੇਗਾ, ਕਿਉਂਕਿ ਮਿਲ ਗਿਆ। ਫਿਰ ਕਹਿੰਦੇ ਕਿ ਐਸਾ ਹੀ ਮੈਂ ਜੁਲਾਹਾ ਜਿਹੜਾ ਹੈਗਾ, ਮੈਂ ਪ੍ਰਮਾਤਮਾ ਨੇ ਇੱਕ ਹੋ ਗਿਆ। ਹੁਣ ਇਹ ਚੀਜ਼ ਨੂੰ ਆਪ ਸਮਝੋ, ਜਿੰਨਾ ਚਿਰ ਤੱਕ ਵਿਚਾਰ ਨੇ ਉਹਨਾਂ ਚਿਰ ਤੱਕ ਤੁਹਾਡਾ ਚਿੱਤ ਮਲੀਨ ਆ। ਆਖਰ ਦੇ ਵਿੱਚ ਚਿੱਤ ਜਿਹੜਾ ਨਿਰਬੀਜ ਹੋ ਜਾਣਾ, ਉਹ 'ਚ ਬੀਜ ਨਹੀਂ ਰਹਿ ਜਾਣਾ ਕੋਈ, ਕਿਉਂਕਿ ਜਦੋਂ ਬੀਜ ਖਤਮ ਹੋ ਗਏ ਨਾ ਤੇ ਫਿਰ ਵਿਚਾਰ ਵੀ ਖਤਮ ਹੋ ਜਾਣੇ। ਦੇਖੋ ਇੱਕ ਰੁੱਖ ਹੈ ਨਾ, ਰੁੱਖ ਦੀਆਂ ਡਾਹਣੀਆਂ ਵੱਢੀ ਜਾਓ ਤੇ ਰੁੱਖ ਨਹੀਂ ਜੋ ਖਤਮ ਹੋਇਆ। ਰੁੱਖ ਉਦੋਂ ਖਤਮ ਹੋਊਗਾ ਜਦੋਂ ਤੁਸੀਂ ਨਿਰਬੀਜ ਸਮਾਧੀ 'ਚ ਪ੍ਰਵੇਸ਼ ਕੀਤਾ। ਨਿਰਬੀਜ ਸਮਾਧੀ ਦਾ ਮਤਲਬ ਆ ਹੁਣ ਤੁਹਾਡੇ ਅੰਦਰ ਜਿਹੜਾ ਚਿੱਤ ਆ, ਚਿੱਤ ਰੂਪੀ ਰੁੱਖ ਨੂੰ ਜਿਹੜੀਆਂ ਡਾਹਣੀਆਂ ਲੱਗੀਆਂ ਸੀ ਨਾ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਰਾਗ ਤੇ ਦਵੈਸ਼, ਇਹਨਾਂ ਨੂੰ ਫਲ ਨਹੀਂ ਲੱਗਣਾ ਮੁੜ ਕੇ, ਖਤਮ, ਸਟਾਪ। ਵਿਚਾਰ ਮਰ ਗਏ ਤੇ ਸਭ ਕੁਝ ਖਤਮ ਹੋ ਗਿਆ। ਵੈਸੇ ਪਹਿਲਾਂ ਵੀ ਇੱਕ ਤੋਕ ਮੰਗਦੀ ਸੀ ਨਾ ਗੁਰਮੀਤ, ਵਿਚਾਰ ਮਰੇ ਨਿੱਜਰ ਸਾਹਿਬ, ਉਹ ਹੈਗੀ ਸੀ ਨਾ ਤੋਕ, ਯਾਦ ਹੋਣੀ ਚਾਹੀਦੀ। ਉਲਟੀ ਜੂਨ ਨਾ ਆਏ, ਵਿਚਾਰ ਮਰੇ, ਏਦਾਂ ਦੀ ਤੋਕ ਹੈਗੀ। ਉਲਟ ਜੋਨ ਨਾ ਆਏ, ਉਲਟ ਜੋਨ ਨਾ ਆਏ, ਇਸ ਤਰ੍ਹਾਂ ਹੈਗਾ। ਹਾਂ, ਵਿਚਾਰ ਮਰੇ, ਉਹ ਦੇਖਿਆ ਮੈਂ ਪਾ ਦਾਂਗਾ ਗਰੁੱਪ 'ਚ, ਉਹ ਗੁਰਮੀਤ ਕੋ ਵੀ ਹੋਣੀ ਤੋਕ। ਵਿਚਾਰ ਮਾਰੇ ਤਰੇ ਤਾਰੇ, ਉਲਟ ਜੋਨ ਨਾ ਆਵੇ। ਹਾਂ, ਵਿਚਾਰ ਮਰੇ ਤਰੇ ਤੇ ਤਾਰੇ। ਹਾਂ, ਆਪ ਵੀ ਤਰਦਾ ਤੇ ਫਿਰ ਦੂਜਿਆਂ ਨੂੰ ਵੀ ਤਾਰਦਾ, ਕਿਉਂਕਿ ਉਹਨੇ ਮਾਰ ਲਏ ਨੇ। ਹੁਣ ਕਬੀਰ ਜੀ ਦੀ ਉਹੀ ਗੱਲ ਕਰਦੇ ਆ ਕਿ ਇਹ ਗੱਲ ਨੂੰ ਸਮਝਣ ਦੇ ਲਈ ਤੁਹਾਡੇ ਕੋਲ ਗਿਆਨ ਚਾਹੀਦਾ ਵਾ ਕਿ ਜਿਹਨੇ ਵਿਚਾਰ ਮਾਰ ਲਿਆ ਉਹ ਤੇ ਬ੍ਰਹਮਲੀਨ ਹੋ ਗਿਆ। ਬਿਲਕੁਲ। ਤੇ ਇੱਥੇ ਤੁਹਾਨੂੰ ਕਹੀ ਜਾਂਦੇ ਕਿ ਫਲਾਨਾ ਬਾਬਾ ਤੁਹਾਨੂੰ ਪਤਾ ਨਹੀਂ ਕਿੱਥੇ ਲੈ ਜਾਊਗਾ। ਉਹ ਮੈਂ ਕਿਹਾ ਕਿੱਥੇ ਲੈ ਜਾਊ ਭਰਾਵਾ, ਸਾਨੂੰ ਮਾਫ਼ ਕਰੋ ਲੋਕਾਂ ਨੂੰ, ਆਪ ਜਸਟ ਦੇਖੋ। ਕਹਿੰਦੇ ਕਿ ਅੰਨਾ ਬੰਦਾ ਇਹ ਦੂਜੇ ਅੰਨੇ ਨੂੰ ਠੇਲੀ ਜਾ ਰਿਹਾ, ਉਹਨੂੰ ਰਾਹ ਦਿਖਾਈ ਜਾ ਰਿਹਾ। ਜਿਹੜਾ ਬੰਦਾ ਆਪ ਮਾਇਆ 'ਚ ਫਸਿਆ, ਦੱਸੋ ਤੁਹਾਨੂੰ ਕਿੱਥੋਂ ਮੁਕਤ ਕਰੂਗਾ? ਕਰ ਸਕਦਾ? ਨਹੀਂ ਕਰ ਸਕਦਾ। ਭਾਵੇਂ ਕੋਈ ਵੀ ਆ, ਲੱਖ ਕੀ ਅਰਬਾਂ ਬਾਣੀ 'ਚ ਲਿਖਿਆ ਹੈ, ਭਾਵੇਂ ਸਾਰੀ ਧਰਤੀ ਤੇਰੀ ਪੂਜਾ ਕਰੀ ਜਾਵੇ, ਤੇ ਜੇ ਤੇਰੇ ਮਨ 'ਚ ਪ੍ਰਮਾਤਮਾ ਹੀ ਨਹੀਂ ਵਸਿਆ ਤੇ ਸਮਝ ਲੈ ਕਿ ਤੂੰ ਬਲੈਕ ਐਂਡ ਵਾਈਟ ਆ। ਕੋਈ ਕੀਮਤ ਨਹੀਂ ਆ ਪ੍ਰਮਾਤਮਾ ਦੇ ਦਰ ਤੇ। ਤੂੰ ਇਹ ਨਾ ਸੋਚ ਕਿ ਤੇਰੇ ਪਿੱਛੇ 10-20 ਲੱਖ ਕਰੋੜ 2-4 ਕਰੋੜ ਲੋਕ ਤੁਰੇ ਫਿਰਦੇ ਤੇ ਤੂੰ ਬੜਾ ਵੱਡਾ ਸੰਤ ਹੋ ਗਿਆ। ਨਹੀਂ ਆ, ਤੂੰ ਝੂਠਾ ਹੈ, ਤੂੰ ਡੰਮੀ ਆ। ਪ੍ਰਕਿਰਤੀ ਦੇ ਸਾਹਮਣੇ ਤੂੰ ਤੈਨੂੰ ਜੋ ਤੂੰ ਦਿਖਾ ਰਿਹਾ ਨਾ ਨਾਟਕ ਕਰਕੇ, ਠੀਕ ਹੈ, ਲੋਕਾਂ ਨੂੰ ਭਰਮਾ ਸਕਦਾ ਹੈ, ਪਰ ਪ੍ਰਕਿਰਤੀ ਨੂੰ ਪਤਾ ਹੈ ਤੂੰ ਤੇ ਪਖੰਡੀ ਹੈ, ਕਿਉਂਕਿ ਤੇਰੇ ਕੋਲ ਚੀਜ਼ ਹੀ ਨਹੀਂ ਪੈਦਾ ਹੋਈ। ਤੂੰ ਜਾਂ ਤੇ ਤੂੰ ਤਤਲੀਨ ਹੋਵੇਂ ਤੇ ਫਿਰ ਤੈਨੂੰ ਇਹ ਨਾਟਕ ਕਰਨ ਦੀ ਲੋੜ ਨਹੀਂ, ਪਰ ਤੂੰ ਨਾਟਕ ਕਰ ਰਿਹਾ।
ਤੋ ਇੱਥੇ ਇਹ ਚੀਜ਼ ਨੂੰ ਆਪਾਂ ਅੰਡਰਸਟੈਂਡ ਕਰੀਏ ਕਿਤੇ ਜਦੋਂ ਜਲ 'ਚ ਜਲ ਰਲ ਗਿਆ ਨਾ, ਇਹ ਆਖਰੀ ਅਵਸਥਾ ਦੀ ਗੱਲ ਕਰਦੇ ਨੇ। ਉਸੇ ਹੀ ਤਰ੍ਹਾਂ ਕਬੀਰ ਜੀ ਕਹਿੰਦੇ ਇੱਕਮਿਕ ਹੋ ਗਏ ਬ੍ਰਹਮ ਦੇ ਵਿੱਚ, ਕਿਉਂਕਿ ਚਿੱਤ ਹੀ ਨਹੀਂ ਹੈਗਾ, ਵਿਚਾਰ ਨਹੀਂ ਹੈਗੇ, ਮਨ ਨਹੀਂ ਹੈਗਾ, ਤਰੰਗ ਕੋਈ ਨਹੀਂ ਹੈਗਾ, ਤੇ ਫਿਰ ਕੀ ਹੈ? ਫਿਰ ਤੇ ਬ੍ਰਹਮ ਹੀ ਹੈ। ਕਿਉਂਕਿ ਜਦੋਂ ਤੁਸੀਂ ਨਿਰਵਿਚਾਰ ਹੋਗੇ ਤੇ ਬ੍ਰਹਮ ਹੀ ਹੋਗੇ। ਬਾਣੀ ਕਹਿ ਰਹੀ ਹੈ ਜਬ ਹਮ ਹੋਤੇ ਤਬ ਤੁਮ ਨਹੀਂ, ਅਬ ਤੁਮ ਹੋ ਤਾਂ ਹਮ ਨਹੀਂ। ਮੇਰਾ ਹੋਣਾ ਹੀ ਵਿਚਾਰ ਆ, ਮੇਰਾ ਜਦੋਂ ਨਹੀਂ ਹੁੰਦਾ, ਮੈਂ ਵਿਚਾਰ ਨਹੀਂ ਹੁੰਦੇ, ਉਦੋਂ ਬ੍ਰਹਮ ਹੀ ਹੁੰਦਾ। ਉਹ ਤੇ ਕਹਿ ਰਹੇ ਨੇ ਤੁਹਾਨੂੰ, ਸਹੀ ਹੈ ਨਾ ਜੀ ਸਾਹਿਬ? ਬਿਲਕੁਲ ਸਹੀ ਹੈ ਜੀ। ਦੇਖੋ ਆਪ ਚੀਜ਼ ਨੂੰ ਅੰਡਰਸਟੈਂਡ ਕਰੋ। ਆਪਾਂ ਇਹ ਬਾਣੀ ਨੂੰ ਜਿਵੇਂ ਜਿਵੇਂ ਪੜ੍ਹਦੇ ਆ ਨਾ, ਬਾਣੀ ਜਿਹੜੀ ਹੈ ਨਾ, ਬਾਣੀ ਆਪਣੇ ਜਿਹੜਾ ਮੇਨ ਹੈ ਨਾ, ਉਹਨੂੰ ਜਿਹੜਾ ਸਬਜੈਕਟ ਹੈ ਉਹਨੂੰ ਨਹੀਂ ਛੱਡਦੀ। ਆਪ ਸਾਰਾ ਗੁਰੂ ਗ੍ਰੰਥ ਸਾਹਿਬ ਪੜ੍ਹ ਕੇ ਦੇਖ ਲਓ, ਆਪ ਦੁਨੀਆ ਦਾ ਕੋਈ ਵੀ ਗ੍ਰੰਥ ਪੜ੍ਹ ਕੇ ਦੇਖ ਲਓ, ਜਿਹੜੇ ਮਰਜੀ ਸੰਤ ਕੋ ਜਾ ਕੇ ਦੇਖ ਲਓ, ਕੇਵਲ ਇੱਕ ਪੁਆਇੰਟ ਦੀ ਗੱਲ ਹੈਗੀ ਆ, ਵਿਚਾਰਾਂ ਤੋਂ ਮੁਕਤ ਹੋਣਾ। ਇਸ ਗੱਲ ਨੂੰ ਛੱਡ ਕੇ ਜੇ ਕੋਈ ਇੱਧਰ ਉੱਧਰ ਦੀਆਂ ਗੱਪਾਂ ਮਾਰ ਰਿਹਾ, ਉਹ ਸਭ ਝੂਠ ਹੈ। ਜੇ ਕੋਈ ਬੰਦੇ ਦੇ ਪੱਲੇ ਹੈਗਾ ਤੇ ਉਹਨੂੰ ਇਹੋ ਹੀ ਆ ਕਿ ਦੱਸ ਬਈ ਵਿਧੀ ਦਾਦੇ ਸਾਨੂੰ ਵਿਚਾਰ ਕਿੱਦਾਂ ਖਤਮ ਕਰਨੇ ਨੇ। ਜੇ ਤੂੰ ਸੱਚੀ ਇਸ ਚੀਜ਼ ਨੂੰ ਜਾਣਦਾ ਤੇ ਉਹ ਵਿਚਾਰਾ ਕਿੱਥੋਂ ਦੱਸੂ? ਉਹਦੇ ਪੱਲੇ ਕੁਛ ਨਹੀਂ। ਬਾਣੀ ਵਿੱਚ ਆਪ ਇੱਕ ਇੱਕ ਤੁਕ ਪੜ੍ਹ ਕੇ ਦੇਖ ਲਓ, ਬਾਣੀ ਦੇ ਵਿੱਚ ਕੇਵਲ ਨਿਰਵਿਚਾਰ ਤੱਕ ਪਹੁੰਚਣ ਤੱਕ ਹੀ ਆ। ਉਸ ਤੋਂ ਅੱਗੇ ਜਿਹੜਾ ਪਿਉਰੀਫਿਕੇਸ਼ਨ ਹੋਣਾ ਹੈ, ਜਿਹੜਾ ਮੇਰਾ ਅੰਤਰਾਕਰਣ ਆ, ਔਰ ਉਹਦੀ ਸ਼ੁੱਧੀ ਜਿਹੜੀ ਹੋਣੀ ਆ, ਕਾਰਨ ਸਰੀਰ ਦੀ ਮੈਂ ਗੱਲ ਕਰਦਾ। ਨਿਰਵਿਚਾਰ ਹੋਣਾ ਇੱਕ ਅਲੱਗ ਚੀਜ਼ ਆ। ਨਿਰਵਿਚਾਰ ਹੋਣਾ ਕੇਵਲ ਸਾਡੀ ਕਲਾਸ ਦੇ ਵਿੱਚ ਬੈਠਣ ਦੀ ਸਮਰੱਥਾ ਹੈ। ਬਿਲਕੁਲ ਅਸੀਂ ਸਹੀ ਪ੍ਰਮਾਤਮਾ ਦੇ, ਠੀਕ ਹੈ ਨਾ ਜੀ ਸਾਹਿਬ? ਹਾਂ ਬਿਲਕੁਲ ਸਹੀ ਹੈ ਜੀ, ਬਿਲਕੁਲ ਸਹੀ ਹੈ। ਹਾਂ ਦੇਖੋ, ਇਸ ਚੀਜ਼ ਨੂੰ ਆਪ ਅੰਡਰਸਟੈਂਡ ਕਰੋ। ਇਹ ਕਿਉਂਕਿ ਬੜਾ ਡੀਪ ਟੌਪਿਕ ਆ। ਜੇ ਕੋਈ ਸਾਧਕ ਆ, ਹੁਣ ਤੁਹਾਨੂੰ ਮੈਂ ਬਾਰ-ਬਾਰ ਇਹੋ ਕਹਿੰਦਾ ਕਿ ਇਸ ਜਿਹੜੀਆਂ ਮੈਂ ਗੱਲਾਂ ਕਹਿੰਦਾ ਵਾਂ, ਜਾਂ ਨਿੱਜਰ ਸਾਹਿਬ ਗੱਲਾਂ ਕਹਿੰਦੇ ਨੇ, ਜਾਂ ਬਾਣੀ ਗੱਲ ਕਹਿ ਰਹੀ ਆ, ਉਹਨੂੰ ਸਮਝਣ ਦੇ ਲਈ ਤੁਹਾਡੇ ਕੋਲ ਗਿਆਨ ਚਾਹੀਦਾ। ਗਿਆਨ ਦਾ ਭਾਵ ਤੁਹਾਨੂੰ ਨਹੀਂ, ਸਾਧਕ ਚਾਹੀਦੀ। ਤੁਹਾਨੂੰ ਤੁਸੀਂ ਸਾਧਕ ਹੋ, ਸਾਧਨਾ ਕਰੋ, ਤਾਂ ਹੀ ਗੱਲਾਂ ਸਾਡੀਆਂ ਤੁਹਾਡੇ ਪੱਲੇ ਪੈਣੀਆਂ ਨੇ। ਜੇ ਤੁਸੀਂ ਸੋਚੋ ਨਾ ਕਿ ਆਮ ਸਧਾਰਨ ਬੰਦੇ ਨੂੰ ਇਹ ਕਥਾ ਸੁਣਾ ਦੋਗੇ, ਉਹਨੂੰ ਕੁਛ ਵੀ ਨਹੀਂ ਪਤਾ ਲੱਗਣਾ। ਨਹੀਂ ਪਤਾ ਲੱਗ ਜਾਣਾ ਗੁਰਕੀ ਸਾਹਿਬ, ਉਹਨੂੰ ਨੁਕਸ ਬਹੁਤ ਪਤਾ ਲੱਗ ਜਾਣੇ। ਹਾਂ, ਉਹ ਦੂਜੇ ਲੈਵਲ ਦੀ, ਕਿਉਂਕਿ ਬੁੱਧੀ ਨਾਲ ਸੋਚਣਾ, ਕਿਉਂਕਿ ਉਹ ਸਾਧਕ ਨਹੀਂ ਹੈਗਾ। ਉਹਨੇ ਜੋ ਲੋਕਾਂ ਨੇ ਸੁਣਾਇਆ ਹੈ, ਉਹਨੇ ਉਹਦੇ ਨਾਲ ਗੱਲਾਂ ਮਿਲਾ ਕੇ ਵੇਖਣੀਆਂ। ਉਹਨੇ ਵੇਖਣਾ ਬਈ ਇੱਥੇ ਵੇਖ, ਓਏ ਇੱਥੇ ਤੇ ਲਾਲ ਲਿਖਿਆ, ਇੱਥੇ ਹਰਿਆ ਲਿਖਿਆ, ਇਹ ਚਰਨਜੀਤ ਸਿੰਘ ਤੇ ਨੀਲਾ ਤੇ ਪੀਲੇ ਦੀ ਗੱਲ ਕਰਦੇ ਆ, ਤੇ ਨਿੱਜਰ ਸਾਹਿਬ ਵੀ ਆ ਪਤਾ ਨਹੀਂ ਹੋਰ ਹੀ ਰੰਗ ਲਏ, ਗੁਲਾਬੀ ਰੰਗ ਲਏ ਆ। ਇਹ ਗੱਲ ਮੈਚ ਨਹੀਂ ਕਰ ਰਹੀ। ਕਿਉਂਕਿ ਸਾਡੀ ਜਿਹੜੀ ਆ, ਸਾਡੀ ਤਾਲ ਜਿਹੜੀ ਆ, ਉਹ ਵੱਖਰੀ ਤਾਲ ਆ, ਉਹ ਨਹੀਂ ਰਲਣੀ ਦੂਜਿਆਂ ਨਾਲ। ਉਹਦਾ ਕਾਰਨ ਕੀ ਆ? ਉਹਦਾ ਕਾਰਨ ਤੁਹਾਨੂੰ ਪਤਾ ਹੀ। ਇੱਥੇ ਆਪਾਂ ਚੀਜ਼ ਨੂੰ ਅੰਡਰਸਟੈਂਡ ਕਰੀਏ, ਠੀਕ ਆ? ਆਪਾਂ ਫਿਰ ਕਥਾ ਤੇ ਵਾਪਸ ਆਉਂਦੇ ਆ। ਕਹਿੰਦੇ ਜਲ ਦੇ ਵਿੱਚ ਜਲ ਮਿਲ ਗਿਆ, ਤੇ ਫਿਰ ਕਹਿੰਦੇ ਕਿ ਜੁਲਾਹਾ ਜਿਹੜਾ ਬ੍ਰਹਮ ਦੇ ਵਿੱਚ ਲੀਨ ਹੋ ਗਿਆ। ਹਮ ਨਹੀਂ ਹੈਗੇ ਤਬ ਤੁਮ ਹੀ ਰਹਿ ਗਏ, ਤੇ ਫਿਰ ਪ੍ਰਮਾਤਮਾ ਹੀ ਹੈ। ਇਹ ਧਰਤੀ ਜਦੋਂ ਖਤਮ ਹੋ ਜਾਏਗੀ, ਕਿੱਥੇ ਜਾਏਗੀ? ਬ੍ਰਹਮ ਲੀਨ ਹੋ ਜਾਏਗੀ। ਤੇ ਅਸੀਂ ਕੀ ਕੀਤਾ? ਕਬੀਰ ਜੀ ਕਹਿ ਰਹੇ ਨੇ ਕਿ ਜਿਸ ਮਰਨੀ ਸੇ ਜਗ ਡਰੇ ਮੇਰੇ ਮਨ ਆਨੰਦ, ਕੋਈ ਮਰਨੇ ਸੇ ਵੀ ਪਾਈਏ ਤੇ ਪੂਰਨ ਪਰਮਾਨੰਦ। ਕਿ ਮੇਰੇ ਮਰਨ ਦੀ ਗੱਲ ਨਾ ਕਰੋ, ਉਹ ਮੈਂ ਆਲਰੇਡੀ ਉਹ ਚੀਜ਼ਾਂ ਮਾਰ ਦਿੱਤੀਆਂ ਨੇ ਆਪਣੇ ਅੰਦਰੋਂ। ਮੈਂ ਤੇ ਬ੍ਰਹਮਲੀਨ ਹੋ ਕੇ ਬੈਠਾ। ਕਾਮ ਕ੍ਰੋਧ ਮੈਂ ਜਿਉਂਦੇ ਜੀ ਹੀ ਮਾਰ ਦਿੱਤਾ ਹੈ। ਹੁਣ ਮੇਰੇ ਚਿੱਤ 'ਚ ਕੋਈ ਤਰੰਗ ਨਹੀਂ ਪੈਦਾ ਹੁੰਦੀ, ਕਿਉਂਕਿ ਪ੍ਰਕਿਰਤੀ ਨੂੰ ਮੈਂ ਜਿੱਤ ਲਿਆ ਵਾ, ਮਨ ਨੂੰ ਵੀ ਜਿੱਤ ਲਿਆ। ਮਨ ਨੂੰ ਜਿੱਤ ਲਿਆ ਤੇ ਪ੍ਰਕਿਰਤੀ ਜਿੱਤੀ ਗਈ ਆ। ਮਨ ਨੂੰ ਜਿੱਤਣਾ ਕੀ ਹੈ? ਆਪਣੇ ਵਿਚਾਰਾਂ ਨੂੰ ਜਿੱਤਣਾ ਹੈ। ਵਿਚਾਰਾਂ ਨੂੰ ਜਿੱਤਣ ਦੇ ਲਈ ਵੀ ਤਾਂ ਸ਼ਕਤੀ ਚਾਹੀਦੀ ਹੈ ਨਾ, ਐਵੇਂ ਥੋੜੀ ਬੰਦ ਹੁੰਦੇ। ਉਹਦੇ ਲਈ ਬੰਦਗੀ ਕਰਨੀ ਪੈਂਦੀ ਆ, ਘਾਲਣਾ। ਬਾਣੀ ਫੇਰ ਕਹਿੰਦੀ ਆ, ਜਿੰਨੀ ਨਾਮ ਤੇ ਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ। ਕੇਵਲ ਉਹੀ ਮੁਖ ਉਜਲੇ ਹੋਣਗੇ ਕਿ ਕੀਤੀ ਛੁੱਟੀ ਨਾਲ। ਬਾਣੀ ਨੂੰ ਆਪ ਸਮਝੋ, ਤੇ ਬਾਣੀ ਇੱਕ ਇੱਕ ਲਾਈਨ ਦੇ ਵਿੱਚ ਗੱਲ ਕਲੀਅਰ, ਬਿਲਕੁਲ ਕਲੀਅਰ। ਉਹ ਸਾਨੂੰ ਟੂਲ ਦਿੰਦੇ ਨੇ, ਬਈ ਆਹ ਫਾਰਮੂਲਾ ਲਾ ਦੋ ਤੇ ਗੇਮ ਸਿੱਧੀ ਕਰ ਲਓ। ਫਾਰਮੂਲੇ ਦਿੰਦੇ ਨੇ ਸਿੱਧੇ ਟੋਟ ਕੇ, ਕਿਸੇ ਵੀ ਚੀਜ਼ ਨੂੰ ਬਣਾਉਣ ਦਾ ਫਾਰਮੂਲਾ ਹੈ। ਬ੍ਰਹਮ ਗਿਆਨ ਪ੍ਰਾਪਤ ਕਰਨ ਦਾ ਵੀ ਫਾਰਮੂਲਾ ਹੈ। ਉਹ ਕਹਿੰਦੇ ਨੇ ਕਿ ਮੈਂ ਜਦੋਂ ਉਸ ਅਵਸਥਾ 'ਚ ਪ੍ਰਵੇਸ਼ ਕੀਤਾ ਤੇ ਮੈਂ ਬ੍ਰਹਮਲੀਨ ਹੋ ਗਿਆ। ਜਿੱਦਾਂ ਪਾਣੀ ਦੇ ਵਿੱਚ ਪਾਣੀ ਰਲ ਜਾਂਦਾ ਹੈ, ਉਸੇ ਤਰ੍ਹਾਂ ਮੇਰੀ ਅਵਸਥਾ ਬਣ ਗਈ ਹੈ। ਪਰ ਇਸ ਗੱਲ ਨੂੰ ਸਮਝਣ ਦੇ ਲਈ ਵੀ ਬੰਦਾ ਵਿਵੇਕੀ ਚਾਹੀਦਾ ਹੈ, ਗਿਆਨੀ ਚਾਹੀਦਾ ਹੈ, ਜਿਹੜਾ ਇਸ ਅਵਸਥਾ ਨੂੰ ਜਾਣੇ। ਜਿਸ ਸਧਾਰਨ ਬੰਦੇ ਨਾਲ ਮੈਂ ਗੱਲ ਕਰੂੰਗਾ, ਉਹਨੇ ਕਹਿਣਾ ਮੂਰਤੀ ਦੀ ਪੂਜਾ,
ਪਾਠ ਪੂਜਾ, ਉਹਨੇ ਉਹ ਚੀਜ਼ਾਂ ਕਰਨੀਆਂ ਨੇ ਜਿਹੜੇ ਕਰਮ ਕਾਂਡ ਨੇ, ਪਰ ਉਹਨੂੰ ਵਿਚਾਰੇ ਨੂੰ ਪਤਾ ਹੀ ਨਹੀਂ ਇਹ ਚੀਜ਼ ਕਿ ਕਬੀਰ ਜੀ ਕਿਹਦੇ ਨਾਲ ਮਿਲੀ ਜਾਣਦੇ ਆ, ਕਿਹੜਾ ਬ੍ਰਹਮ। ਉਹ ਤੇ ਇੰਨੀ 7ਵੇਂ ਅਸਮਾਨ 'ਚ ਬੈਠਾ ਹੈ ਪਰਮਾਤਮਾ, ਇਹ ਕਹਿੰਦੇ ਇੱਥੇ ਮੈਂ ਮਿਲ ਗਿਆ। ਇਹ ਕਿੱਦਾਂ ਪੋਸੀਬਲ ਹੈ? ਕਿਉਂਕਿ ਉਹਦੀ ਜਿੰਨੀ ਵੀ ਗੱਲਬਾਤ ਹੈ ਨਾ, ਉਹਦੀ ਉਲਟਿਆ ਗੱਲ ਹੈ। ਠੀਕ ਹੈ ਨਿੱਜਾ ਸਾਹਿਬ, ਅਗਲੀ ਤੁਕ ਬੋਲੋ। ਹਾਂਜੀ, ਨਾਲੇ ਇੱਕ ਨਾ ਗੋਰਖ ਸਾਹਿਬ ਜਿਹੜੀ ਗੱਲ ਹੈਗੀ ਹੈ, ਵਿਚਾਰ ਮਾਰੇ ਤਰੇ ਤਾਰੇ ਉਲਟ ਜੋ ਨਾ ਆਵੇ, ਤੇ ਦੇਖੋ ਕੈਸੀ ਮੈਚਿੰਗ ਹੋ ਰਹੀ ਹੈ ਕਿ ਧਨਾਸੀ ਰਾਗ ਤੇ ਅਸੀਂ 692 ਅੰਗ ਦੇ ਗਿਆਨ ਲੈ ਰਹੇ ਹਾਂ, ਔਰ 688 ਅੰਗ 87 ਅੰਗ ਦੇ ਉੱਤੇ ਇਹ ਗੁਰੂ ਨਾਨਕ ਸਾਹਿਬ ਦੀ ਜਿਹੜੀ ਪਹਿਲੀ ਪਾਤਸ਼ਾਹੀ ਦੀ ਜਿਹੜੀ ਹੈਗੀ ਬਾਣੀ ਹੈਗੀ, ਉਹਦੇ ਵਿੱਚ ਹੈਗਾ ਤੀਰਥ ਨਾਵਣ ਜਾਓ ਤੀਰਥ ਨਾਮ ਹੈ। ਇਹਦੇ ਵਿੱਚ ਜਿਹੜਾ ਹੈਗਾ ਵਿਚਾਰ ਮਾਰੇ ਵਾਲੀ ਗੱਲ ਆ। ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ, ਇਹਦੇ ਵਿੱਚ ਆਉਂਦਾ ਹੈ ਵਿਚਾਰ ਮਾਰੇ ਤਰੇ ਤਾਰੇ ਉਲਟ ਜੋਨ ਨਾ ਆਵੇ। 4 ਅੰਕ ਪਹਿਲਾਂ ਇਹ ਗੱਲ ਗੁਰੂ ਨਾਨਕ ਸਾਹਿਬ ਨੇ ਜਿਹੜੀ ਹੈਗੀ ਆ ਦਿੱਤੀ ਹੈ ਭਾਈ। ਆਪ ਜਸਟ ਸੋਚੋ ਕਿ ਗੁਰੂ ਨਾਨਕ ਪਾਤਸ਼ਾਹ ਵੀ ਉਸੇ ਗੱਲ ਨੂੰ ਕਰ ਰਹੇ ਨੇ, ਕਬੀਰ ਸਾਹਿਬ ਵੀ ਉਸੇ ਗੱਲ ਨੂੰ ਲੈ ਕੇ ਆ ਰਹੇ ਨੇ। ਆਪ ਕਿਸੇ ਵੀ ਬਾਣੀ ਨੂੰ ਪੜ੍ਹੋ। ਉਹ ਪਤਾ ਨਹੀਂ ਕਿਹੜਾ ਵੀਰ ਜੀ ਮੈਨੂੰ 2 ਦਿਨ ਪਹਿਲਾਂ ਗੱਲ ਕੀਤੀ, ਉਹ ਕਹਿੰਦੇ ਕਿ ਵੀਰ ਜੀ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਲਿਖਿਆ ਕਿ ਬ੍ਰਹਮ ਲੀਨ ਹੋ ਜਾਂਦਾ ਬੰਦਾ ਜਦੋਂ ਵਿਚਾਰ ਖਤਮ ਹੋ ਜਾਂਦੇ। ਮੈਂ ਭਾਈ ਪਹਿਲਾਂ ਤੁਸੀਂ ਕਥਾ ਤੇ ਸੁਣੋ। ਮੈਨੂੰ ਤਾਂ ਲੱਗਦਾ ਕਥਾ ਹੀ ਨਹੀਂ ਤੁਸੀਂ ਸੁਣਦੇ। ਜੇ ਕਦੇ ਸੁਣਦੇ ਤੇ ਜਿਹੜਾ ਸਵਾਲ ਤੁਸੀਂ ਕੀਤਾ ਬੜਾ ਛੋਟਾ ਜਿਹਾ ਸਵਾਲ ਕਰ ਲਿਆ ਤੁਸੀਂ। ਮੈਂ ਬਾਣੀ ਇਸ ਅਵਸਥਾ ਤੋਂ ਬਿਨਾਂ ਹਿੱਲ ਨਹੀਂ ਸਕਦੀ। ਬਿਲਕੁਲ, ਆਪ ਸਮਝ ਲਓ ਕਿ ਇਹ ਵਿਚਾਰਾਂ ਨੂੰ ਕੱਢ ਲਓ ਨਾ ਵਿੱਚੋਂ ਬਾਣੀ ਚੋਂ, ਤੇ ਬਾਕੀ ਤੇ ਬ੍ਰਹਮ ਗਿਆਨ ਫਿਰ ਕਿੱਥੋਂ ਆਊਗਾ? ਉਹ ਗਿਆਨ ਤੇ ਉਹਦੇ ਨਾਲ ਹੀ ਚੱਲਣਾ। ਨਿੱਜਾ ਸਾਹਿਬ, ਕਿਉਂਕਿ ਮੇਨ ਹੀ ਤੇ ਕੱਢ ਲਿਆ ਵਿੱਚੋਂ, ਚਿੱਤ ਕੱਢ ਲਿਆ, ਮਨ ਕੱਢ ਲਿਆ, ਤੇ ਉਹ ਕੰਮ ਕਰਦੇ ਨੇ ਸਾਰੇ ਵਿਚਾਰਾਂ ਦੇ ਨਾਲ। ਤੁਸੀਂ ਵਿਚਾਰ ਦੀ ਲਾਈਨ ਕੱਢ ਲਓ ਤੇ ਬਾਕੀ ਫਿਰ ਕੀ ਗਿਆਨ ਕਰਾਉਣਾ ਕਿਸੇ ਨੂੰ? ਬਾਕੀ ਦੇ ਕਰਮ ਕਾਂਡ ਤੇ ਚੱਲ ਨਹੀਂ ਦਿਆ, ਫਿਰ ਤਾਂ ਸਾਰੀ ਦੁਨੀਆ ਲੱਗੀ ਫਿਰੇ। ਉਹ ਕਹਿੰਦੇ ਰਾਮ ਰਾਮ ਕਰਤਾ ਸਭ ਜੱਗ ਫਿਰੇ, ਰਾਮ ਨਾ ਪਾਇਆ ਜਾਏ। ਉਸ ਵਿਧੀ ਨਾਲ ਤੇ ਸਾਰੀ ਦੁਨੀਆ ਟੱਕਰੀ ਪਈ ਆ, ਪਰ ਕਹਿੰਦੇ ਰਾਮ ਨਹੀਂ ਮਿਲਣਾ। ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਆ ਵਿਚਾਰ ਮਾਰੇ ਤਰੇ ਤੇ ਤਾਰੇ। ਪਹਿਲਾਂ ਕਹਿੰਦੇ ਆਪ ਵਿਚਾਰ ਮਾਰਦਾ, ਫਿਰ ਆਪ ਤੈਰਨਾ ਸਿੱਖਦਾ। ਹੁਣ ਮੈਂ ਤੁਹਾਨੂੰ ਤੈਰਨਾ ਸਿਖਾਉਣਾ ਚਾਹੁੰਦਾ, ਤੇ ਮੈਨੂੰ ਤੁਸੀਂ ਕਹੋਗੇ ਚਰਨਜੀਤ ਤੈਨੂੰ ਤੈਰਨਾ ਆਉਂਦਾ ਹੀ ਪਾਣੀ 'ਚ? ਮੈਂ ਕਿਹਾ ਮੈਨੂੰ ਨਹੀਂ ਆਉਂਦਾ। ਤੇ ਕਹਿੰਦੇ ਭਰਾਵਾ ਪਹਿਲਾਂ ਤੂੰ ਸਿੱਖ ਲਾ, ਸਾਨੂੰ ਵੀ ਤੈਰਨਾ ਸਿਖਾ ਦੇ। ਕਹਿੰਦੇ ਪਾਸੇ ਹੋ ਜਾ ਫਿਰ। ਐਵੇਂ ਸਾਨੂੰ ਨਹਿਰ ਦੇ ਵਿੱਚ ਲੈ ਜੇ, ਮੁੜ ਕੇ ਆਪ ਵੀ ਡੁੱਬੇ, ਦੇ ਨਾਲ ਸਾਨੂੰ ਵੀ ਡੋਬਦੇ। ਪਰ ਲੋਕ ਏਦਾਂ ਕਰਦੇ ਆ, ਆਪ ਡੁੱਬ ਰਹੇ ਨੇ ਪਰ ਦੂਜਿਆਂ ਨੂੰ ਕਹਿੰਦੇ ਸਾਨੂੰ ਤੈਰਨਾ ਆਉਂਦਾ। ਉਹ ਵਿਚਾਰੇ ਉਹਨਾਂ ਤੇ ਵਿਸ਼ਵਾਸ ਕਰਦੇ ਕਰਦੇ ਉਹ ਡੂੰਘੇ ਪਾਣੀ 'ਚ ਚੱਲ ਜਾਂਦੇ ਆ, ਫਿਰ ਵਾਪਸ ਨਹੀਂ ਆਉਣ ਜੋਗੇ, ਕੋਈ ਬੜੀ ਦੂਰ ਲੈ ਜਾਂਦੇ ਨੇ ਉਹਨਾਂ ਨੂੰ। ਉਹ ਤੇ ਆਪ ਡੁੱਬ ਰਹੇ ਆ। ਤੁਸੀਂ ਵੇਖਿਆ ਨੀ ਇੱਕ ਬੰਦਾ ਨਸ਼ਾ ਕਰਦਾ, ਉਹਦਾ ਦਿਲ ਕਰਦਾ ਕਿ ਮੈਂ ਕੱਲਾ ਨਾ ਮਰਾਂ, ਉਹ ਪਿੰਡ 'ਚ ਹੋਰ ਮੁੰਡੇ ਲੱਭਦਾ, ਆਪਣੇ ਕੋਲੋਂ ਪੈਸੇ ਵੀ ਦਊਗਾ, ਫਿਰ ਉਹਨੂੰ ਇੱਕ ਚੰਗਾ ਫੀਲਿੰਗ ਲੱਗਦੀ ਆ ਕਿ ਮੈਂ ਕੱਲਾ ਨਹੀਂ ਨਸ਼ਾ ਕਰਨ ਦਿਆ। ਆਹ ਵੇਖ ਨਾ ਫਲਾਨਾ 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 ਸਾਰੇ ਕਰਨ ਦੇ ਆ, ਉਹਨੂੰ ਇੱਕ ਸਕੂਨ ਮਿਲਦਾ। ਸੋ ਕਹਿਣ ਤੋਂ ਭਾਵ ਇਹ ਇੱਕ ਕਿਸਮ ਦੀ ਮਾਨਸਿਕ ਕਮਜ਼ੋਰੀ ਹੈ। ਆਪਾਂ ਹੁਣ ਕਰਦੇ ਹਾਂ ਅਗਲੀ ਤੁਕ ਬੋਲੋ ਨਿੱਜਾ ਸਾਹਿਬ। ਹਰ ਕੇ ਲੋਗਾ ਮੈਂ ਤੋਂ ਮਤ ਕਾ ਭੋਰਾ। ਕਹਿੰਦੇ ਤੁਸੀਂ ਜਿਹੜੇ ਹੈਗੇ ਪਰਮਾਤਮਾ ਦੇ ਲੋਕ ਹੈਗੇ ਹੋ, ਤੁਹਾਨੂੰ ਜਿਹੜਾ ਹੈਗਾ ਬ੍ਰਹਮ ਗਿਆਨ ਹੈਗਾ। ਤਾਂ ਮੇਰੇ ਕੋਲ ਤਾਂ ਮੱਤ ਬਹੁਤ ਥੋੜ੍ਹੀ ਜਿਹੀ ਮੱਤ ਹੈਗੀ ਭਾਈ। ਮੈਂ ਤਾਂ ਜਿਹੜਾ ਜੁਲਾਹਾ ਹੈਗਾ ਆ, ਜਿਹੜਾ ਹੈਗਾ ਮੇਰੀ ਮੱਤ ਤਾਂ ਬਹੁਤ ਥੋੜ੍ਹੀ ਹੈਗੀ। ਤਾਂ ਇੱਕ ਗੱਲ ਮੈਨੂੰ ਦੱਸ ਦਿਓ, ਜੋ ਤਨ ਕਾਂਸੀ ਤਜਸ ਕਬੀਰਾ ਰਮਈਏ ਕਹਾਂ ਨਹੀਂ ਹੋ ਰਾ। ਜੇ ਮੈਂ ਕਾਂਸ਼ੀ ਦੇ ਵਿੱਚ ਆਪਣਾ ਸਰੀਰ ਜਿਹੜਾ ਤਿਆਗ ਦਊਂਗਾ, ਤੇ ਤੁਸੀਂ ਕਹਿਣਾ ਹੈ ਕਿ ਇਹ ਤਾਂ ਜੀ ਕਾਂਸ਼ੀ ਦੇ ਵਿੱਚ ਸਰੀਰ ਤਿਆਗਿਆ, ਇਹ ਤਾਂ ਜਿਹੜਾ ਮੁਕਤ ਹੋ ਗਿਆ। ਕਹਿੰਦੇ ਮੈਂ ਤਾਂ ਫਿਰ ਰਮਈਏ ਦੀ ਕੀ ਲੋੜ ਹੈ ਪਈ? ਪਰਮਾਤਮਾ ਦਾ ਕੀ ਰੋਲ ਹੋ ਗਿਆ ਇਹਦੇ ਵਿੱਚ? ਕਹਿੰਦੇ ਮੈਂ ਨਹੀਂ ਕਾਂਸ਼ੀ ਦੇ ਵਿੱਚ ਸਰੀਰ ਤਿਆਗਣਾ ਰਹਾਓ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਸਾਧ ਸੰਗਤ ਜੀ। ਇੱਥੇ ਇੱਕ ਚੀਜ਼ ਆਪਾਂ ਹੋਰ ਵਿਚਾਰ ਕਰੀਏ। ਅਸਕਰ ਕਾਂਸੀ ਜਿਹੜਾ ਸ਼ਹਿਰ ਆ, ਉਹਨੂੰ ਵਸੇ ਨੂੰ ਕਿੰਨੇ ਸਾਲ ਹੋ ਗਏ ਹੋਣਗੇ? 2000, 3000, 4000। ਇਹ ਧਰਤੀ ਤੇ ਅਰਬਾਂ ਖਰਬਾਂ ਸਾਲ ਪੁਰਾਣੀ ਹੈ। ਤੇ ਪਹਿਲਾਂ ਫਿਰ ਲੋਕ ਕਿੱਦਾਂ ਮੁਕਤ ਹੁੰਦੇ? ਆਪ ਜਸਟ ਸੋਚੋ। ਪਰ ਲੋਕਾਂ ਨੇ ਏਦਾਂ ਭਰਮ ਲਾ ਦਿੱਤਾ। ਹੁਣ ਜਿੱਦਾਂ ਆਈਫੋਨ ਹੈ, ਉਹ ਦਿਮਾਗ 'ਚ ਪਾ ਦਿੱਤਾ ਲੋਕਾਂ ਦੇ ਆਈਫੋਨ। ਹੋਰ ਸਟੇਟਸ ਦੀ ਗੱਲ ਹੈ ਜੀ, ਆਮ ਬੰਦਾ ਨਹੀਂ ਰੱਖਦਾ। ਇਸ ਕਰਕੇ ਜੇ ਕੋਈ ਹੈਗਾ ਉਹ ਬੰਦਾ ਐ ਧੌਣ ਜੀ ਆਕੜ ਜਾਂਦੀ ਉਹਦੀ ਕਿ ਹਾਂ ਜੀ ਮੇਰੇ ਕੋ, ਉਹਨੂੰ ਕਹਿੰਦੇ ਸੁਪੀਰੀਅਰ ਕੰਪਲੈਕਸ ਹੈ। ਘੜੀ ਆ, ਇੱਕ ਘੜੀ ਰੋਲੈਕਸ ਬਣਾਤੀ ਹੈ, ਬਸ ਇਹ ਰੋਲੈਕਸ ਘੜੀ ਆ। ਹੁਣ ਵੇਖੋ ਹੈ ਤੇ ਸੋਨਾ ਵਾ, ਸੋਨੇ ਤੋਂ ਕੋਈ ਪ੍ਰਾਪਤ ਹੁੰਦਾ ਵਾ? ਦੱਸੋ ਮੈਨੂੰ ਕੀ ਹੈ? ਹੈ ਤੇ ਲੋਹਾ ਹੀ ਹੈ, ਮੈਟਲ ਆ, ਬਸ ਇਹ ਥੋੜਾ ਵਾ। ਇਹ ਜੀ ਇਹ ਬਹੁਤ ਕੀਮਤੀ ਹੈ ਜੀ।
ਬਸ ਇਹਦੀ ਕੀਮਤ ਹੈ, ਕਿਉਂਕਿ ਥੋੜਾ ਹੈਗਾ। ਕੱਚ ਹੀਰਾ ਕੀ ਹੈ? ਕੱਚ ਹੀ ਹੈ। ਉਹ ਚ ਕੁਛ ਲੱਭਣਾ, ਉਹ ਚ ਰੋਟੀ ਥੋੜੀ ਬਣ ਜਾਣੀ ਉਹਨੇ। ਪਰ ਬਸ ਇਨਸਾਨ ਕੀ ਕਰਦਾ ਹੈ, ਜਿਹੜੀ ਚੀਜ਼ ਥੋੜੀ ਆ ਉਹਦੀ ਕੀਮਤ ਵਧਾ ਦਿੰਦਾ। ਜਿੱਦਾਂ ਪਿੱਤਲ ਆ, ਤਾਂਬਾ ਵਾ, ਉਹ ਵੀ ਘੱਟ ਨੇ, ਫਿਰ ਉਹਨਾਂ ਦੀ ਕੀਮਤ ਲੋਹੇ ਤੋਂ ਵੀ ਜ਼ਿਆਦਾ ਹੈ। ਤੋਂ ਕਹਿਣ ਤੋਂ ਭਾਵ ਆ ਇਹ ਸੁਪੀਰੀਅਰ ਕੰਪਲੈਕਸ ਪਾ ਦਿੰਦੇ ਬੰਦੇ ਦੇ ਵਿੱਚ, ਤੇ ਕੀ ਕਹਿ ਦਿੰਦੇ ਆ ਕਿ ਤੁਸੀਂ ਆਮ ਨਹੀਂ ਹੈਗੇ, ਤੁਸੀਂ ਸਪੈਸ਼ਲ ਹੈਗੇ ਜੋ। ਵੇਖਿਆ ਨਹੀਂ ਆਮ ਸਿਟੀ ਦੇ ਵਿੱਚ ਕਲੱਬ ਬਣਾ ਦੇਣਗੇ, ਰੋਟਰੀ ਕਲੱਬ, ਲਾਇਨ ਕਲੱਬ, ਉੱਥੇ ਕੀ ਆਮ ਬੰਦਾ ਮੈਂਬਰਸ਼ਿਪ ਨਹੀਂ ਲੈ ਸਕਦਾ, 5-7 ਲੱਖ ਦੀ ਮੈਂਬਰਸ਼ਿਪ ਰੱਖ ਦੇਣਗੇ। ਤੋ ਬੰਦੇ ਦੀ ਹੰਕਾਰ ਦੀ ਪੂਰਤੀ ਕਰਦੇ ਆ। ਫਿਰ ਉੱਥੇ ਬੰਦਾ ਬੜਾ ਪ੍ਰਾਊਡ ਫੀਲ ਕਰਕੇ ਜਾਂਦਾ ਬਈ ਉਹ ਵੀ ਫਲਾਣੇ ਕਲੱਬ ਦੀ, ਗੋਲਫ ਕਲੱਬ ਦੀ ਮੇਰੇ ਕੋਲ ਮੈਂਬਰਸ਼ਿਪ। ਕਹਿਣ ਤੋਂ ਭਾਵ ਆ ਕਿ ਮੈਂ ਅਮੀਰ ਆਦਮੀ ਹਾਂ। ਬੰਦਾ ਏਦਾਂ ਹੀ ਕਰਦਾ, ਮਟੀਰੀਅਲ ਦੇ ਨਾਲ ਆਪਣੀ ਆਪ ਨੂੰ ਪ੍ਰੂਵ ਕਰਦਾ। ਇੱਥੇ ਵੀ ਆਪ ਚੀਜ਼ ਨੂੰ ਸਮਝੋ। ਉਹ ਕਹਿ ਰਹੇ ਨੇ ਕਿ ਤੁਸੀਂ ਕਹਿੰਦੇ ਕਾਸ਼ੀ ਦੇ ਵਿੱਚ ਜਾ ਕੇ ਬੰਦਾ ਸਿੱਧਾ ਸਵਰਗ ਚ ਪਹੁੰਚ ਜਾਂਦਾ ਹੈ, ਤੇ ਫਿਰ ਤੇ ਕਹਿੰਦੇ ਫਿਰ ਮੇਰੀ ਭਗਤੀ ਦਾ ਕੀ ਕੰਮ ਫਾਇਦਾ ਹੋਇਆ ਹੈ? ਔਰ ਜਿਹੜਾ ਤੁਸੀਂ ਲੋਕਾਂ ਨੂੰ ਵਹਿਮਾਂ ਚ ਪਾਇਆ, ਭਰਮਾਂ ਚ ਪਾਇਆ, ਆਪ ਸੰਗਤ ਚ ਸੋਚੋ। ਤੁਸੀਂ ਹੁਣ ਹੱਸੀ ਜਾਣਾ ਹੈ, ਸੱਚੀ ਏਦਾਂ ਪੋਸੀਬਲ ਨਹੀਂ ਹੈਗਾ। ਪਰ ਕਾਸ਼ੀ ਚ ਜਾ ਕੇ ਵੇਖੋ ਕਿੰਨੇ ਲੋਕ ਬੁੱਢੇ ਇੱਥੇ ਬੈਠੇ ਨੇ, ਕੇਵਲ ਮੌਤ ਦਾ ਇੰਤਜ਼ਾਰ ਕਰ ਰਹੇ ਨੇ। ਕਿਉਂ? ਸਵਰਗ ਚਾਹੀਦਾ ਉਹਨਾਂ ਨੂੰ। ਤੁਸੀਂ ਹੱਸੀ ਜਾਣਾ ਵਾ। ਇਟ ਇਜ਼ ਨਾਟ ਪੋਸੀਬਲ, ਬਟ ਇਟ ਇਜ਼ ਦ ਪੀਪਲ ਬਿਲੀਵਿੰਗ। ਲੋਕ ਵਿਸ਼ਵਾਸ ਕਰਦੇ ਨੇ। ਉਹਨਾਂ ਦੀਆਂ ਐਨਕਾਂ ਲਾਈਆਂ ਨੇ ਅੱਖਾਂ ਦੇ, ਉਹਨਾਂ ਨੇ। ਉਹ ਲੋਕ ਬਸ ਉਹ ਚੀਜ਼ ਨੂੰ ਜੋ ਦਿਖਾਉਂਦੇ ਨੇ, ਜੋ ਦਿਖਾਤਾ ਹੈ, ਜੋ ਪ੍ਰਚਾਰ ਕਰਦਾ ਹੈ, ਲੋਕੀ ਬਿਲੀਵ ਕਰਦੇ ਨੇ। ਕਹਿੰਦੇ ਸੀ ਹਿਟਲਰ ਪਤਾ ਕੀ ਕਹਿੰਦਾ ਹੈ? ਕਹਿੰਦਾ ਇੱਕ ਝੂਠ ਨੂੰ ਜਦੋਂ ਬਾਰ-ਬਾਰ ਬੋਲਿਆ ਜਾਂਦਾ ਹੈ, ਲੋਕ ਉਹਨੂੰ ਸੱਚ ਸਮਝ ਲਈ। ਆਪ ਜਸਟ ਸੋਚੋ, ਇੱਕ ਝੂਠ ਨੂੰ ਜਦੋਂ ਰਿਪੀਟ ਕੀਤਾ ਜਾਂਦਾ ਬਾਰ-ਬਾਰ, ਇਸੇ ਹੀ ਤਰ੍ਹਾਂ ਇਹ ਜਿਹੜੇ ਲੋਕ ਜਿਹੜੇ ਆਪਣੇ ਆਪ ਨੂੰ ਸੰਤ ਕਹਿੰਦੇ ਨੇ ਜਾਂ ਕੁਝ ਵੀ ਕਹਿੰਦੇ ਨੇ, ਇਹ ਕੁਛ ਗੱਲਾਂ ਨੇ, ਉਹਨਾਂ ਨੂੰ ਰਿਪੀਟ ਕਰਦੇ ਨੇ। ਇਹਨਾਂ ਦੀਆਂ ਕਿਤਾਬਾਂ ਪੜ੍ਹੋ, 4-4, 5-5, 7-7 ਲਾਈਨਾਂ ਤੋਂ ਬਾਅਦ ਇੱਕੋ ਗੱਲ ਘੁਮਾ ਕੇ ਤੁਸੀਂ ਗੁਰੂ ਕੋਲ ਜਾਓ, ਗੁਰੂ ਦੇ ਚਰਨ ਚ ਪੈ ਜਾਓ, ਗੁਰੂ ਤੁਹਾਡੇ ਦੇ ਮੋਹਰ ਲਾ ਦੇਗਾ, ਤੁਸੀਂ ਮੁਕਤ ਹੋ ਜਾਓ। ਇਹ ਵੀ ਤੇ ਕਾਂਸੀ ਵਾਲੀ ਗੱਲ ਹੋ ਰਹੀ ਹੈ। ਅੱਛਾ ਦੇਖੋ, ਕਬੀਰ ਜੀ ਦੀ ਬਾਣੀ ਇਸਤੇਮਾਲ ਕਰਦੇ ਨੇ ਲੋਕ, ਕਰੋੜਾਂ, ਇਹ ਨਹੀਂ 1-2 ਕਰੋੜਾਂ ਨੇ। ਪਰ ਕਬੀਰ ਜੀ ਦੀ ਆਪ ਬਾਣੀ ਪੜ੍ਹ ਰਹੇ ਜੋ ਇੱਕਦਮ। ਹੁਣ ਤੇ ਨਿੱਜਰ ਸਾਹਿਬ ਨੇ ਹੋਰ ਵਧੀਆ ਕਰਤਾ ਕਿ ਸਕਰੀਨ ਦੇ ਵਿੱਚ ਜਿਹੜੀ ਬਾਣੀ ਵੀ ਨਾਲ ਚੱਲੂਗੀ, ਨਾਲ ਕਥਾ ਚੱਲੂਗੀ। ਕਬੀਰ ਜੀ ਨੇ ਇੱਕ ਵੀ ਲਾਈਨ ਬੋਲੀ ਆ ਕਿ ਮੈਨੂੰ ਕਿਸੇ ਬਾਬੇ ਨੇ ਸਿੱਧਾ ਮਿਲਾ ਦਿੱਤਾ, ਮੈਨੂੰ ਕੋਈ ਭਗਤੀ ਨਹੀਂ ਕਰਨੀ ਪਈ, ਮੈਨੂੰ ਕੋਈ ਬੰਦਗੀ ਨਹੀਂ ਕਰਨੀ ਪਈ, ਜਾਂ ਏਦਾਂ ਦੀ ਗੱਲ ਕੀਤੀ ਹੈ, ਜਾਂ ਮੈਂ ਲੋਕਾਂ ਨੂੰ ਡਾਇਰੈਕਟ ਮਿਲਾਤਾ। ਕੋਈ ਏਦਾਂ ਮੈਂ ਉਹਦੇ ਬਾਬੇ ਕੋਲ ਨਾਮਦਾਨ ਲੈ ਆ ਤੇ ਗੱਲ ਖਤਮ ਹੋ ਗਈ। ਪਰ ਨਹੀਂ, ਪਰ ਇਹਨਾਂ ਨੂੰ ਵੇਖੋ, ਇਹ ਲੋਕ ਏਦਾਂ ਪ੍ਰਚਾਰ ਕਰਦੇ, ਬਿਲਕੁਲ ਉਲਟਾ। ਔਰ ਕਿੰਨੇ ਲੋਕਾਂ ਨੂੰ ਭਰਮਾਤਾ ਹੈ। ਆਪ ਜਸਟ ਸੋਚੋ, ਇੱਕ ਬੱਕਰੀ ਜਦੋਂ ਖੂਹ ਚ ਡਿੱਗਦੀ ਹੈ ਨਾ, ਜਾਂ ਅੱਗੇ ਚੱਲਦੀ ਹੈ, ਜਿਹੜੀ ਪਹਿਲੀ ਬੱਕਰੀ ਹੁੰਦੀ ਹੈ, ਭੇਡਾਂ ਚ ਲਾ ਲਓ। ਪਹਿਲੀ ਭੇਡ ਜਿਹੜੀ ਆ ਨਾ, ਉਹ ਜਦੋਂ ਚੱਲਦੀ ਹੈ ਨਾ, ਦੂਜੀਆਂ ਭੇਡਾਂ ਕੇਵਲ ਉਹਨੂੰ ਫੋਲੋ ਅਪ ਕਰਦੀਆਂ ਵਾ। ਉਹਨਾਂ ਦੇ ਅੰਦਰ ਵਿਵੇਕ ਨਹੀਂ ਹੁੰਦਾ। ਨਹੀਂ ਯਕੀਨ ਆਉਂਦਾ, ਆਪ ਕਿਸੇ ਭੇਡਾਂ ਦੇ ਝੁੰਡ 'ਚ ਜਾ ਕੇ ਵੇਖ ਲਓ, ਅਗਲੀ ਭੇਡ ਜਿੱਧਰ ਤੁਰੀ ਜਾਊਗੀਆਂ, ਦੂਜੀਆਂ ਸਾਰੀਆਂ ਉਹਦੇ ਮਗਰ ਤੁਰੀਆਂ ਜਾਣਗੀਆਂ। ਉਹ ਕਿਤੇ ਵੀ ਉਹ ਝੁੰਡ ਤੋਂ ਅਲੱਗ ਨਹੀਂ ਹੁੰਦੀਆਂ। ਜੇ ਅਲੱਗ ਹੋਣ ਦੀ ਕੋਸ਼ਿਸ਼ ਵੀ ਕਰਨਗੀਆਂ ਨਾ, ਦੂਜੀਆਂ ਭੇਡਾਂ ਨੇ ਉਹਨੂੰ ਕਹਿਣਾ ਹੈ ਕਿ ਤੂੰ ਅੰਦਰ ਆ ਜਾ। ਮੈਂ ਆਤਮ ਗਿਆਨ ਕਿਤਾਬ 'ਚ ਕਹਾਣੀ ਵੀ ਲਿਖੀ ਹੈ। ਪ੍ਰਚਾਰ ਦੇ ਨਾਲ ਏਦਾਂ ਕਰਦੇ ਨੇ ਲੋਕ। ਉਹ ਤੁਹਾਡੇ ਅੰਦਰ ਹੀ ਐਸੀ ਚੀਜ਼ ਪੈਦਾ ਕਰ ਦਿੰਦੇ ਨੇ। ਕੁਝ ਵੇਖਿਓ, ਤੁਹਾਡੇ 'ਚ ਕੋਈ ਬੰਦਾ ਕੋਈ ਨਾਮਦਾਨ ਲੈ ਕੇ ਆਇਆ ਨਾ, ਉਹਨੂੰ ਪੁੱਛੋ, ਉਹ 2-4 ਦਿਨ ਨਾ ਵੀ ਜਾਊਗਾ, ਉਹਨੂੰ ਫੋਨ ਕਰਨਗੇ ਬਈ ਤੂੰ ਕਿਉਂ ਨਹੀਂ ਹੁੰਦਾ ਬੱਸ ਤੇ? ਉੱਥੇ ਸੇਵਾ ਕਰੀਏ, ਬਿਸਕੁਟ ਬਣਾਈਏ, ਟੈਲਾਂ ਬਣਾਈਆਂ ਬਾਬੇ ਦੇ ਲਈ। ਫਿਰ ਉਹ ਬਿਸਕੁਟ ਕਿੱਥੇ ਜਾਣਗੇ? ਉਹ ਬਾਬਾ ਜੀ ਉੱਥੇ ਉਹ ਫੈਕਟਰੀ ਲੱਗੀ ਆ, ਬਿਸਕੁਟ ਵੇਚਾਂਗੇ ਆਪਾਂ, ਉਹ ਬਾਬਾ ਜੀ ਵੇਚਣਗੇ। ਤੇ ਦੇਖੋ ਕੀ ਹੈ ਉਹ ਸਾਡੇ ਧਰਮ 'ਚ। ਤੇ ਵੇਖੋ ਉੱਥੇ ਤੇ ਕੋਈ ਲਿਖਿਆ ਨਹੀਂ ਏਦਾਂ ਦਾ ਕੰਮ। ਪਰ ਆਮ ਤੌਰ ਤੇ ਇੱਥੇ ਜਿਹੜੇ ਆਪਣੇ ਸਿੱਖ ਧਰਮ ਨੂੰ ਛੱਡ ਕੇ ਹੋਰ ਜਿੰਨੇ ਵੀ ਧਰਮ ਆ, ਉਹਨਾਂ ਦੀਆਂ ਫੈਕਟਰੀਆਂ ਵੇਖੋ ਜਾ ਪਿਆ, ਅਰਬਾਂ ਖਰਬਾਂ ਦੀਆਂ ਫੈਕਟਰੀਆਂ। ਨਿੱਜਰ ਸਾਹਿਬ, ਕੋਈ ਕੱਪੜੇ ਦੀ ਮਿੱਲ ਆ, ਕੋਈ ਕਿਸਮ ਦੀ ਮਿੱਲ ਆ। ਦੇ ਆਰ ਡੂਇੰਗ ਬਿਜ਼ਨਸ। ਪੈਸਾ, ਜਿਹੜਾ ਬੰਦਾ ਖੁਦ ਪੈਸੇ 'ਚ ਵੜਿਆ, ਤੁਹਾਨੂੰ ਕਿੱਥੋਂ ਮੁਕਤ ਕਰ ਦੂ? 65,000 ਕਰੋੜ ਰੁਪਇਆ ਇੱਕ ਬਾਬੇ ਦੇ ਨਾਂ ਤੇ ਹੋਊਗਾ। ਉਹ ਕਿੱਥੋਂ ਆਇਆ ਪੈਸਾ ਰੁਕੋ? ਪਰ ਸੰਗਤ ਵੇਖ ਲਓ, ਉੱਥੇ ਤੁਰੀ ਜਾਂਦੀ ਹੈ। ਉਹ ਕੋ ਪੁੱਛੂਗੀ, ਆ ਰਾਮ ਰਹੀਮ ਜੇਲ੍ਹ ਦੇ ਅੰਦਰ ਬੈਠਾ ਹੈ, ਆਸਾ ਰਾਮ ਅੰਦਰ ਜੇਲ੍ਹ ਦੇ ਬੈਠਾ ਹੈ, ਰਾਮਪਾਲ ਜੇਲ੍ਹ ਦੇ ਅੰਦਰ ਬੈਠਾ ਹੈ। ਇੱਕ ਹੋਰ ਜਿਹੜਾ ਤਮਿਲਨਾਡੂ ਦਾ ਪਤਾ ਨਹੀਂ ਕੀ ਨਾਮ ਆ, ਨਿਤਿਆਨੰਦ, ਉਹ ਦੇਸ਼ ਛੱਡ ਕੇ ਭੱਜ ਗਿਆ।
ਤੇ ਉਹਦੇ ਜਿਹੜੇ ਚੇਲੇ ਨੇ ਉਹ ਬਲੀਵ ਕਰਦੇ ਨੇ ਉਹ ਠੱਗ ਨੇ? ਨਹੀਂ, ਉਹ ਕਹਿੰਦੇ ਸਾਡਾ ਸੰਤ ਤੇ ਸਾਡੇ ਲਈ ਕੁਰਬਾਨੀ ਦੇ ਰਿਹਾ। ਆਪ ਜਸਟ ਸੋਚੋ, ਉਹ ਲੋਕ ਨਹੀਂ ਮੰਨਦੇ ਕਿਉਂਕਿ ਬੜੇ ਦੂਰ ਆ ਚੁੱਕੇ ਨੇ। ਉਹ ਹੁਣ ਉੱਥੋਂ ਵਾਪਸ ਜਾਣਾ ਬੜਾ ਔਖਾ। ਇਸ ਕਰਕੇ ਬਾਣੀ ਸਾਨੂੰ ਵਾਰਨਿੰਗ ਕਰਦੀ ਹੈ, ਹਮੇਸ਼ਾ ਹੀ ਸਮਝਾਉਂਦੀ ਆ ਕਿ ਨਹੀਂ, ਗਲਤੀ ਨਾ ਕਰਿਓ, ਕਿਉਂਕਿ ਇੱਥੇ ਮਾਰਕ ਬਹੁਤ ਬੇਖਮ ਆ, ਤੁਸੀਂ ਭਟਕ ਜਾਣਾ। ਇਸੇ ਕਰਕੇ ਸਾਨੂੰ ਲਿਖ ਕੇ ਦੇ ਕੇ ਗਏ ਨੇ। ਹੁਣ ਉਹ ਕਹਿੰਦੇ ਨੇ ਕਿ ਜੇ ਤੇ ਕਾਸ਼ੀ ਦੇ ਵਿੱਚ ਮਰਨ ਦੇ ਨਾਲ ਮਸਲਾ ਹੱਲ ਹੋ ਜਾਂਦਾ ਤੇ ਫਿਰ ਮੈਂ ਜਿਹੜੀ ਭਗਤੀ ਕੀਤੀ ਸੀ ਉਹ ਪ੍ਰਮਾਤਮਾ ਦੀ ਮੈਂ ਜੋ ਕੀਤੀ ਆ, ਤੇ ਫਿਰ ਤੇ ਮੈਂ ਇੱਥੇ ਰਹਿ ਜਾਂਦਾ, ਤੇ ਫਿਰ ਮੈਨੂੰ ਕੀ ਲੋੜ ਵੀ ਬੰਦਗੀ ਕਰਨ ਦੀ। ਇੱਥੇ ਕਾਸ਼ੀ ਚ ਮਰਨ ਤੋਂ ਬਾਅਦ ਮੈਂ ਸਿੱਧਾ ਸਵਰਗ ਜਾਂਦਾ, ਮੈਂ ਕੀ ਸਾਰੇ ਤੁਰੇ ਜਾਂਦੇ? ਕੀ ਤੁਹਾਡੀ ਕਾਸ਼ੀ ਦੇ ਵਿੱਚ ਮਰਨ ਦੇ ਨਾਲ ਹੀ ਬੰਦਾ ਸਵਰਗ ਚੱਲ ਜੂਗਾ, ਤੇ ਮਗਰ ਤੇ ਮਰਨ ਦੇ ਨਾਲ ਬੰਦਾ ਖੋਤੇ ਦੀ ਜੂਨੇ ਪੈ ਜੂਗਾ? ਕੀ ਲੋਕਾਂ ਨੂੰ ਬੇਵਕੂਫ ਬਣਾਉਂਦੇ? ਆਪਾਂ ਜਸਟ ਸੋਚੋ, ਧਰਤੀ ਦੇ ਖੋਤੇ ਕਿੰਨੇ ਕੁ ਹੋਣਗੇ ਨਿੱਜਰ ਸਾਹਿਬ? ਬਿਲਕੁਲ ਗਿਣ ਲਈਏ? ਆਪ ਮੈਨੂੰ ਇੱਕ ਦਿਨ ਦੇ ਦਿਓ, ਮੈਂ ਸਾਰੇ ਅੰਮ੍ਰਿਤਸਰ ਦੇ ਸ਼ਾਮ ਤੱਕ ਖੋਤੇ ਗਿਣ ਲਾਂਗਾ। ਤੇ ਜਿਹੜੇ ਇੰਨੇ ਬੰਦੇ ਮਰਦੇ ਫਿਰ ਉਹ ਕਿੱਥੇ, ਕਿੰਨੇ ਖੋਤੇ, ਉਹ ਕਿੱਧਰ ਗਏ? ਆਪ ਜਸਟ ਇਹਨਾਂ ਕੋਲ ਸਵਾਲ ਕਰੋ, ਪਰ ਕੋਈ ਪੁੱਛੂਗਾ ਨਾ, ਇਹਨਾਂ ਦੱਸਣਾ। ਉਹ ਕਹਿੰਦੇ ਖੋਤੇ ਕਿੱਥੇ? ਖੋਤੇ ਤਾਂ ਹੈਗਾ ਹੀ ਨਹੀਂ ਆ। ਸਭ ਕਲਪਨਾ, ਗੱਪਾਂ ਤੇ ਲੋਕੀ ਵਿਸ਼ਵਾਸ ਕਰਦੇ। ਠੀਕ ਹੈ ਜੀ, ਅਗਲੀ ਤੁਕ ਬੋਲੋ ਨਿੱਜਰ ਸਾਹਿਬ। ਕਹਿਤ ਕਬੀਰ ਸੁਨੋ ਰੇ ਲੋਈ, ਭਰਮ ਨਾ ਭੂਲੋ ਕੋਈ। ਕਹਿੰਦੇ ਭਾਈ ਲੋਕੋ ਗੱਲ ਸੁਣ ਲਓ, ਭਰਮ ਦੇ ਵਿੱਚ ਨਾ ਭੁੱਲੋ। ਕਬੀਰ ਜੀ ਕਹਿੰਦੇ ਆ, ਕਹਿਤ ਕਬੀਰ ਸੁਣੋ, ਮੇਰੀ ਗੱਲ ਨੂੰ ਸੁਣ ਲਓ, ਮੇਰੀ ਗੱਲ ਨੂੰ ਵਿਚਾਰ ਲਓ। ਭਾਵੇਂ ਜਿੱਥੇ ਮਰਜੀ ਖਰਾ ਸੋਨਾ ਹੈ ਪਰਖ ਕੇ, ਜਿੱਥੇ ਮਰਜੀ ਰਗੜ ਕੇ ਦੇਖ ਲਓ। ਕਹਿਤ ਕਬੀਰ ਸੁਣੋ ਰੇ ਲੋਈ, ਲੋਈ ਮਤਲਬ ਲੁਕਾਈ, ਲੋਈ ਮਤਲਬ ਉਹਨਾਂ ਦੀ ਘਰ ਵਾਲੀ ਨਹੀਂ। ਕਹਿਤ ਕਬੀਰ ਸੁਣੋ ਰੇ ਲੋਈ, ਭਰਮ ਨਾ ਭੁੱਲੋ ਕੋਈ। ਕਿਆ ਕਾਂਸੀ ਕਿਆ ਉਖਰ ਮਗਹਰ, ਰਾਮ ਹ੍ਰਿਦੈ ਜੋ ਹੋਈ। ਕਹਿੰਦੇ ਕੀ ਕਾਂਸੀ ਆ ਤੇ ਕੀ ਜਿਹੜਾ ਹੈਗਾ ਕਲਰੀ, ਜਿਹੜਾ ਹੈਗਾ ਮਗਹਰ ਹੈਗਾ। ਕਹਿੰਦੇ ਆ ਜਿੱਥੇ ਮਰਜੀ ਪ੍ਰਾਣ ਤਿਆਗ ਦੇ ਪਿਆਰਿਆ, ਜੇ ਤੇਰੇ ਅੰਦਰ ਪਰਮੇਸ਼ਰ ਦਾ ਨਾਮ ਹੈਗਾ ਤੇ ਤੈਨੂੰ ਕੋਈ ਜਿਹੜਾ ਮੁਕਤ ਹੋਣੋਂ ਰੋਕ ਨਹੀਂ ਸਕਦਾ। ਹਾਂਜੀ ਵੀਰ ਜੀ। ਹਾਂਜੀ, ਬਿਲਕੁਲ ਪੁਆਇੰਟ ਦੀ ਗੱਲ ਕਰਦੇ ਨੇ। ਉਹ ਕਹਿੰਦੇ ਨੇ ਕਿ ਜਿਹੜੇ ਬੰਦੇ ਦੇ ਅੰਦਰ ਨਾਮ ਪ੍ਰਗਟ ਆ ਨਾ, ਉਹਦੇ ਲਈ ਨਰਕ ਤੇ ਸਵਰਗ ਕੋਈ ਫਰਕ ਨਹੀਂ ਆ। ਉਹ ਜਿੱਥੇ ਰਹਿੰਦਾ ਉਹੀ ਸਵਰਗ ਆ। ਤੇ ਜਿਹਦੇ ਨਾਮ ਨਹੀਂ ਪ੍ਰਗਟ, ਉਹਦੇ ਲਈ ਸਵਰਗ ਵੀ ਨਰਕ ਆ। ਬਿਲਕੁਲ, ਜੋ ਸਵਰਗ ਪਾਉਣਾ ਉਹ ਤਾਂ ਜਿਉਂਦੇ ਜੀ ਪਾਉਣਾ ਹੈ। ਜਦ ਤੱਕ ਸਰੀਰ ਹੈਗਾ ਤਦ ਤੱਕ ਚਾਂਸ ਹੈਗਾ ਭਾਈ। ਮਰਨ ਤੋਂ ਬਾਅਦ ਕਿਹਨੇ ਦੇਖਿਆ ਕਾਹਦਾ ਸਵਰਗ? ਆੜੀ ਬਾਣੀ ਜਿੰਨੀ ਵਿਚਾਰਨ ਹੋਈ ਆ ਕੇਵਲ ਉਹਨਾਂ ਨੇ ਕੀਤੀ ਹੈ ਜਿਨ੍ਹਾਂ ਨੇ ਜੀਵਨ ਨੂੰ ਹੰਡਾਇਆ। ਔਰ ਤੁਸੀਂ ਵੀ ਉਹ ਚੀਜ਼ ਨੂੰ ਜਾਣਦੇ ਜੋ, ਉਹ ਸਮਝਦੇ ਵੀ ਜੋ। ਇੱਥੇ ਅਗਿਆਨ ਤੇ ਵਹਿਮ ਵਾਸਤੇ ਕੋਈ ਜਗ੍ਹਾ ਨਹੀਂ ਆ, ਭਰਮ ਵਾਸਤੇ ਕੋਈ ਜਗ੍ਹਾ ਨਹੀਂ ਆ। ਉਹ ਕਹਿੰਦੇ ਨਹੀਂ, ਵਹਿਮਾਂ ਭਰਮਾਂ ਚ ਨਹੀਂ ਜੋ ਪੈਣਾ, ਕੇਵਲ ਗੱਪਾਂ ਕਲਪਨਾਵਾਂ ਤੋਂ ਆਪਣੇ ਆਪ ਨੂੰ ਦੂਰ ਰੱਖਣਾ। ਉਦਣ ਵੀ ਕਿਹਾ, ਆਪ ਜਸਟ ਸੋਚੋ ਕੀ ਕਹਿ ਰਹੇ ਨੇ। ਕਹਿੰਦੇ ਜਿੰਨਾ ਗ੍ਰੰਥ ਲਿਖੇ ਵਿਆਸ ਜੀ, ਵੱਡੇ ਵੱਡੇ ਸੰਤ, ਸਾਰਿਆਂ ਦੇ ਨਾਲ ਲੈ ਆਉਣਾ। ਫਿਰ ਉਹਨਾਂ ਨੇ ਕੀਤਾ ਕਿ ਕੋਈ ਪਰਮਾਤਮਾ ਦੇ ਬਾਰੇ ਦੱਸ ਸਕਦਾ? ਨਹੀਂ ਦੱਸਿਆ ਜਾ। ਭਾਵੇਂ ਤੂੰ ਜਿੰਨਾ ਮਰਜ਼ੀ ਲਿਖ ਲੈ, ਪਰਮਾਤਮਾ ਦੇ ਬਾਰੇ ਦੱਸਣਾ ਤੇ ਬੜੀ ਵੱਡੀ ਗੱਲ ਆ। ਤੁਸੀਂ ਛੋਟੀ ਜਿਹੀ ਚੀਜ਼ ਬਾਰੇ ਨਹੀਂ ਦੱਸ ਸਕਦੇ। ਕੇਵਲ ਸਾਡੀ ਬੁੱਧੀ ਦੀ ਇੱਕ ਲਿਮਟ ਆ। ਅਸੀਂ ਇਹ ਨਾ ਸੋਚੀਏ ਕੋਈ ਚੀਜ਼ ਦਾ ਐਂਡ ਆ, ਐਂਡ ਨਹੀਂ ਹੈਗਾ। ਕੇਵਲ ਸਾਡੀ ਬੁੱਧੀ ਦੀ ਇੱਕ ਸਿਆਣਪ ਦੀ ਲਿਮਟ ਹੈ, ਅਸੀਂ ਉਹ ਤੋਂ ਵੱਧ ਨਹੀਂ ਸੋਚ ਸਕਦੇ। ਹਾਂਜੀ ਨਿਜਰ ਸਾਹਿਬ, ਅੱਗੇ ਇੱਕ ਸ਼ਬਦ ਹੋਰ ਲਈਏ ਜੀ। ਇੰਦਰ ਲੋਕ ਸ਼ਿਵ ਲੋਕਾਂ ਜੈਬੋ। ਕਹਿੰਦੇ ਜਿਹੜੇ ਸ਼ਿਵ ਜੀ ਦੀ ਤੁਸੀਂ ਗੱਲ ਕਰ ਰਹੇ ਹੋ, ਸ਼ਿਵਪੁਰੀ ਦੀ ਗੱਲ ਕਰ ਰਹੇ ਹੋ ਤੁਸੀਂ, ਇੰਦਰ ਦੇਵਤੇ ਦੇ ਲੋਕ, ਇੰਦਰ ਲੋਕ ਜਿਹੜਾ ਸਵਰਗ ਦੀ ਗੱਲ ਕਰ ਰਹੇ ਹੋ ਤੁਸੀਂ। ਕਹਿੰਦੇ ਇੰਦਰ ਲੋਕ ਸ਼ਿਵ ਲੋਕਾਂ ਜੈਬੋ, ਓਛੇ ਤਪ ਕਰ ਬਾਹਰ ਐਬੋ। ਕਹਿੰਦੇ ਹੁਣ ਜੈਬੋ ਮਤਲਬ ਇਹ ਇੰਦਰ ਲੋਕ ਤੇ ਸ਼ਿਵ ਲੋਕ ਜਿਹੜੇ ਹੈਗੇ ਹਮੇਸ਼ਾ ਨਹੀਂ ਰਹਿਣ ਵਾਲੇ, ਇਹ ਗੱਲ ਨਹੀਂ ਹੈ। ਕਹਿੰਦੇ ਤੂੰ ਜਿਹੜਾ ਹੈਗਾ ਭਗਤੀ ਕਰ ਰਿਹਾ ਆ, ਮੈਂ ਸਵਰਗ 'ਚ ਜਾਣਾ ਆ, ਮੈਂ ਮੁਕਤ ਹੋਣਾ ਹੈ, ਮੁਕਤੀ ਸ਼ਿਵ ਜੀ ਦੀ ਨਗਰੀ 'ਚ ਜਾਣਾ ਹੈ। ਕਹਿੰਦੇ ਇੰਦਰ ਲੋਕ ਸ਼ਿਵ ਲੋਕਾਂ ਜੈਬੋ, ਜਾਏਗਾ ਉੱਥੇ। ਕਹਿੰਦੇ ਓਛੇ ਤਪ ਕਰ ਬਾਹਰ ਐਬੋ। ਕਹਿੰਦੇ ਇਹ ਤੇਰੀ ਭਗਤੀ ਜਿਹੜੀ ਹੈ ਨੀਵੇਂ ਦਰਜੇ ਦੀ ਹੈ, ਨੀਵੇਂ ਦਰਜੇ ਦੀ ਭਗਤੀ ਹੈ। ਤੇਰਾ ਟਾਰਗੇਟ ਵੀ ਬਹੁਤ ਨੀਵੇਂ ਦਰਜੇ ਦਾ ਮਿਥ ਲਿਆ ਤੂੰ। ਕਹਿੰਦੇ ਫਿਰ ਵਾਪਸ ਆ ਜਾਏਗਾ। ਜਿਹੜੇ ਇੰਦਰ ਦੇਵਤਾ ਹੈਗੇ, ਜਿਹੜੇ ਵੀ ਉੱਥੇ ਜਾਂਦੇ ਆ, ਸ਼ਿਵ ਦੇਵਤਾ ਜਿਹੜੇ ਹੈਗੇ ਨਗਰੀ ਦੇ ਮਾਲਕ, ਕਹਿੰਦੇ ਉਹ ਵੀ ਵਾਪਸ ਆਉਣਗੇ। ਕਿਉਂ? ਕਿਆ ਮੰਗੋ ਕਿਸ ਸਥਿਰ ਨਾ
ਕਿਛ ਥਿਰ ਨਾਹੀ ਰਾਮ ਨਾਮ ਰਖ ਮਨ ਮਾਹੀ। ਕਹਿੰਦੇ ਪਰਮੇਸ਼ਰ ਦੇ ਰਾਮ ਦੇ ਨਾਮ ਨੂੰ ਆਪਣੇ ਮਨ ਦੇ ਵਿੱਚ ਰੱਖ। ਆਹ ਟਾਰਗੇਟ ਮਿਥ ਇੰਦਰ ਲੋਕ ਤੇ ਸ਼ਿਵ ਲੋਕ ਇਹ ਜਿਹੜੇ ਹੈਗੇ ਇਹ ਟਾਰਗੇਟ ਨਾ ਰੱਖ ਸਵਰਗ ਦਾ ਆਪਣੇ 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 ਅੰਦਰ, ਕਿਉਂਕਿ ਉਹ ਜਿਹੜਾ ਹੈਗਾ ਉਹ ਵੀ ਜਿਹੜੀ ਹੈਗੀ ਆ ਉਹ ਵੀ ਸੱਚ ਨਹੀਂ ਹੈਗਾ, ਉਹ ਵੀ ਸੱਚ ਨਹੀਂ, ਉਹ ਅਬਨਾਸੀ ਨਹੀਂ ਹੈਗਾ। ਉੱਥੋਂ ਉਹਨਾਂ ਨੂੰ ਫਿਰ ਉਹ ਵੀ ਇੱਕ ਜਿਹੜੀ ਹੈਗੀ ਆ ਉਹਨਾਂ ਦੀ ਜਿਹੜੀ ਹੈਗੀ ਇੱਕ ਕਹਿ ਲਓ ਜਿਸ ਤਰ੍ਹਾਂ ਜਿਹੜਾ ਹੈਗਾ ਸਭ ਤੋਂ ਜਿਹੜੇ ਹੈਗੇ ਉਹਨਾਂ ਨੇ ਜਿਹੜੇ ਹੈਗੇ ਆ ਇੱਕ ਮਾਇਆ ਦੇ ਵਿੱਚ ਹੀ ਜਿਹੜੀ ਹੈਗੀ ਆ ਕਿ ਜ਼ਿਆਦਾ ਉਮਰ ਹੋ ਗਈ ਆ, ਜ਼ਿਆਦਾ ਪਦਾਰਥ ਹੈਗੇ ਆ, ਜ਼ਿਆਦਾ ਉਹਨਾਂ ਦੇ ਕੋਲ ਜਿਹੜੇ ਹੈਗੇ ਸੁਵਿਧਾਵਾਂ ਜ਼ਿਆਦਾ ਹੈ, ਮਾਇਆ ਨੂੰ ਭੋਗਣ ਦੀ ਜ਼ਿਆਦਾ ਸ਼ਕਤੀ ਹੈਗੀ। ਬਸ ਇੰਨਾ ਹੀ ਹੈਗਾ। ਵਾਪਸ ਜਿਹੜਾ ਹੈਗਾ ਉਹਨਾਂ ਨੇ ਫਿਰ ਵਾਪਸ ਆਉਣਾ ਪਊਗਾ, ਕਿਉਂਕਿ ਤਪੋਂ ਰਾਜੰ ਰਾਜੰ ਨਰਕੰ ਦੋਨੋਂ ਜਿਹੜੇ ਹੈਗੇ ਤਪ ਤੋਂ ਰਾਜ ਹੈ, ਰਾਜ ਤੋਂ ਨਰਕ ਹੈਗਾ, ਅਤੇ ਅਬਨਾਸੀ ਨਹੀਂ ਹੋ ਸਕਦੇ ਪਾਏ। ਇਹ ਬੂੰਦ ਸਾਗਰ ਦੇ ਵਿੱਚ ਨਹੀਂ ਮਿਲੀ ਹਾਲੇ, ਅਤੇ ਵਾਪਸ ਉਹਨਾਂ ਨੂੰ ਮਨੁੱਖ ਜੂਨ ਦੇ ਵਿੱਚ ਆ ਕੇ ਫਿਰ ਭਗਤੀ ਕਰਕੇ ਜਿਹੜਾ ਹੈਗਾ ਫਿਰ ਜਿਹੜਾ ਹੈਗਾ ਤਾਂ ਜਾ ਕੇ ਉਹ ਮਾਲਕ ਪਰਮਾਤਮਾ ਦੇ ਨਾਲ ਮਰਜ ਹੋ ਸਕਦੇ ਆ। ਇੰਦਰ ਲੋਕ ਸ਼ਿਵ ਲੋਕੈਂ ਜੈਬੋ ਓਛੇ ਤਪ ਕਰ ਬਹੁਰ ਐਬੋ। ਕਹਿੰਦੇ ਓਛਾ ਤਪ ਹੈਗਾ ਤੇਰੀ ਜਿਹੜੀ ਹੈਗੀ ਨੀਵੀਂ ਭਗਤੀ ਹੈਗੀ ਆ, ਫਿਰ ਵਾਪਸ ਆਉਣਾ ਪਊਗਾ ਤੈਨੂੰ। ਕਿਆ ਮੰਗੋ ਕਿਸ ਥਿਰ ਨਾਹੀ। ਕਹਿੰਦੇ ਕੀ ਮੰਗਾ ਮੈਂ, ਕੋਈ ਪਦਾਰਥ ਦੁਨੀਆ ਦਾ ਜਿਹੜਾ ਹੈਗਾ ਜੋ ਮਰਜੀ ਇੰਦਰ ਲੋਕ ਸ਼ਿਵ ਲੋਕ ਜੋ ਕੁਛ ਵੀ ਹੈਗੇ ਕਹਿੰਦੇ ਸਥਿਰ ਨਹੀਂ ਹੈਗੇ, ਕੋਈ ਅਬਨਾਸੀ ਨਹੀਂ ਹੈਗੇ। ਇਸ ਕਰਕੇ ਰਾਮ ਨਾਮ ਰੱਖ ਮਨ ਮਾਹੀ। ਉਹ ਮਾਲਕ ਪਰਮਾਤਮਾ ਦਾ ਨਾਮ ਆਹ ਟਾਰਗੇਟ ਰੱਖ, ਪਰਮੇਸ਼ਰ ਦੇ ਨਾਮ ਦਾ ਧਿਆਨ ਸਿਮਰਨ ਦਾ ਟਾਰਗੇਟ ਰੱਖ ਕੇ ਭਗਤੀ ਸ਼ੁਰੂ ਕਰ ਰਹਾਓ। ਹਾਂਜੀ ਵੀਰ ਜੀ। ਹਾਂਜੀ ਦੇਖਿਓ ਬਾਣੀ ਚ ਆਪਾਂ ਨੂੰ ਸਮਝਾ ਰਹੇ ਨੇ ਇੰਦਰ ਲੋਕ ਸ਼ਿਵ ਲੋਕ ਜੇਬੋ ਓਛੇ ਤਪ ਕਰ ਬਾਹਰ ਐਬੋ। ਦੇਖ ਲਓ ਹੁਣ ਉਹ ਕਹਿੰਦੇ ਨੇ ਕਿ ਜਿਹੜੀ ਤੁਸੀਂ ਕਲਪਨਾ ਕੀਤੀ ਹੈ ਇੰਦਰ ਲੋਕ ਦੀ ਸ਼ਿਵ ਲੋਕ ਦੀ ਹੈ, ਤੇ ਉੱਥੇ ਵੀ ਕੀ ਕਰਨ ਜਾਣਾ ਤੁਸੀਂ, ਕੀ ਤੁਹਾਨੂੰ ਪੜਾਇਆ ਜਾ ਰਿਹਾ? ਉੱਥੇ ਭੋਗੀ ਜੁਨੀ ਆ, ਉਹ ਭੋਗੀ ਕਰੋਗੇ ਜਾ ਕੇ। ਹਾਂ ਤਪ ਖਤਮ ਹੋ ਜਾਊਗਾ ਫਿਰ ਡਿੱਗ ਜਾਣਾ ਤੁਸੀਂ ਬਸ, ਹੋਰ ਕੁਛ ਵੀ ਨਹੀਂ ਹੈ। ਮੁਕਤੀ ਦੀ ਗੱਲ ਤੇ ਕਿਤੇ ਹੋਈ ਨਹੀਂ ਹੈ, ਇਹ ਭੋਗੀ ਜੁਨੇ ਤੁਹਾਨੂੰ ਲਈ ਫਿਰਦੇ ਆ। ਹਾਂ ਮੁਕਤੀ ਜਿਹੜੀ ਹੋਣੀ ਆ, ਮੁਕਤੀ ਤੇ ਤੁਹਾਨੂੰ ਜੀਂਦੇ ਜੀ ਪ੍ਰਾਪਤ ਹੋਣੀ ਆ। ਜੇ ਕੋਈ ਸੋਚਦਾ ਤੁਹਾਨੂੰ ਅੱਗੇ ਭੇਜ ਦਿੱਤਾ ਜਾਵੇਗਾ, ਉੱਥੇ ਕੋਈ ਮੁਕਤੀ ਨਹੀਂ ਹੈਗੀ। ਮੁਕਤੀ ਤੇ ਇੱਥੇ ਬ੍ਰਹਮਲੀਨ ਜਿਹੜਾ ਬੰਦੇ ਨੇ ਹੋਣਾ ਉਹ ਜੀਂਦੇ ਜੀ ਹੋਣਾ, ਮਰਨ ਤੋਂ ਬਾਅਦ ਕੋਈ ਬ੍ਰਹਮਲੀਨ ਨਹੀਂ ਹੁੰਦਾ। ਕਬੀਰ ਜੀ ਜਿਹੜੀ ਗੱਲ ਕਰਦੇ ਨੇ ਕਿ ਜਿਹੜੀ ਗੱਲ ਐਸੀ ਮਰਨੀ ਜੋ ਮਰੇ ਬਹੁਰ ਨਾ ਮਰਨਾ ਹੋਏ, ਐਸੀ ਮਰਨੀ ਜੋ ਮਰੇ ਬਹੁਰ ਨਾ ਮਰਨਾ ਹੋਏ। ਹਾਂਜੀ ਬਾਣੀ ਚ ਲਿਖਿਆ ਐਸੀ ਮਰਨੀ ਜੋ ਮਰੇ ਬਹੁਰ ਨਾ ਮਰਨਾ ਹੋਏ। ਏਦਾਂ ਦੀ ਮੌਤ ਮਰ ਜਾਓ ਕਿ ਦੁਬਾਰਾ ਤੁਹਾਨੂੰ ਮਰਨ ਦੀ ਲੋੜ ਹੀ ਨਾ ਪਵੇ। ਸਬਜੈਕਟ ਕਲੋਜ਼ ਕਰ ਦੋ, ਫਾਈਲ ਕਲੋਜ਼ ਕਰ ਦੋ, ਜਿੰਨੀ ਸੇਵਿੰਗ ਹੈਗੀ ਆ ਉਹਨੂੰ ਡਿਸਟਰੋਏ ਕਰ ਦੋ। ਸੰਸਕਾਰ ਬੈਂਕ ਚ ਪੈਸੇ ਸੀ ਉਸ ਹਿਸਾਬ ਦਾ ਚੱਲਦਾ ਸੀ, ਖਾਤਾ ਬੰਦ ਕਰ ਦੋ, ਕਹਿੰਦੇ ਐਸਾ ਮਰੋ। ਚੈਪਟਰ ਕਲੋਜ਼ ਕਰਕੇ ਨਿਕਲ ਜਾਓ ਇੱਥੋਂ। ਪਰ ਜਿਹੜਾ ਚੈਪਟਰ ਤੁਸੀਂ ਕਲੋਜ਼ ਨਹੀਂ ਕੀਤਾ, ਤੁਸੀਂ ਹੋਰ ਸੰਸਕਾਰ ਬੈਂਕ ਚ ਜਮ੍ਹਾਂ ਕਰਾਤੇ, ਸਮਝ ਲਓ ਕਿ ਤੁਹਾਨੂੰ ਬਾਰਨ-ਬਾਰ ਆਉਣਾ ਪੈਣਾ। ਧਰਤੀ ਏਦਾਂ ਨਹੀਂ ਛੱਡੇਗੀ ਤੁਹਾਨੂੰ, ਕਿੱਥੋਂ ਛੱਡੂਗੀ? ਭਾਈ ਸਾਹਿਬ ਜਿਹੜੇ ਕਾਗਜ਼ਾਂ ਦੇ ਵਿੱਚ ਤੁਹਾਡਾ ਨਾਂ ਲਿਖਿਆ ਹੈ ਨਾ, ਉੱਥੋਂ ਤੁਸੀਂ ਨਿਕਲ ਨਹੀਂ ਸਕਦੇ। ਤੁਸੀਂ ਸੰਸਕਾਰ ਇਕੱਠੇ ਕਰਕੇ ਤੁਰੇ ਜਾਓਗੇ, ਚੱਲ ਜਾਓ, ਫੇਰ ਆਉਣਾ ਪੈਣਾ। ਭੋਗਣਾ ਕਿੰਨੇ? ਕਿਉਂਕਿ ਬੀਜ ਤੇ ਤੁਸੀਂ ਨਾਲ ਹੀ ਲੈ ਕੇ ਚੱਲੇ ਨਾ। ਬੀਜ ਜਿਹੜਾ ਹੈਗਾ, ਬੀਜ ਤੇ ਤੁਹਾਡਾ ਚਿੱਤ ਹੈ, ਚਿੱਤਰਗੁਪਤ। ਚਿੱਤ ਦਾ ਮਤਲਬ ਚਿੱਤਰਗੁਪਤ। ਕੋਈ ਧਰਮਰਾਜ ਨਹੀਂ ਬੈਠਾ ਵਿਹਲਾ ਸਾਡਾ ਹਿਸਾਬ ਦਾ ਲਿਖਣ ਵਾਸਤੇ। ਚਿੱਤ ਹੀ ਸਾਡਾ ਚਿੱਤਰਗੁਪਤ ਹੈ। ਉਹਦੇ ਅੰਦਰ ਹੀ ਜੋ ਲਿਖਿਆ ਕਿਤਾਬ ਦੇ ਵਿੱਚ, ਉਸ ਹਿਸਾਬ ਕਿਤਾਬ ਦੇ ਨਾਲ ਸਾਨੂੰ ਵਸਤੂ ਮਿਲ ਜਾਣੀ। ਤੁਸੀਂ ਸੁਆਹ ਲੈ ਜਾਓ, ਤੁਹਾਨੂੰ ਸੁਆਹ ਮਿਲ ਜੂਗੀ। ਤੁਸੀਂ ਸੋਨਾ ਲੈ ਜਾਓਗੇ ਤੇ ਸੋਨਾ ਮਿਲ। ਗੱਲ ਇੰਨੀ ਸਮਝਣ ਦੀ ਲੋੜ ਆ। ਆਪਾਂ ਜਿਹੜੀ ਚੀਜ਼ ਵਸਤੂ ਬਾਜ਼ਾਰ 'ਚ ਲੈ ਕੇ ਜਾਂਦੇ ਆ, ਸੋਨਾ ਲੈ ਕੇ ਜਾਂਦੇ ਆ ਤੇ ਤੁਹਾਨੂੰ ਸੋਨੇ ਦੀ ਕੀਮਤ ਮਿਲਦੀ ਹੈ। ਤੁਸੀਂ ਚਾਂਦੀ ਲੈ ਕੇ ਜਾਓਗੇ ਤੇ ਤੁਹਾਨੂੰ ਚਾਂਦੀ ਦੀ ਕੀਮਤ ਮਿਲੇਗੀ। ਪਿੱਤਲ ਲੈ ਕੇ ਜਾਓਗੇ ਤੇ ਪਿੱਤਲ ਦੀ ਕੀਮਤ, ਲੋਹਾ ਲੈ ਕੇ ਜਾਓਗੇ ਤੇ ਲੋਹੇ ਦੀ ਕੀਮਤ, ਮਿੱਟੀ ਲੈ ਕੇ ਜਾਓ ਤੇ ਮਿੱਟੀ ਦੀ ਕੀਮਤ। ਹੈਗੇ ਨੇ ਜੀ ਸਾਹਿਬ? ਬਿਲਕੁਲ। ਇਹ ਜਿਹੜੀ ਵਸਤੂ ਤੁਹਾਡੇ ਕੋਲ ਹੈਗੀ ਆ ਨਾ, ਕੀਮਤ ਉਹੀ ਲੱਗਣੀ ਆ। ਤੇ ਗੰਦਮੰਦ ਲੈ ਜਾਓ, ਉਹਦੀ ਕੀਮਤ ਵੀ ਉਹ ਗੰਦਮੰਦ ਹੀ ਆ। ਏਦਾਂ ਨਹੀਂ ਹੋ ਸਕਦਾ ਕਿ ਬਾਣੀ ਚ ਕਿਹਾ ਕਿ ਤੂੰ
ਬੀਜੇ ਕਿੱਕਰ ਬੀਜੇ ਜੱਟ ਤੇ ਦਾਖ ਤੈਨੂੰ ਕਹਿੰਦੇ ਨੇ ਕਿ ਦਾਖਾਂ ਮਿਲਣੀ ਚਾਹੀਦੀਆਂ ਵਾ। ਉਹ ਕਿੱਥੋਂ ਮਿਲ ਗਈਆਂ? ਤੂੰ ਕੰਮ ਤੇ ਮਿੱਟੀ ਵਾਲੇ ਕੀਤੇ ਆ, ਸਵਾਹ ਵਾਲੇ ਕੰਮ ਕਰਨੇ ਆ। ਤੂੰ ਜ਼ਿੰਦਗੀ 'ਚ ਕਿਸੇ ਨੂੰ ਸੁੱਖ ਨਹੀਂ ਦਿੱਤਾ। ਪਹਿਲੀ ਗੱਲ ਤੇ ਨੋਟਿਸ ਕਰ। 1 ਸੈਕਿੰਡ ਮੈਂ ਲਾਉਣਾ। ਅਕਸਰ ਲੋਕ, ਇੱਕ ਮੈਂ ਪਤੀ ਪਤਨੀ ਤੇ ਲਾਉਣਾ, ਇਹ ਕਾਫੀ ਵੱਡਾ ਟੌਪਿਕ, 2 ਮਿੰਟ ਲਾਵਾਂਗਾ, ਹੋ ਸਕਦਾ ਕਿਸੇ ਦਿਮਾਗ 'ਚ ਪੈ ਜਾਏ ਗੱਲ, ਉਹਦੇ ਭਲਾ ਹੋ ਜੇ। ਆਪ ਅਕਸਰ ਦੇਖੋ ਔਰਤ ਤੇ ਮਰਦ ਹਮੇਸ਼ਾ ਹੀ ਇੱਕ ਦੂਜੇ ਦੀ ਕੰਪਲੇਂਟ ਕਰਦੇ ਆ, ਲੋਕਾਂ ਨੂੰ ਵੀ ਦੱਸਦੇ ਆ ਕਿ ਮੇਰਾ ਜਿਹੜਾ ਜੀਵਨ ਸਾਥੀ ਉਹ ਬੇਜੋੜ ਆ, ਮੇਰਾ ਮੈਚ ਨਹੀਂ ਹੈ, ਮਾੜਾ ਹੈ, ਬਹੁਤ ਮਾੜਾ, ਮੇਰਾ ਸਟੈਂਡਰਡ ਅਪ ਸੀ, ਇਹ ਪਤਾ ਨਹੀਂ ਮੇਰੇ ਗੱਲ ਕਿੱਥੋਂ ਪੈ ਗਿਆ, ਢੋਲ ਗੱਲ 'ਚ ਪਿਆ। ਉਹ ਜੇ ਇੰਨਾ ਮਾੜਾ ਢੋਲ ਤੇ ਵਗਾ ਕੇ ਪਰੇ ਮਾਰੋ, ਸਹੀ ਹੈ ਨਾ, ਗੱਲ ਖਤਮ ਹੋ ਗਈ। ਪਰ ਏਦਾਂ ਨਹੀਂ ਕਰਦੇ ਆਪਾਂ, ਆਪਣੇ 'ਚ ਇੰਨੀ ਜਾਨ ਨਹੀਂ ਹੁੰਦੀ। ਪਰ ਮੈਂ ਕਹਿੰਦਾ ਕਿ ਜਦੋਂ ਆਪਾਂ ਉਹ ਚੀਜ਼ ਨੂੰ ਦੂਰ ਹੀ ਨਹੀਂ ਕਰ ਸਕਦੇ ਤੇ ਕਮ ਸੇ ਕਮ ਉਹਨੂੰ ਐਡਜਸਟ ਤੇ ਕਰੋ। ਬਾਕੀ ਪਤਾ ਕੀ ਹੈ, ਇਹ ਸੰਸਾਰ ਹੈ ਨਾ, ਜੇਕਰ ਸੋਚੀਏ ਨਾ ਕਿ ਸਾਡੀ ਸੋਚ ਦਾ ਮਾਲਕ, ਜਿੱਦਾਂ ਦੀ ਸਾਡੀ ਸੋਚ ਹੈ ਏਦਾਂ ਦੀ ਕਿਸੇ ਦੂਜੇ ਬੰਦੇ ਦੀ ਸੋਚ ਹੋਵੇ ਤੇ ਸਾਡੀ ਬੜੀ ਉਹਦੇ ਨਾਲ ਵਿਚਾਰਧਾਰਾ ਮਿਲੇਗੀ। ਏਦਾਂ ਦੀ ਦੁਨੀਆ ਤੇ ਸਾਡੇ ਵਰਗਾ ਬੰਦਾ ਕੋਈ ਨਹੀਂ ਪੈਦਾ ਹੋ ਸਕਦਾ। ਹਾਂ, ਸਰੀਰ ਭਾਵੇਂ ਸਾਡੇ ਵਰਗਾ ਹੋਵੇ, ਪਰ ਜਿਹੜੀ ਮੇਰੀ ਸੋਚ ਆ, ਜਿਹੜੀ ਮੇਰੀ ਅੰਤਰਾਕਰਨ ਦੀ ਜਿਹੜੀ ਵੈਲਿਊ ਆ, ਉਹ ਹਮੇਸ਼ਾ ਹੀ ਹਰ ਇੱਕ ਬੰਦੇ ਦੀ ਵੱਖਰੀ ਹੈ। ਇੱਕ ਮਾਂ ਨੇ 4 ਕੀ ਭਾਵੇਂ 100 ਬੱਚੇ ਜੰਮੇ ਹੋਣ, ਉਹ 100 ਦਾ 100 ਹੀ ਬੱਚਾ ਜਿਹੜਾ ਹੋਊਗਾ ਉਹਦਾ ਅਲੱਗ ਹੋਊਗਾ। ਨਜਰ ਸਾਹਿਬ ਐਗਰੀ ਕਰਦੇ ਚੀਜ਼ ਨੂੰ? ਬਿਲਕੁਲ 100% ਐਗਰੀ ਹੈ। ਮਾਲਕ ਜਿਹੜਾ, ਜਿਹਨੇ ਮਾਲਕ ਨੇ ਇੱਕ ਚੀਜ਼ ਜਿਹੜੀ ਉਹਦੀ ਫੈਕਟਰੀ 'ਚੋਂ ਬਣਦੀ ਹੈ, ਦੁਬਾਰਾ ਨਹੀਂ ਬਣਦੀ ਉਹੀ ਜੀ ਚੀਜ਼। ਹਾਂ, ਔਰ ਅਕਸਰ ਪਤਾ ਕੀ ਕਰਦੇ ਆ, ਹੁਣ ਜਦੋਂ ਮੰਨ ਲਓ ਘਰ 'ਚ ਹੀ ਆਪਾਂ ਬੈਠੇ ਆ ਤੇ ਜੇ ਮੇਰੇ ਸੰਪਰਕ 'ਚ ਆਏ ਨੇ ਏਦਾਂ ਦੇ ਬੰਦੇ, ਤੇ ਮੈਂ ਉਹਦੇ ਕਰਕੇ ਅੱਜ ਤੁਹਾਡੇ ਨਾਲ ਗੱਲ ਕਰਦਾ। ਤੇ ਉਹ ਏਦਾਂ ਕਰਦੇ ਨੇ, ਔਰਤ ਹੋਊਗੀ ਤੇ ਉਹ ਬੰਦੇ ਦੀ ਬੁਰਾਈ ਕਰੀ ਜਾਂਦੀ ਬੱਚਿਆਂ ਦੇ ਸਾਹਮਣੇ, ਜੇ ਬੰਦਾ ਹੋਇਆ ਤੇ ਆਪਣੇ ਬੱਚਿਆਂ ਦੇ ਸਾਹਮਣੇ ਕਹਿੰਦਾ ਤੁਹਾਡੀ ਮਾਂ ਨਹੀਂ ਸਹੀ। ਇਹ ਬਹੁਤ ਮਾੜਾ ਜੀ, ਖਾਸ ਕਰਕੇ, ਕਿਉਂਕਿ ਇਹ ਵੀ ਇੱਕ ਮਾੜੀ ਚੀਜ਼ ਆ ਕਿ ਕਿਸੇ ਬੱਚੇ ਦੇ ਦਿਮਾਗ 'ਚ ਚੀਜ਼ ਬਾਰ-ਬਾਰ ਕਹਿਣੀ ਹੈ, ਇਹ ਤੁਹਾਡੀ ਮਾਂ ਮਾੜੀ, ਤੁਹਾਡਾ ਪਿਓ ਮਾੜਾ, ਇਹ ਤੁਹਾਡੀ ਮਾਂ ਮਾੜੀ, ਇਹ ਤੁਹਾਡਾ ਪਿਓ ਮਾੜਾ। ਇੱਕ ਸਮਾਂ ਉਹ ਸੱਚੀ ਬੱਚੇ ਨੇ ਬਿਲੀਵ ਕਰ ਲੈਣਾ। ਹਮੇਸ਼ਾ ਹੀ ਜਿਹੜੀ ਤੁਹਾਡੀ ਲੜਾਈ ਉਹਨੂੰ ਸੈਪਰੇਟ ਰੱਖੋ, ਤੇ ਬੱਚਿਆਂ ਦੇ ਸਾਹਮਣੇ ਉਹ ਚੀਜ਼ ਨੂੰ ਨਾ ਇਨਵੋਲਵ ਕਰੋ, ਔਰ ਨਾ ਇਹਨਾਂ ਨੂੰ ਦੱਸੋ ਕਿ ਕੌਣ ਮਾੜਾ ਕੌਣ ਚੰਗਾ। ਜੇਕਰ ਛੱਡਿਆ ਜਾਂਦਾ ਤੇ ਛੱਡ ਕੇ ਗੱਲ ਛਡਾਓ। ਤੇ ਬਾਕੀ ਇੱਕ ਗੱਲ ਹੋਰ, ਤੁਸੀਂ ਛੱਡ ਕੇ ਜਿੱਥੇ ਮਰਜ਼ੀ ਚੱਲ ਕੇ ਵੇਖ ਲੈਣਾ, ਤੁਹਾਨੂੰ ਉਹ ਨਹੀਂ ਜੋ ਬੰਦਾ ਮਿਲਣਾ ਜਿਹੜਾ ਤੁਹਾਡਾ ਪ੍ਰਿੰਸ ਚਾਰਮੀ ਆ ਜਾਂ ਕੁਈਨ ਹੈਗੀ ਹੈ ਨਾ, ਉਹ ਨਹੀਂ ਬੰਦਾ ਮਿਲਣਾ, ਉਹ ਕਲਪਨਾ ਵਾ। ਇਸ ਤੋਂ ਘਟੀਆ ਹੀ ਮਿਲੂਗਾ ਜੇ ਮਿਲੂਗਾ ਤੇ। ਹਾਂ, ਮੇਰੀ ਫੈਮਿਲੀ 'ਚ ਹੈਗਾ ਇੱਕ ਰਿਸ਼ਤੇਦਾਰ, ਉਹ ਵਿਚਾਰੇ ਨੇ ਚੰਗੀ ਭਲੀ ਜਨਾਨੀ ਛੱਡ ਲਈ, ਉਹ ਜਿੱਥੇ ਵਿਆਹ ਕਰਾਵੇ ਉਹਦੀ ਜੀਵਨ ਜਿਹੜਾ ਨਾ ਏਡਾ ਔਖਾ ਹੋ ਗਿਆ, ਹਾਰ ਕੇ ਸ਼ਰਾਬ ਪੀ ਕੇ ਮਰ ਗਿਆ। ਕਿਉਂਕਿ ਇਹ ਜਿਹੜੀ ਚੀਜ਼ਾਂ ਨਾ, ਇਹ ਕੇਵਲ ਸਾਡੀ ਕਲਪਨਾ ਹੈ, ਉਹ ਪ੍ਰੈਕਟੀਕਲ ਪੋਸੀਬਲ ਨਹੀਂ ਉਹ ਚੀਜ਼ਾਂ। ਆਪ ਜਸਟ ਦੇਖੋ, ਜੇਕਰ ਕਹਿੰਦੇ ਸੁਖੀ ਹੋਣਾ ਹੈ ਨਾ, ਆਪਣੇ ਤੋਂ ਥੱਲੇ ਵੇਖੋ, ਤੇ ਜੇ ਤੁਸੀਂ ਦੁਖੀ ਹੋਣਾ ਚਾਹੁੰਦੇ ਜੋ, ਆਪਣੇ ਤੋਂ ਉੱਪਰ ਵੇਖਣਾ ਸ਼ੁਰੂ ਕਰੋ, ਤੁਸੀਂ ਬਹੁਤ ਦੁਖੀ ਹੋ ਜਾਓ। ਤੁਹਾਡੇ ਦੁੱਖਾਂ ਦਾ ਅੰਤ ਨਹੀਂ ਹੋਊਗਾ। ਤੁਹਾਡੇ ਅੱਗੇ ਜਿਹੜੀ ਥਾਲੀ ਪਈ ਹੈ ਨਾ, ਜਿਹੜੀ ਮਾੜੀ ਮੋਟੀ ਸਬਜ਼ੀ ਪਈ ਹੈ, ਮਾੜੀ ਮੋਟੀ ਦਾਲ ਪਈ ਆ, ਜਿਹੜਾ ਅੰਨ ਪਿਆ, ਉਹ ਵੀ ਤੁਹਾਨੂੰ ਦੁੱਖ ਹੀ ਦਊਗਾ, ਕਿਉਂਕਿ ਤੁਸੀਂ ਉੱਪਰ ਵੇਖਣਾ ਸ਼ੁਰੂ ਕਰ ਦਿਓ। ਜੇ ਥੱਲੇ ਵੇਖੋਗੇ ਨਾ, ਤੁਸੀਂ ਕਹੋਗੇ ਸ਼ੁਕਰ ਹੈ ਮੇਰੇ ਮਾਲਕਾ, ਬਹੁਤ ਕੁਝ ਦਿੱਤਾ, ਬਹੁਤ ਵਧੀਆ ਮੇਰਾ ਜੀਵਨ ਸਾਥੀ। ਕੰਪਲੇਂਟ ਕਰਨੀ ਬੰਦ ਕਰੋ, ਠੀਕ ਆ, ਗੱਲਬਾਤ ਕਰਨੀ ਆ। ਹਾਂ, ਕੁਝ ਗੱਲਾਂ ਤੁਹਾਡੇ ਵਿਚਾਰ ਦੇਖੋ, ਹਰ ਇੱਕ ਬੰਦੇ ਦੀ ਆਪੋ ਆਪਣੀ ਵਿਚਾਰਧਾਰਾ ਹੈ, ਔਰ ਬੰਦਾ ਆਪਣੇ ਲੈਵਲ ਨਾਲ ਸੋਚਦਾ ਹੈ। ਤੁਸੀਂ ਦੇਖੋ, ਮੈਨੂੰ ਕਹੋਗੇ ਕਿ ਚਰਨਜੀਤ ਤੂੰ ਸਿਆਣਪ ਦੀ ਗੱਲ ਕਰ, ਉਹ ਬਹੁਤ ਵਧੀਆ ਗੱਲ ਕਰ, ਫਲਾਣੇ ਜਿੱਦਾਂ ਇੱਕ ਸਾਇੰਟਿਸਟ ਉਹਦੇ ਨੂੰ ਗੱਲ ਕਰ, ਮੈਂ ਕਿੱਦਾਂ ਕਰੂੰਗਾ, ਉਹ ਚੀਜ਼ ਮੇਰੇ ਤੇ ਹੈ ਹੀ ਨਹੀਂ। ਇਹਦਾ ਮਤਲਬ ਤੁਸੀਂ ਮੇਰੇ ਤੋਂ ਜ਼ਿਆਦਾ ਐਕਸਪੈਕਟ ਕਰ ਰਹੇ ਜੋ, ਹੈ ਨਾ ਨਜਰ ਸਾਹਿਬ? ਬਿਲਕੁਲ ਠੀਕ ਹੈ ਜੀ। ਇੱਕ ਜੂਸ ਕੱਢਣ ਵਾਲੀ ਮਸ਼ੀਨ ਹੈ, ਤੁਸੀਂ ਕਹੋ ਇਹ ਬਦਾਮ ਰੋਗਨ ਵੀ ਕੱਢੇ, ਕਿੱਥੋਂ ਕੱਢ ਦੂਗੀ ਉਹ? ਤੇ ਮੁੜ ਕੇ ਮਸ਼ੀਨ ਨੂੰ ਡੰਡੇ ਫੇਰੀ ਜਾਓ, ਇਹ ਕਿਉਂ ਨਹੀਂ ਬਦਾਮ ਰੋਗਨ ਕੱਢਦੀ, ਇਹ ਕਿਉਂ ਨਹੀਂ ਕੱਢਦੀ। ਇਸੇ ਹੀ ਤਰ੍ਹਾਂ ਹਰ ਇੱਕ ਬੰਦੇ ਦਾ ਚਿੱਤ ਆ, ਉਹਦੇ ਜਿੱਦਾਂ ਦੇ ਸੰਸਕਾਰ ਹੈ, ਉਹ ਬੰਦਾ ਉਦਾਂ ਦਾ ਹੀ ਬਣਿਆ ਵਾ। ਹਾਂ, ਜੇਕਰ ਉਹ ਭਗਤੀ ਕਰਦਾ ਹੈ, ਇਹਨੂੰ ਬਦਲ ਸਕਦਾ ਹੈ, ਪਰ ਓਦਾਂ ਨਹੀਂ ਜੋ ਬਦਲੇਗਾ। ਦੇਖੋ, ਸਾਡੀਆਂ ਕਈ ਗੱਲਾਂ ਨੇ, ਸਾਨੂੰ ਪਤਾ ਹੈ ਸਾਡੇ ਚ ਔਗਣ ਹੈਗੇ, ਕੀ ਅਸੀਂ ਉਹਨਾਂ ਨੂੰ ਛੱਡ ਦਿੰਦੇ ਹਾਂ। ਮੈਂ ਅੱਜ ਕਹਿ ਦਿੰਦਾ ਵੀ ਫਲਾਨਾ ਕੰਮ, ਮੈਂ ਝੂਠ ਬੋਲਣ ਦੀ ਮਤਲਬ ਮੈਨੂੰ ਆਦਤ, ਮੈਂ ਕਹਿੰਦਾ ਚਰਨਜੀਤ ਅੱਜ ਤੋਂ ਬਾਅਦ ਮੈਂ ਨਹੀਂ ਝੂਠ ਬੋਲਾਂਗਾ,
ਕਿ ਸੱਚੀ ਪੋਸੀਬਲ ਹੈਗਾ ਕਿ ਮੈਂ ਇੰਨੀ ਗੱਲ ਕਵਾਂਗਾ ਤੇ ਮੈਂ ਅੱਗੇ ਝੂਠ ਨਹੀਂ ਬੋਲਾਂਗਾ, ਜਾਂ ਮੈਂ ਕੋਈ ਉਹ ਬੰਦਾ ਤਿਆਰ ਕਰ ਦਾਂਗਾ। ਪਰ ਜੇ ਮੈਂ ਨਹੀਂ ਏਦਾਂ ਕਰ ਸਕਦਾ ਫਿਰ ਮੈਂ ਦੂਜੇ ਬੰਦੇ ਤੋਂ ਕਿਉਂ ਐਕਸਪੈਕਟ ਕਰਦਾ? ਉਹ ਇਹਦਾ ਮਤਲਬ ਟੂ ਮਚ ਐਕਸਪੈਕਟੇਸ਼ਨ। ਹੁਣ ਇੱਥੇ ਆਪ ਚੀਜ਼ ਨੂੰ ਪਲੀਜ਼ ਸਮਝੋ, ਜੀਵਨ ਸਾਥੀ ਜਿਹੜਾ ਵੀ ਹੈਗਾ ਉਹਦੇ ਨਾਲ ਗੱਲ ਕਰੋ, ਉਹਦੇ ਨਾਲ ਪਿਆਰ ਨਾਲ ਬਹਿ ਕੇ ਉਹਨੂੰ ਕਹੋ ਕਿ ਭਈ ਦੇਖ ਤੇਰੇ ਮੇਰੇ ਵਿੱਚ ਥੋੜੀਆਂ ਜਿਹੀਆਂ ਕੁਝ ਡਿਸਪਿਊਟ ਹੈਗੇ, ਛੋਟੇ ਮੋਟੇ ਮਾਈਨਰ ਹੈਗੇ ਆ, ਔਰ ਖਾਸ ਕਰਕੇ ਉਹ ਗੱਲ ਨਹੀਂ ਕਰਨੀ ਜਿਹੜੀ ਲੜਾਈ ਝਗੜੇ ਵਾਲੀ। ਇਹੋ ਦੇਖੋ ਕਿ ਇਹਨੂੰ ਆਪਾਂ ਵਾਈਂਡ ਅਪ ਕਰੀਏ, ਇਹਨੂੰ ਕਿੱਦਾਂ ਸੁਧਾਰਿਆ ਜਾਵੇ ਥੋੜਾ ਜਿਹਾ, ਤਾਂ ਜੋ ਜੀਵਨ ਚ ਰਿਦਮ ਆਵੇ। ਆਪ ਜੀ ਨੂੰ ਪਹਿਲਾਂ ਵੀ ਦੱਸਿਆ ਸੀ ਇੱਕ ਦਿਨ ਕਿ ਦੋ ਪਤੀ ਪਤਨੀ ਦੇ ਵਿੱਚ ਲੜਾਈ ਹੋਈ, ਇੱਕ ਬੰਦਾ ਉਹਦੀ ਗਲਤੀ ਨਹੀਂ ਹੈਗੀ, ਉਹਨੇ ਮਾਫੀ ਮੰਗ ਲਈ। ਉਹ ਕਿਉਂ ਮਾਫੀ ਮੰਗ ਰਿਹਾ ਤੁਹਾਡੇ ਤੋਂ? ਇਸ ਕਰਕੇ ਉਹ ਚਾਹੁੰਦਾ ਹੈ ਕਿ ਕਾਹਨੂੰ ਘਰੇ ਅਸ਼ਾਂਤੀ ਫੈਲਾਈ ਜਾਵੇ। ਇਹ ਨਹੀਂ ਉਹ ਕਹਿੰਦਾ ਕਿ ਤੁਸੀਂ ਸਹੀ ਜੋ, ਉਹ ਕਹਿੰਦਾ ਕਿ ਬਾਣੀ ਚ ਵੀ ਕਹਿੰਦੀ ਹੈ ਕਹਿੰਦੇ ਮੂਰਖ ਨਾਲ ਲੁੱਝੀਏ। ਕਾਹਨੂੰ ਮੂਰਖ ਨਾਲ ਲੜਦਾ ਹੈ? ਉਹਨੂੰ ਪਤਾ ਹੀ ਨਹੀਂ। ਉਹ ਤੂੰ ਸਮਝਾਵੇਂਗਾ ਤੇ ਇੱਟ ਹੈਗੀ ਉਹ ਤੇਰੇ ਮੱਥੇ 'ਚ ਵੱਜਣੀ, ਤੇਰੇ ਮੱਥੇ 'ਚ ਰੋਗੜਾ ਪਾ ਦੇਣਾ, ਕਿਉਂਕਿ ਉਹ 'ਚ ਸਮਝਣ ਦੀ ਸ਼ਕਤੀ ਨਹੀਂ ਹੈਗੀ ਉਹ, ਤੇ ਤੂੰ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ। ਸੋ ਇੱਥੇ ਪਲੀਜ਼ ਇਹ ਚੀਜ਼ ਦੀ ਆਪ ਨੇ ਵਿਚਾਰ ਕਰਨੀ ਹੈ। ਜੀਵਨ ਸਾਥੀ ਪਹਿਲੀ ਗੱਲ ਜੇ ਤੁਹਾਨੂੰ ਪਸੰਦ ਨਹੀਂ ਆ ਫਿਰ ਦਫਾ ਕਰੋ ਤੇ ਦੂਜਾ ਰਾਹ ਲੱਭੋ। ਪਰ ਜੇ ਏਦਾਂ ਨਹੀਂ ਕਰ ਸਕਦੇ ਫਿਰ ਥੋੜੀ ਜਿਹੀ ਅੰਡਰਸਟੈਂਡਿੰਗ ਕਰੋ, ਸਿਆਣਪ ਤੋਂ ਲਓ ਕੰਮ। ਜਿੱਦਾਂ ਦੀ ਗੱਡੀ ਮਾੜੀ ਚੰਗੀ ਹੈਗੀ ਉਹਨੂੰ ਨਿੱਜਰ ਸਾਹਿਬ ਉਹਨੂੰ ਚਲਾਓ, ਉਹਦੀ ਕੰਪਲੇਂਟ ਕਰਨੀ ਬੰਦ ਕਰੋ। ਜਿਹੜੀ ਆਪਾਂ ਕੰਪਲੇਂਟ ਵੀ ਕਰਦੇ ਆ ਨਾ ਲੋਕਾਂ ਦੇ ਕੋਲ, ਉਹ ਵਾਈਬ੍ਰੇਸ਼ਨ ਹੈਗੀ ਹੈ, ਉਹ ਵੀ ਵਾਈਬ੍ਰੇਸ਼ਨ ਤੁਹਾਡੇ ਰਿਲੇਸ਼ਨ ਨੂੰ ਖਰਾਬ ਕਰਦੀ ਹੈ। ਇਹ ਚੀਜ਼ ਨੂੰ ਆਪ ਨੋਟਿਸ ਕਰੋ, ਕਿਉਂਕਿ ਜੋ ਵੀ ਆਪਾਂ ਤਰੰਗਾ ਮੂੰਹ ਦੇ ਨਾਲ ਛੱਡਦੇ ਆ ਨਾ, ਇਹਦੀ ਨਿੰਦਿਆ ਕਰਕੇ ਵੇਖ ਲਓ, ਚੁਗਲੀ ਕਰਕੇ ਵੇਖ ਲਓ, ਉਹ ਬੰਦਾ ਤੁਹਾਡੀ ਚੁਗਲੀ ਕਰਨੀ ਸ਼ੁਰੂ ਕਰ ਦੇਗਾ। ਜਦੋਂ ਤੁਸੀਂ ਉਹਦੀ ਚੁਗਲੀ ਕਰਨੀ ਬੰਦ ਕਰਤੀ ਨਾ ਨਿੱਜਰ ਸਾਹਿਬ, ਉਹਨੇ ਵੀ ਬੰਦ ਕਰ ਦੇਣੀ। ਕਿਉਂਕਿ ਪ੍ਰਕਿਰਤੀ ਦੇ ਵਿੱਚ ਨਿੱਜਰ ਸਾਹਿਬ ਇਹ ਸਾਰਾ ਕੁਝ ਜਿਹੜਾ ਨਾ ਇਹ ਮੱਕੜੀ ਦੇ ਜਾਲੇ ਵਾਂਗੂ ਜੁੜਿਆ ਹੋਇਆ ਹੈ। ਇਸੇ ਕਰਕੇ ਬਾਣੀ 'ਚ ਖਾਸ ਕਰਕੇ ਸਾਨੂੰ ਸਮਝਾਇਆ ਕਿ ਨਿੰਦਿਆ ਚੁਗਲੀ ਤੋਂ ਦੂਰ ਰਹਿਣਾ। ਇਹ ਨਹੀਂ ਕਿ ਨਿੰਦਿਆ ਚੁਗਲੀ ਕਿਸੇ ਲੋਕਾਂ ਦੀ ਕਰਨੀ, ਆਪਾਂ ਘਰ ਦੇ ਮੈਂਬਰ ਦੀ ਵੀ ਅਗਰ ਗੱਲ ਘਟਾ ਕੇ ਵਧਾ ਕੇ ਕਰਦੇ ਹਾਂ ਇਹ ਵੀ ਨਿੰਦਿਆ ਤੇ ਚੁਗਲੀ ਦੇ ਅਧੀਨ ਹੁੰਦੀ। ਹਾਂਜੀ ਨਿੱਜਰ ਸਾਹਿਬ ਆ ਜੀ ਆਪਾਂ ਕਥਾ ਤੇ ਵਾਪਸ ਆ ਜਾਈਏ। ਸੌਰੀ। ਹਾਂਜੀ ਕਹਿੰਦੇ ਕਿਆ ਮੰਗੋ ਕਿ ਸਥਿਰ ਨਹੀਂ, ਰਾਮ ਨਾਮ ਰੱਖ ਮਨ ਮਾਹੀ ਰਹਾਓ। ਕਹਿੰਦੇ ਹੋਰ ਕੋਈ ਚੀਜ਼ ਸਥਿਰ ਨਹੀਂ ਹੈਗੀ, ਔਰ ਇਸ ਤੋਂ ਉੱਪਰ ਜਿਹੜੀ ਹੈ ਕੋਈ ਵੀ ਇਸ ਤੋਂ ਕੀਮਤੀ ਚੀਜ਼ ਕੋਈ ਨਹੀਂ ਹੈਗੀ। ਪਰਮੇਸ਼ਰ ਦਾ ਨਾਮ ਇਸ ਨੂੰ ਆਪਣੇ ਮਨ 'ਚ ਰੱਖ ਰਹਾਓ। ਹਾਂਜੀ ਠੀਕ ਹੈ ਜੀ। ਉਹ ਕਹਿ ਰਹੇ ਨੇ ਕਿ ਕਿਆ ਮੰਗੂ, ਕਹਿੰਦਾ ਮੰਗਾ ਕੀ ਮੈਂ? ਹਾਂ, ਕੁਛ ਵੀ ਚੀਜ਼ ਸਟੇਬਲ ਨਹੀਂ ਹੈਗੀ, ਸਥਿਰ ਨਹੀਂ ਹੈਗੀ, ਕਿਉਂਕਿ ਜੇ ਮੈਂ ਹੀ ਸਟੇਬਲ ਨਹੀਂ ਆ, ਮੈਂ ਹੀ ਬੁੜਕ ਜਾਣਾ ਇੱਕ ਦਿਨ, ਤੇ ਜਿਹੜੀ ਚੀਜ਼ ਮੰਗੂਗਾ ਉਹ ਕਿੱਥੋਂ ਰਹਿਣੀ ਹੈ? ਹਾਂ, ਨਾਲੇ ਜੇ ਝੂਠ ਹੀ ਮੰਗੂਗਾ ਨਾ ਕੋਈ ਚੀਜ਼, ਮਹਾਰਾਜ ਕਹਿ ਰਿਹਾ ਕਿ ਕੋਈ ਚੀਜ਼ ਸਟੇਬਲ ਨਹੀਂ ਹੈ, ਮਤਲਬ ਸੱਚ ਨਹੀਂ ਹੈਗੀ ਕੋਈ ਚੀਜ਼, ਤੇ ਇਹਦਾ ਮਤਲਬ ਝੂਠ ਮੰਗਣ ਦਾ ਫਾਇਦਾ ਕੀ ਹੈ? ਫਿਰ ਝੂਠੀ ਚੀਜ਼ ਕਿਉਂ ਮੰਗਾ ਮੈਂ? ਹਾਂਜੀ ਵੀਰ ਜੀ। ਹਾਂ, ਮੈਂ ਮੰਗ ਕੇ ਤੇ ਫਿਰ ਐਸੀ ਚੀਜ਼ ਮੰਗਾਂਗਾ ਜਿਹੜੀ ਚੀਜ਼ 'ਚ ਦਮ ਹੀ ਨਹੀਂ ਹੈਗਾ, ਤੇ ਫਿਰ ਮੈਨੂੰ ਉਹ ਤੋਂ ਪ੍ਰਾਪਤੀ ਕੀ ਹੋਊਗੀ? ਕੁਛ ਵੀ ਸਥਿਰ ਨਹੀਂ ਹੈਗਾ। ਇਹ ਜੋ ਵੀ ਚੀਜ਼ ਦਿਖਦੀ ਹੈ ਇੱਕ ਸਮਾਂ ਆਵੇਗਾ ਇਹਨੇ ਬਿਨਸ ਜਾ। ਇਸ ਕਰਕੇ ਕਹਿੰਦੇ ਕਿ ਇਹ ਮਾਇਆ ਦੇ ਵਿੱਚ ਮੈਂ ਕਿਉਂ ਏਦਾਂ ਦੀ ਚੀਜ਼ ਮੰਗਾ ਜਿਹੜੀ ਚੀਜ਼ ਸਥਿਰ ਨਹੀਂ ਹੈਗੀ। ਹਾਂਜੀ ਅੱਗੇ ਕਹਿੰਦੇ ਆ ਰਾਮ ਨਾਮ ਰੱਖ ਮਨ ਮਾਹੀ। ਕਹਿੰਦੇ ਪਰਮੇਸ਼ਰ ਦਾ ਨਾਮ ਉਹਨੂੰ ਰੱਖ ਆਪਣੇ ਮਨ ਦੇ ਵਿੱਚ। ਹਾਂ, ਮੰਗਣ ਵਾਲੀ ਚੀਜ਼ ਤੇ ਪਰਮਾਤਮਾ ਦਾ ਨਾਮ ਮੰਗੋ, ਉਹੀ ਸਥਿਰ ਆ। ਹੋਰ ਤੇ ਕੁਛ ਵੀ ਸਥਿਰ ਨਹੀਂ ਹੈ। ਆ ਪ੍ਰਕਿਰਤੀ ਜਿਹੜੀ ਵੀ ਚੀਜ਼ ਤੁਸੀਂ ਮੰਗੋਗੇ ਇੱਕ ਦਿਨ ਬਿਨਸ ਜਾਏ। ਆਪ ਜਸਟ ਦੇਖੋ, ਨਹੀਂ ਵੀ ਬਿਨਸੇਗੀ ਤੁਹਾਡੇ ਤੋਂ ਖੋਹ ਲਈ ਜਾਵੇਗੀ। ਆਪ ਜਸਟ ਸੋਚੋ, ਖੋਲੇਗੀ, ਜ਼ਬਰਦਸਤੀ ਖੋਲਣਗੇ ਤੁਹਾਡੇ ਤੋਂ। ਵੀ ਨਹੀਂ ਸੋਚਿਆ ਨਾ ਕਿੱਦਾਂ ਹੁੰਦਾ। ਦੇਖੋ ਆਲੇ ਦੁਆਲੇ ਲੋਕਾਂ ਨੂੰ ਵੇਖੋ ਕੀ ਕਰ ਰਹੇ ਨੇ, ਬੰਦਾ ਬੰਦੇ ਨੂੰ ਵੱਢੀ ਜਾ ਰਿਹਾ। ਇੱਕ ਸਮਾਂ ਹੁੰਦਾ ਹੈ ਤੇ ਉਹ ਵੇਖ ਲਓ ਬਜ਼ੁਰਗਾਂ ਨੂੰ ਕੋਈ ਸਾਂਭਦਾ ਹੀ ਨਹੀਂ। ਹੁਣ 3 ਮੁੰਡੇ ਆ, 3 ਦੇ ਵਿਆਹ ਕਰਾਤੇ ਆ, 3 ਨੇ ਆਪੋ ਆਪਣੇ ਮਕਾਨਾਂ 'ਚ ਡੇਰੇ ਲਾ ਲਏ ਨੇ, ਤੇ ਬਜ਼ੁਰਗਾਂ ਨੇ ਕਿੱਥੇ ਰਹਿਣਾ? ਉਹਨਾਂ ਦਾ ਨੌਕਰ ਹੀ ਨਹੀਂ ਕੱਢਿਆ ਕੋਈ। ਕਮਰੇ ਵੀ ਵੰਡ ਲਏ ਗੁਰਗੀ ਸਾਹਿਬ, ਕਮਰੇ ਵੰਡ ਲਏ ਉਹਨਾਂ ਨੇ ਮਾਂ ਪਿਓ ਵਾਸਤੇ। ਜਿਹੜਾ ਹੈਗਾ ਕੋਈ ਕਮਰਾ ਨਹੀਂ, ਉਹਨਾਂ ਨੂੰ ਕਹਿੰਦੇ ਅੱਗੇ ਉੱਧਰ ਪਿੱਛੇ ਚਲੇ ਜਾਓ ਜਾਂ ਉਹ ਡਿਊਟੀ ਦੇ ਵਿੱਚ ਚਲੇ ਜਾਓ। ਹੁਣ ਮੈਂ ਨਾ, ਚਲੋ ਗੱਲ ਤੇ ਮੇਰੇ ਘਰ ਦੀ ਹੈ, ਮੇਰੇ ਘਰ ਦੀ ਨਹੀਂ ਸਾਰੀ ਦੁਨੀਆ ਦੀ ਗੱਲ ਹੈ। ਮੈਂ ਤੁਹਾਨੂੰ ਦੱਸਦਾ, ਮੇਰੇ 2 ਸਾਲੇ ਆ। ਚਲੋ ਬਜ਼ੁਰਗ ਜਿਹੜੇ ਉਹ ਪੂਰੇ ਹੋ ਗਏ ਤੇ ਮਾਤਾ ਹੈਗੀ ਹੈ, ਤੇ ਚਲੋ ਛੋਟੇ ਨਾਲ ਰਹਿੰਦੀ ਆ, ਤੇ ਹੁਣ ਥੋੜੀ ਜਿਹੀ ਬਿਮਾਰ ਆ, ਉਹਦਾ ਇਲਾਜ ਚੱਲਣ ਦਿਆ। ਵੱਡਾ ਛੱਡ ਆਇਆ ਤੇ ਛੋਟਾ ਇਹ ਸੋਚਣ ਦਿਆ ਵਾ ਕਿ ਉਹਦੀ ਨਾ ਥੋੜੀ ਜਿਹੀ ਗੁਰਦੇ 'ਚ ਪੱਥਰੀ ਆ ਗਈ ਹੈ ਨਿੱਜਰ ਸਾਹਿਬ। ਤੇ ਪੱਥਰੀ ਦਾ 20-25 ਹਜ਼ਾਰ ਦਾ ਆਪਰੇਸ਼ਨ ਹੋਊਗਾ, 50,000 ਦਾ ਹੋ ਜਾਊਗਾ ਉਹਦੇ ਨਾਲ।
ਉਹਨੂੰ ਇਹ ਟੈਨਸ਼ਨ ਪਈ ਹੈ ਕਿ ਮਾਤਾ ਮੇਰੇ ਕੋਲ ਰਹਿੰਦੀ ਹੈ ਤੇ ਇਲਾਜ ਮੈਨੂੰ ਨਾ ਕਰਾਉਣਾ ਪਵੇ। ਹੁਣ ਜੇ 5-6 ਕਿੱਲੇ ਪੈਲੀ ਥੰਬੀ ਆ ਤੇ ਉਹ ਪੈਲੀ ਤੇਰੀ ਥੋੜੀ ਹੈ, ਉਹਨਾਂ ਦੀ ਹੈ। ਪਰ ਮੈਂ ਇਹ ਮਹਿਸੂਸ ਕਰਦਾ ਕਿ ਏਦਾਂ ਦੀ ਸੋਚ ਵੀ ਹੈਗੀ ਹੈ ਲੋਕ ਕਿ ਮਤਲਬ ਆਪ ਜਸਟ ਸੋਚੋ ਕਿ 50-60 ਹਜ਼ਾਰ ਰੁਪਇਆ ਬੰਦਾ ਲਾਉਣ ਨੂੰ ਤਿਆਰ ਨਹੀਂ ਆ, ਜਦ ਕਿ ਮੇਰਾ ਤੇ ਕਨੈਕਸ਼ਨ ਕੋਈ ਨਹੀਂ। ਉਹ ਉਸ ਮਾਂ ਦਾ ਬੱਚਾ ਹੈ, ਉਹ ਮਾਂ ਦਾ ਬੱਚਾ ਜਿਹਨੇ ਪੇਟ 'ਚ ਰੱਖਿਆ ਉਹਨੂੰ। ਇਹ ਮਾੜਾ ਨਹੀਂ ਮੈਂ ਕਹਿਣ ਦਿਆ, ਪਰ ਵੇਖੋ ਇਨਸਾਨ ਜਿਹੜਾ ਵਾ ਅਹਿਸਾਨ ਭੁੱਲ ਜਾਂਦਾ ਹੈ। ਕਿਹੜੀ ਮਾਂ, ਉਹ ਕਿੱਥੇ ਤੂੰ ਮੈਨੂੰ ਪਾਲਿਆ, ਕਿਹੜੀਆਂ ਗੱਲਾਂ ਕਰਦੀ ਆ। ਇਹ ਉਹ ਮਾਂ ਦੀ ਗੱਲ ਮੈਂ ਕਰਦਾ ਜੋ ਜਿੱਥੋਂ ਬਾਰ-ਬਾਰ ਪੁੱਛਦਾ ਹੈ, ਮੰਮੀ ਰੋਟੀ ਲਿਆ ਦੇ, ਮੰਮੀ ਮੇਰੇ ਬੂਟ ਕਿੱਥੇ ਆ, ਮੰਮੀ ਤਸਮੇ ਬੰਨ੍ਹਦੇ। ਔਰ ਮੇਰੇ ਵਾਲੇ 11 ਸਾਲ ਦਾ ਹੋ ਗਿਆ, ਹਜੇ ਵੀ ਉਹਦੀ ਮਾਂ ਹੀ ਤਸਮੇ ਬੰਨ੍ਹ ਦਿੰਦੀ ਕਈ ਵਾਰੀ ਕਿ ਲੈ ਪੁੱਤ ਏਦਾਂ ਮੈਂ ਸਹੀ ਕਰਕੇ ਬੰਨ੍ਹ। ਇੱਕ ਸਮਾਂ ਆਉਣਾ ਇਹਨੇ ਕਹਿਣਾ ਕਿਹੜੀ ਮਾਈ, ਉਹ ਤੁਹਾਨੂੰ ਮੰਮੀ ਪਤਾ ਹੀ ਕੁਛ ਨਹੀਂ, ਕਿਹੜੀ ਮਾਂ ਵਾ ਤੂੰ, ਕੋਈ ਨਹੀਂ ਪਤਾ ਤੁਹਾਨੂੰ। ਹੁਣ ਉਹ ਵੱਡਾ ਮੁੰਡਾ ਕਹਿੰਦਾ ਡੈਡੀ ਏਦਾਂ ਗੱਲਾਂ ਕਰਦਾ। ਇੱਕ ਸਮਾਂ ਆਉਣਾ ਇਹਨੇ ਮੈਨੂੰ ਚੈਲੰਜ ਕਰਨਾ, ਉਹ ਪਾਪਾ ਤੈਨੂੰ ਕੁਛ ਨਹੀਂ ਪਤਾ, ਏਦਾਂ ਕਰ। ਐ ਨਹੀਂ ਕਹਿੰਦਾ ਗਲਤ ਚੀਜ਼ ਹੈ, ਸਹੀ ਆ। ਪਰ ਇਹ ਜਿਹੜੀਆਂ ਇਹ ਸੰਸਾਰ ਆ, ਇਹਦਾ ਅਸਲੀ ਰੂਪ ਪ੍ਰਗਟ ਹੋਣਾ ਵਾ। ਅਜੇ ਵੀ ਤੁਹਾਡੀਆਂ ਅੱਖਾਂ ਖੁੱਲ ਜਾਣ ਤੇ ਬਹੁਤ ਵਧੀਆ ਗੱਲ ਹੈ, ਕਿਉਂਕਿ ਜਿੰਨੀ ਜ਼ਿਆਦਾ ਆਪਾਂ ਅਟੈਚਮੈਂਟ ਕਰਾਂਗੇ ਓਨਾ ਜ਼ਿਆਦਾ ਦੁੱਖ ਲੱਗਣਾ। ਤੇ ਜਿੰਨਾ ਆਪਾਂ ਜਿਵੇਂ ਆਪਣੇ ਬੱਚੇ ਵੱਡੇ ਹੁੰਦੇ ਨਾ, ਤੇ ਆਪਣੀਆਂ ਜ਼ਿੰਮੇਵਾਰੀਆਂ ਘਟਾਓ, ਮੁੜ ਕੇ ਬਹੁਤ ਦੁੱਖ ਪਹੁੰਚਦਾ। ਫਿਰ ਉਹ ਚੀਜ਼ਾਂ ਮਿਲਣੀਆਂ ਨਹੀਂ ਤੁਹਾਨੂੰ, ਉਹ ਫੀਲਿੰਗ ਫਿਰ ਬੰਦਾ ਘੁੱਟਦਾ, ਫਿਰ ਘੁੱਟੀ ਜਾਂਦਾ ਆਪਣੇ ਆਪ 'ਚ। ਏਦਾਂ ਨਹੀਂ ਹੁੰਦਾ ਕਿਉਂਕਿ ਲੋੜ ਤੋਂ ਜ਼ਿਆਦਾ ਐਕਸਪੈਕਟ ਕਰ ਲਿਆ, ਉਹਨਾਂ ਨਹੀਂ ਮਿਲਦਾ। ਇਸ ਕਰਕੇ ਜਦੋਂ ਬੱਚੇ ਵੱਡੇ ਹੋ ਰਹੇ ਨੇ, ਸਲੋਲੀ ਉਹਨੂੰ ਕਹਿੰਦੇ ਨੇ ਆਪਾਂ ਮਤਲਬ ਧਨਿਆਸ ਲੈ। ਚੀਜ਼ਾਂ ਤੋਂ ਥੋੜਾ ਜਿਹਾ ਹੱਥ ਪਿੱਛੇ ਕਰ ਲਓ, ਚਾਬੀਆਂ ਚੁਬੀਆਂ ਛੱਡ ਦਿਓ, ਥੋੜਾ ਜਿਹਾ ਉਹਨਾਂ ਨੂੰ ਵਧਣ ਦਿਓ, ਤਾਂ ਜੋ ਤੁਸੀਂ ਉਹ ਚੀਜ਼ ਨੂੰ ਬਰਦਾਸ਼ਤ ਕਰੋ। ਫਿਰ ਜਿਵੇਂ ਤੁਸੀਂ ਉੱਥੇ ਪਕੜ ਕੀਤੀ, ਇੱਕ ਸਮਾਂ ਆਉਣਾ ਤੁਹਾਡੇ ਤੋਂ ਨਾ ਜ਼ਬਰਦਸਤੀ ਖੋਹ ਲੈਣਾ। ਸੋ ਖੰਨਾ ਪੇਪਰ ਮਿਲਿਆ, ਇੱਥੇ ਖੋਲਿਆ ਅਗਲਿਆਂ ਨੇ। ਉਹ ਬਾਪੂ ਮੁੜ ਕੇ ਰੋਂਦਾ ਫਿਰਦਾ, ਉਹ ਕਹਿੰਦਾ ਮੈਂ ਦਫ਼ਤਰ ਜਾਣਾ ਵਾ, ਵੰਡ ਦਿੰਦੇ ਅਗਲੇ, ਉਹਨੂੰ ਬਾਹਰ ਕੱਢਦਾ। ਮੈਂ ਗਰੁੱਪ 'ਚ ਪਾਈ ਸੀ ਵੀਡੀਓ, ਖੰਨਾ ਪੇਪਰ ਮਿਲ ਪਤਾ ਨਹੀਂ ਕਿੰਨੀ 1000 ਕਰੋੜ ਰੁਪਏ ਦੀ ਉਹ ਫਰਮ, ਭੁੱਲ ਗਏ ਉਹ ਸਾਰਾ। ਕਿਹੜਾ ਪਿਓ, ਕਿਹੜੀ ਮਾਂ, ਸਾਨੂੰ ਕਿਹਨੇ ਪਾਲਿਆ? ਅਸੀਂ ਤੇ ਰੱਬ ਤੋਂ ਡਿੱਗੇ ਆ, ਉੱਤੋਂ ਛੱਤ ਤੋਂ ਡਿੱਗੇ ਆ, ਤੁਸੀਂ ਨੀ ਸਾਨੂੰ ਪਾਲਿਆ। ਆਪ ਜਸਟ ਸੋਚੋ ਕਿ ਜਿਹੜੇ ਬੰਦੇ ਨੇ ਫੈਕਟਰੀ ਤਿਆਰ ਕੀਤੀ, ਜਿਹੜੇ ਬੰਦੇ ਨੇ ਬੂੰਦ ਤੋਂ ਸ਼ੁਰੂ ਕੀਤਾ ਤੇ ਅੱਜ ਸਮੁੰਦਰ ਬਣਾਇਆ, ਉਸ ਬੰਦੇ ਨੂੰ ਫੈਕਟਰੀ 'ਚ ਨਹੀਂ ਵੰਡ ਦੇ ਰਹੇ। ਆਪ ਜਸਟ ਸੋਚੋ ਐਸਾ ਸੰਸਾਰ ਹੈ। ਮੈਂ ਤੇ ਤੂੰ ਕੀ, ਤੁਸੀਂ ਕੀ ਜੋ, ਕੁਛ ਵੀ ਨਹੀਂ, ਬਹੁਤ ਛੋਟੀ ਜੀ ਗੱਲ। ਤੇ ਇਹ ਦੇਖੋ ਪ੍ਰਕਿਰਤੀ ਦੇ ਵਿੱਚ ਕਿੱਦਾਂ ਦਾ ਰਿਐਕਸ਼ਨ। ਹੁਣ ਕੀ ਤਾਂ ਬਾਪੂ ਨੇ ਕਿਹੋ ਜਿਹਾ ਪੈਸਾ ਖੜਿਆ ਜਿਹੜੀ ਡਾਂਗ ਪੈਂਦੀ ਉਹਨੂੰ, ਦੇਖਦੇ ਜੀ ਸਾਹਿਬ। ਠੀਕ ਹੈ ਜੀ, ਅੱਗੇ ਚਲੀਏ। ਸੌਰੀ ਮੈਂ ਕਥਾ ਇੱਧਰ ਦੇ ਟੌਪਿਕ ਬਾਹਰ ਚਲ ਗਿਆ। ਸ਼ੋਭਾ ਰਾਜ ਵਿਭੈ ਵਡਿਆਈ, ਅੰਤ ਨਾ ਕਾਹੂ ਸੰਗ ਸਹਾਈ। ਦੇਖ ਲਓ ਭਾਈ, ਹੁਣ ਕਬੀਰ ਜੀ ਸਾਰਾ ਦੱਸ ਰਹੇ ਆ ਬਾਹਰ ਜਿਹੜੀ ਚੀਜ਼ ਜਿਹੜੀ ਹੈਗੀ ਨਾਸਵਾਨ ਚੀਜ਼ਾਂ ਹੈਗੀਆਂ, ਉਹਨਾਂ ਦੇ ਬਾਰੇ ਜਾਣਕਾਰੀ ਦੇ ਰਹੇ ਆ। ਕਹਿੰਦੇ ਦੁਨੀਆ ਦੇ ਵਿੱਚ ਸ਼ੋਭਾ, ਦੁਨੀਆ ਦੇ ਵਿੱਚ ਤੇਰੀ ਸ਼ੋਭਾ ਹੋ ਜਾਏ, ਦੁਨੀਆ ਦੇ ਵਿੱਚ ਲੋਕੀ ਤੇਰੀ ਜੈ ਜੈਕਾਰ ਕਰਨ, ਰਾਜ ਤੈਨੂੰ ਰਾਜ ਮਿਲ ਜਾਏ। ਵਿਭੈ ਕਹਿੰਦੇ ਵੈਭਵ, ਧਨ ਦੌਲਤ, ਅਮੀਰੀ, ਵਡਿਆਈ, ਕਹਿੰਦੇ ਤੂੰ ਬਹੁਤ ਵੱਡਾ ਹੋ ਜਾਏ। ਅੰਤ ਨਾ ਕਾਹੂ ਸੰਗ ਸਹਾਈ, ਇਹਨਾਂ ਦੇ ਵਿੱਚੋਂ ਅਖੀਰ ਤੇ ਤੇਰੇ ਨਾਲ ਜਾਣ ਵਾਲੀ ਚੀਜ਼ ਕੋਈ ਨਹੀਂ ਹੈਗੀ। ਕਿਸੇ ਨੇ ਤੈਨੂੰ ਜਿਹੜਾ ਹੈਗਾ ਉੱਥੇ ਜਿਹੜਾ ਹੈਗਾ ਧਰਮਰਾਜ ਦੇ ਕੋਲ ਨਹੀਂ ਬਚਾਉਣਾ ਕਿਸੇ ਨੇ। ਫਿਰ ਇਸ ਤੋਂ ਬਾਅਦ ਕਹਿੰਦੇ ਆ ਪੁੱਤਰ ਕਲੱਤਰ ਲక్ష్ਮੀ ਮਾਇਆ। ਕਹਿੰਦੇ ਆ ਇਹ ਬੱਚੇ ਪੁੱਤਰ ਤੇ ਜਿਹੜੇ ਹੈਗੇ ਆ ਪੁੱਤ ਤੇ ਧੀਆਂ, ਕਲੱਤਰ ਕਹਿੰਦੇ ਆ ਘਰ ਵਾਲੀ, ਲక్ష్ਮੀ ਕਹਿੰਦੇ ਆ ਧਨ ਦੌਲਤ, ਤੇ ਮਾਇਆ ਜੋ ਕੁਛ ਵੀ ਦਿਸ ਰਹੀ ਹੈ ਮਾਇਆ। ਇਨ ਤੇ ਕਹੋ ਕਬ ਨੇ ਸੁਖ ਪਾਇਆ, ਇਹਨਾਂ ਤੋਂ ਕਿਹਨੇ ਸੁਖ ਪ੍ਰਾਪਤ ਕੀਤਾ ਹੈ ਭਾਈ? ਅੱਜ ਤੱਕ ਦੱਸ ਦਿਓ ਕਿਹੜਾ ਹੈਗਾ ਜਿਹੜਾ ਸੁਖ ਲੈ ਕੇ ਗਿਆ ਨਾਲ। ਕਹਿਤ ਕਬੀਰ ਅਵਰ ਨਹੀਂ ਕਾਮਾ, ਹਮਰੇ ਮਨ ਧਨ ਰਾਮ ਕੋ ਨਾਮਾ। ਕਬੀਰ ਜੀ ਕਹਿੰਦੇ ਗਿਆਨ ਦੀ ਨੁਕਤੇ ਦੀ ਗੱਲ ਹੈਗੀ ਭਾਈ, ਹੋਰ ਕੋਈ ਕੰਮ ਜਿਹੜਾ ਹੈਗਾ ਉਹ ਨਾਲ ਨਹੀਂ ਜਾ ਸਕਦਾ, ਉਹ
ਉਹ ਕੀਤਾ ਹੋਇਆ ਜਿਹੜਾ ਹੈਗਾ ਉਹਨੇ ਨਾਲ ਨਹੀਂ ਜਾਣਾ। ਉਹਨੇ ਪਰਮਾਰਥ ਦੇ ਵਿੱਚ ਧਰਮਰਾਜ ਦੇ ਕੋਲ ਨਹੀਂ ਆਪਾਂ ਨੂੰ ਬਚਾਉਣਾ। ਪਰਮੇਸ਼ਰ ਦੇ ਨਾਮ ਦੇ ਧਨ ਤੋਂ ਇਲਾਵਾ ਹਮਰਾ ਮਨ ਤਨ ਰਾਮ ਕੋ ਨਾਮਾ, ਸਾਡੇ ਕੰਮ ਆਉਣ ਵਾਲੀ ਚੀਜ਼ ਉਹ ਮਾਲਕ ਪਰਮਾਤਮਾ ਆ ਅਤੇ ਉਹਦੀ ਭਗਤੀ ਹੈਗੀ ਭਾਈ। ਇਸੇ ਨੇ ਇਹ ਨਾਮ ਧਨ ਜਿਹੜਾ ਹੈਗਾ ਇੱਥੇ ਵੀ ਆਪਾਂ ਜਿਹੜੇ ਇਹਨੂੰ ਖਰਚ ਸਕਦੇ ਹਾਂ ਔਰ ਅੱਗੇ ਵੀ ਇਹੀ ਜਾਊਗਾ। ਅੱਗੇ ਦੀ ਵੀ ਖੁਰਾਕ ਇਹੀ ਹੈਗੀ ਭਾਈ, ਅੱਗੇ ਦਾ ਧਨ ਵੀ ਇਹੀ ਹੈਗਾ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਹਲਤ ਤੇ ਪਲਤ ਦੋਨੇ ਹੀ ਸੌਰ ਜਾਂਦੇ ਨੇ, ਇਹ ਵੀ ਸੌਰ ਜਾਂਦਾ ਤੇ ਉਹ ਵੀ ਸੌਰ ਜਾਂਦਾ। ਜਿਹਦਾ ਇਹ ਨਹੀਂ ਨਾ ਸੌਰਿਆ ਢਈ ਹੋਇਆ ਤੇ ਅਗਲਾ ਤੇ ਭੁੱਲ ਜੋ, ਉਹ ਕਿੱਥੋਂ ਸੌਰ ਜੂਗਾ। ਜਿਹੜੇ ਬੰਦੇ ਨੇ ਹੁਣ ਹੀ ਕੁਛ ਨਹੀਂ ਕੀਤਾ ਅੱਗੇ ਜਾ ਕੇ ਕਿੱਥੋਂ ਹੋ ਜੂਗਾ। ਹੁਣ ਤੇ ਆਪਣੇ ਹੱਥ ਸਰੀਰ ਆ, ਸਾਰਾ ਕੁਝ ਆ, ਆਪਣੇ ਕੋਲ ਸੋਰਸ ਹੈਗੇ ਨੇ, ਆਪਣੇ ਕੋਲ ਪ੍ਰਮਾਤਮਾ ਨੇ ਸਹੂਲਤਾਂ ਦਿੱਤੀਆਂ। ਬਾਣੀ ਵੈ ਕਹਿੰਦੀ ਹੈ ਕਿ ਤੇਰੇ ਕੋਲ ਜੇ ਬਹੁਤ ਜ਼ਿਆਦਾ ਸਹੂਲਤਾਂ ਨੇ ਔਰ ਇਹਦੇ ਬਾਵਜੂਦ ਵੀ ਤੂੰ ਨਾਮ ਨਹੀਂ ਨਾ ਜਪਿਆ ਤੇ ਤੇਰੇ ਤੋਂ ਮਾੜਾ ਬੰਦਾ ਧਰਤੀ ਤੇ ਨਹੀਂ ਹੋਏਗਾ। ਖਾਸ ਕਰਕੇ ਬਾਣੀ 'ਚ ਸਮਝਾਇਆ ਗਿਆ। ਕਹਿੰਦੇ ਆ ਕਿ ਆਦ ਤੇ ਲਿਖਿਆ ਇਹਦੇ ਅੰਤ ਨਾ ਸਭ ਸੋਭਾ ਰਾਜ ਸਭੇ। ਹਾਂ, ਸੋਭਾ ਰਾਜ ਵਿਭੈ ਵਡਿਆਈ। ਸੋਭਾ ਜਿਹੜੀ ਹੈਗੀ ਦੁਨੀਆ ਦੇ ਵਿੱਚ ਸੋਭਾ ਹੋ ਜਾਏ, ਰਾਜ ਮਿਲ ਜਾਏ, ਵਿਭੈ ਕਹਿੰਦੇ ਵੈਭਵ ਧਨ ਦੌਲਤ ਮਿਲ ਜਾਏ, ਵਡਿਆਈ ਹੋ ਜਾਏ, ਕਹਿੰਦੇ ਅੰਤ ਨਾ ਕਾਹੂ ਸੰਗ ਸਹਾਈ। ਕਿਸੇ ਨੇ ਨਾਲ ਨਹੀਂ ਜਾਣਾ। ਜਸ ਨਹੀਂ ਲੋਕੀ ਪ੍ਰਾਪਤ ਕਰਦੇ। ਫਲਾਨਾ ਬੜਾ ਬੰਦਾ ਇੰਜ ਦਾਨੀ ਹੈ ਤੇ ਉਹ ਆ, ਉਹ ਕਹਿੰਦੇ ਸੋਭਾ ਚਾਹੁੰਦਾ। ਲੋਕੀ ਇਹ ਨਹੀਂ ਕਿ ਦਾਨ ਕਰਦੇ, ਲੋਕੀ ਜੇ ਕੋਈ ਦਾਨ ਵੀ ਕਰਦੇ ਤੇ ਉਹਦੇ ਬਦਲੇ ਅਖਬਾਰ 'ਚ ਫੋਟੋ ਮੰਗਦੇ ਨੇ। ਸੋਭਾ ਹੋਵੇ ਇਹਨਾਂ ਦੀ। ਉਹ ਕੋਈ ਫ੍ਰੀ 'ਚ ਦਾਨ ਨਹੀਂ ਕਰਦਾ। ਇੱਥੇ ਪਤਾ ਨਹੀਂ ਕਿੱਥੇ ਵੇਖਿਆ ਕਿਰਪਾਨ ਚੜਾਈ 20 ਕਿਲੋ ਦੀ ਸੋਨੇ ਦੀ। ਕਿਉਂ? ਸੋਭਾ ਚਾਹੁੰਦੇ ਨੇ ਲੋਕਾਂ ਨੂੰ ਕਿ ਲੋਕੀ ਯਾਦ ਕਰਨ ਉਹਨਾਂ ਦੇ ਸ਼ਹਿਰ ਵੀ 20 ਕਿਲੋ ਦੀ ਕਿਰਪਾਨ ਨਾਲ ਫਲਾਣੇ ਬੰਦੇ ਨੇ ਚੜਾਈ। ਸੋਭਾ ਚਾਹੁੰਦੇ। ਫਿਰ ਕਹਿੰਦੇ ਨੇ ਕਿ ਇਹ ਚੀਜ਼ ਚੰਗੀ ਨਹੀਂ ਹੈ, ਤੂੰ ਵਡਿਆਈ ਕਰਵਾ ਰਹੇ ਆ। ਅੰਤ ਨਾ ਕਾਹੋ ਸੰਗ ਸਹਾਈ। ਕਹਿੰਦੇ ਇਹਨਾਂ ਚੋਂ ਤੇਰੇ ਕਿਸੇ ਨੇ ਸਹਾਈ ਨਹੀਂ ਹੋਣਾ। ਤੂੰ ਸੋਭਾ ਚਾਹੁੰਦਾ, ਲੋਕ ਚਾਹੁੰਦਾ ਕਿ ਲੋਕ ਮੈਨੂੰ ਜਾਣਨ ਕਿ ਮੈਂ ਇੱਥੇ ਰਹਿਣਾ ਧਰਤੀ ਤੇ, ਔਰ ਉਹਦੇ ਲਈ ਤੂੰ ਬੜੇ ਪੰਗੇ ਲੈ ਰਿਹਾ। ਉਹ ਖਾਸ ਕਰਕੇ ਇਹ ਜੀਵਨ ਦੇ ਵਿੱਚ ਵੀ ਇੱਕ ਵੱਡਾ ਘਰ, ਵੱਡੀ ਗੱਡੀ ਲੈਣੀ ਕੋਈ ਮਾੜੀ ਚੀਜ਼ ਨਹੀਂ ਆ, ਆਪ ਲੈ ਸਕਦੇ। ਪਰ ਕਿਸੇ ਹੱਦ ਤੱਕ ਤੇ ਬੰਦੇ ਦੇ ਮਨ 'ਚ ਇਹ ਹੁੰਦਾ ਕਿ ਮੈਨੂੰ ਲੋਕ ਰਿਕੋਗਨਾਈਜ਼ ਕਰਨ, ਮੈਨੂੰ ਕਹਿਣ ਕਿ ਹਾਂ ਬਈ ਫਲਾਣਾ ਬੰਦਾ ਵੀ ਕੋਈ ਕਿੱਡਾ ਵੱਡਾ ਮਹਿਲ ਪਾਇਆ ਪਿੰਡ 'ਚ, ਕਿੱਡੀ ਵੱਡੀ ਗੱਡੀ। ਸੋ ਉਹ ਸਭ ਚੀਜ਼ਾਂ ਨੇ। ਬੰਦਾ ਇਹ ਚੀਜ਼ ਨੂੰ ਵਡਿਆਈ ਚਾਹੁੰਦਾ ਹੈ। ਬੰਦਾ ਮੇਰੀ ਵਡਿਆਈ ਕੀਤੀ ਜਾਵੇ। ਇੱਥੋਂ ਤੱਕ ਕਿ ਸਰੀਏ ਦਾ ਭਰਿਆ ਟਰੱਕ, ਸੀਮਟ ਦਾ ਭਰਿਆ ਟਰੱਕ ਪੂਰਾ ਸਾਰਾ ਚਾੜ ਸਕਦਾ ਬੰਦਾ। ਕਿਉਂ ਚਾੜੇਗਾ? ਕਿਉਂਕਿ ਇੱਥੇ ਸੋਭਾ ਮਿਲਦੀ ਹੈ, ਲੋਕ ਉਹਨੂੰ ਜਾਣਦੇ। ਇਸ ਕਰਕੇ ਬੰਦਾ ਏਦਾਂ ਕੰਮ ਕਰਦਾ। ਫਿਰ ਕਹਿੰਦੇ ਅੰਤ ਦੇ ਸਮੇਂ ਤੇਰੀ ਕਿਸੇ ਨੇ ਏਦਾਂ ਦੀ ਚੀਜ਼ ਨੇ ਮਦਦ ਨਹੀਂ ਕਰਨੀ, ਕਿਉਂਕਿ ਤੂੰ ਨਾਮ ਨਹੀਂ ਜਪਿਆ। ਬਾਣੀ 'ਚ ਕਿਹਾ ਕਿ ਨਾਮ ਤੋਂ ਬਿਨਾਂ ਤੇਰੇ ਸੰਗ ਕੋਈ ਸਹਾਈ ਨਹੀਂ ਹੋਵੇਗਾ। ਤੂੰ ਤਿਆਰੀ ਨਹੀਂ ਕੀਤੀ। ਤੂੰ ਜਿਸ ਸਫ਼ਰ ਤੇ ਜਾਣਾ ਸੀ ਤੂੰ ਬਿਲਕੁਲ ਤਿਆਰੀ ਨਹੀਂ ਕੀਤੀ। ਲੰਮੀਆਂ ਤਾਣ ਕੇ ਬੈਠਾ ਰਿਹਾ ਔਰ ਸਮਾਂ ਕੱਟਿਆ ਤੇ ਅੱਜ ਵੇਖ ਤੇਰੇ ਪੱਲੇ ਕੁਛ ਨਹੀਂ ਹੈਗਾ। ਸਭ ਕੁਛ ਨਿਕਲ ਚੁੱਕਿਆ। ਹੁਣ ਤੇਰਾ ਜੀਵਨ ਵੀ ਨਿਕਲ ਗਿਆ, ਕੁਛ ਵੀ ਨਹੀਂ ਮਿਲੇਗਾ। ਉਹ ਕਹਿੰਦੇ ਅੰਤ ਵੇਲੇ ਹੁਣ ਤੇਰੀ ਉਹ ਮਦਦ ਨਹੀਂ ਕਰਨਗੇ ਕਿ ਉਹਦੇ ਚੀਜ਼ਾਂ ਸੰਸਾਰੀ ਸੀ, ਸੰਸਾਰ ਨੂੰ ਦਿਖਾਉਣ ਵਾਸਤੇ ਕੀਤੀਆਂ, ਪਰ ਤੇਰੇ ਅੰਦਰ ਤੇ ਮੈਲ ਤੇ ਉਹ ਹੈਗੀ ਆ। ਉਹ ਮੈਲ ਤੇ ਦੂਰ ਨਹੀਂ ਹੋਈ। ਚਿੱਤ ਤੇਰਾ ਸ਼ਾਂਤ ਨਹੀਂ ਹੋਇਆ ਤੇ ਚਿੱਤ ਦੇ ਅੰਦਰ ਉਸੇ ਤਰ੍ਹਾਂ ਹੀ ਔਗਣ ਨੇ। ਬੇਸ਼ੱਕ ਤੂੰ ਲੋਕਾਂ ਨੂੰ ਬਾਹਰ ਬੜਾ ਦਿਖਾਉਂਦਾ ਰਿਹਾ, ਪਰਮਾਤਮਾ ਦੇ ਦਰ ਦੇ ਵਿੱਚ ਉਹਦੀ ਕੋਈ ਵੈਲਿਊ ਨਹੀਂ। ਕਹਿੰਦੇ ਪੁੱਤਰ ਕਲੱਤਰ ਲక్ష్ਮੀ ਮਾਇਆ ਇੰਨੇ ਕਹੋ ਕਵਣੇ ਸੁਖ ਪਾਇਆ। ਹੁਣ ਇੱਕ ਚੀਜ਼ ਨੂੰ ਦੇਖੋ, ਮੈਂ 2 ਮਿੰਟ ਪਹਿਲਾਂ ਤੁਹਾਡੇ ਨਾਲ ਗੱਲ ਕੀਤੀ ਸੀ ਨਾ, ਬਾਣੀ ਫੇਰ ਆ ਗਈ ਨਾ ਉੱਥੇ। ਬਾਣੀ ਨਹੀਂ ਹਿਲ ਸਕਦੀ, ਮੋਹ ਤੋਂ ਪੁੱਟਣਾ ਚਾਹੁੰਦੀ ਹੈ। ਤੁਹਾਨੂੰ ਵੀ ਤੁਸੀਂ ਇਹ ਗੱਲਾਂ ਸੁਣਾਈਆਂ। ਉਹ ਕਹਿੰਦੇ ਪੁੱਤਰ ਕਲੱਤਰ ਲక్ష్ਮੀ ਮਾਇਆ, ਕਹਿੰਦੇ ਇਨਕੇ ਕਹੇ ਕਵਣੇ ਸੁਖ ਪਾਇਆ। ਕਹਿੰਦੇ ਪੁੱਤਰ ਵਹੁਟੀ ਧਨ ਪਦਾਰਥ, ਜਿਹੜਾ ਬੰਦਾ ਇਹਨਾਂ ਚ ਗਵਾਚਿਆ ਹੈ, ਇਹਨਾਂ ਦੇ ਵਿੱਚ ਕਿਸੇ ਨੇ ਸੁਖ ਪਾਇਆ ਤੱਕ। ਆਪ ਜਸਟ ਸੋਚੋ, ਜਿਹੜਾ ਕੀ ਸੀ ਉਹ ਰਾਜਾ ਜਿਹਨੇ ਤਾਜ ਮਹਿਲ ਬਣਾਇਆ ਸੀ, ਸ਼ਾਹਜਹਾਂ। ਹਾਂਜੀ। ਤੇ ਵੇਖ ਲਓ ਉਹਦਾ ਅੰਤ ਕਿੱਡਾ ਮਾੜਾ। ਠੀਕ ਹੈ ਨਾ। ਬੱਚੇ ਪਾਲੇ, ਇੱਕ ਉਹਦਾ ਮੁੰਡਾ ਸੀ, 2 ਮੁੰਡੇ ਪਤਾ ਕਿੰਨੇ ਮੁੰਡੇ। ਫਿਰ ਵੇਖੋ ਉਹਨੇ ਕੀ ਕੀ ਸੋਚਿਆ। ਆਖਰ ਚ ਬੱਚੇ ਹੀ ਉਹਦੇ ਦੁੱਖ ਦਾ ਕਾਰਨ ਬਣ ਗਏ। ਇੱਕ ਆਮ ਬੰਦਾ ਹੋਵੇ ਨਾ ਤੇ ਚਲੋ ਕੋਈ ਗੱਲ ਨਹੀਂ, ਉਹਦੇ ਨਾਲ ਤਾਂ ਆਪਾਂ ਮੰਨਦੇ ਹਾਂ। ਹੁਣ ਮੈਂ ਆਪਣੇ ਸਾਲਿਆਂ ਦੀ ਗੱਲ ਸੁਣਾਈ ਆ, ਇੱਕ ਸਧਾਰਨ ਜਿਹੇ ਬੰਦੇ ਦੀ ਗੱਲ ਕੀਤੀ, ਇੱਕ ਆਮ ਆਦਮੀ ਦੀ ਕਾਮਨ ਜੀ ਗੱਲ ਆ। ਇਹ ਘਰ ਘਰ ਦੀ ਕਹਾਣੀ ਆ।
ਆਪ ਜਸਟ ਸੋਚੋ, ਸ਼ਾਹਜਹਾਨ ਨੂੰ ਜੇਲ੍ਹ 'ਚ ਰੱਖ ਲਿਆ ਉਹਦੇ ਮੁੰਡੇ ਨੇ, ਅੰਦਰ ਤਾੜਤਾ, ਭੈਣ ਨੂੰ ਲਿਆਂਦਾ ਉਹਨੂੰ ਵੀ ਅੰਦਰ ਤਾੜਤਾ, ਭਰਾ ਨੂੰ ਮਾਰਤਾ। ਬਾਣੀ ਕਹਿ ਰਹੇ ਨੇ, ਕਹਿੰਦੇ ਪੁੱਤਰ ਕਲੱਤਰ ਲక్ష్ਮੀ ਮਾਇਆ, ਕਹਿੰਦੇ ਤੇਰੇ ਮਤਲਬ ਤੂੰ ਜਿਹੜੇ ਚੱਕਰਾਂ 'ਚ ਫਿਰਦਾ ਨਾ, ਏਡੀ ਵਧੀਆ ਚੱਕਰਬਾਈ ਨਹੀਂ ਹੈਗੀ, ਠੀਕ ਆ ਫਰਜ਼ ਨਿਭਾ, ਪਰ ਮੋਹ 'ਚ ਨਾ ਆ ਜੀ, ਕੋਈ ਏਦਾਂ ਦੇ ਕਰਮ ਨਾ ਕਰ ਲਈ, ਕਿਉਂਕਿ ਇਹਨਾਂ ਨੇ ਤੇਰੀ ਮਦਦ ਨਹੀਂ ਉਹ ਕਰਨੀ। ਇਹ ਤੇ ਇਹ ਜੀਵ ਹੈਗੇ ਨੇ, ਆਪਣੇ ਆਪਣੇ ਉਹ ਸਫ਼ਰ ਤੇ ਤੁਰੇ ਹੋਏ ਨੇ, ਤੇਰੇ ਨਾਲ ਕੇਵਲ ਇਹ ਰਿਸ਼ਤਾ ਇਸ ਲਈ ਆ ਕਿਉਂਕਿ ਇਹ ਪ੍ਰਕਿਰਤੀ ਦਾ ਨਿਯਮ ਹੈ। ਬੱਚਾ ਰੱਬ ਤੋਂ ਨਹੀਂ ਡਿੱਗ ਸਕਦਾ, ਇਨਸਾਨ 'ਚ ਹੀ ਪੈਦਾ ਹੁੰਦਾ ਹੈ, ਇਸੇ ਲਈ ਮਾਇਆ ਕੰਮ ਕਰਦੀ ਆ। ਤੂੰ ਜ਼ਿਆਦਾ ਚੱਕਰਾਂ 'ਚ ਨਾ ਪਵੇਂ, ਕਿਉਂਕਿ ਇਹਨਾਂ ਦੇ ਵਿੱਚ ਤੂੰ ਗਵਾਚ ਕੇ ਤੂੰ ਆਪਣਾ ਮਾਰਗ ਭੁੱਲ ਜੇ, ਕਿਉਂਕਿ ਤੂੰ ਭੁੱਲ ਜਾਂਦਾ ਇੱਕ ਵਾਰੀ ਨਹੀਂ। ਉਹ ਕਹਿੰਦੇ ਨੇ ਐਸੇ ਘਰ ਹਮ ਬਹੁਤ ਬਸਾਏ। ਮੇਜਰ ਸਾਹਿਬ ਬਿਲਕੁਲ, ਐਸੇ ਘਰ ਹਮ ਬਹੁਤ ਬਸਾਏ। ਉਹ ਕਹਿੰਦੇ ਮੈਂ ਬੜੇ ਘਰ ਵਸਾਏ ਆ, ਮੈਂ ਬੜੇ ਜਨਮ ਪਿੱਛੇ ਵੀ ਜਾ ਕੇ ਦੇਖ ਲਿਆ। ਉਹ ਮੈਂ ਕਈ ਵਾਰੀ ਇਹ ਪੰਗਾ ਲਿਆ, ਕਈਆਂ ਦੀ ਮੈਂ ਘਰ ਦੀ ਬਣਿਆ, ਘਰ ਦਾ ਬਣਿਆ, ਕਿਸੇ ਦਾ ਬੱਚਾ ਬਣਿਆ, ਕਿਸੇ ਦਾ ਮਾਂ ਬਣਿਆ, ਕਿਸੇ ਦਾ ਪਿਓ ਬਣਿਆ, ਉਹ ਮੈਂ ਬੜੇ ਵਸਾਏ ਆ। ਹੁਣ ਮੈਨੂੰ ਪਤਾ ਲੱਗ ਗਿਆ ਇੱਕ ਇੱਥੇ ਗਲਤੀ ਹੋ ਰਹੀ ਹੈ, ਠੀਕ ਹੈ। ਹੁਣ ਮੈਂ ਰਹਿਣਾ ਉਹਨਾਂ ਦੇ ਨਾਲ ਹੀ ਆ, ਮੈਂ ਸਾਰਾ ਕੰਮ ਕਰਦਾ, ਪਰ ਮੈਂ ਇੱਕ ਡਿਊਟੀ ਸਮਝਦਾ, ਮੋਹ ਦੇ ਵਿੱਚ ਨਹੀਂ ਹੁੰਦਾ। ਕਿਸੇ ਦਾ ਧਨ ਚੁੱਕ ਕੇ ਆਪਣੇ ਬੱਚਿਆਂ ਨੂੰ ਨਹੀਂ ਮੈਂ ਦਿੰਦਾ, ਕਿਸੇ ਚੀਜ਼ ਖੋ ਕੇ ਮੈਂ ਆਪਣੇ ਘਰ ਨਹੀਂ ਖਾੜਦਾ, ਮੈਂ ਕੇਵਲ ਆਪਣੀ ਮਿਹਨਤ ਕਰਕੇ ਚੀਜ਼ ਲੈ ਕੇ ਜਾ ਰਿਹਾ, ਇਮਾਨਦਾਰੀ ਨਾਲ ਜੀਵਨ ਬਤੀਤ ਕਰ ਰਿਹਾ। ਕਹਿਣ ਤੋਂ ਬਾਅਦ ਮੇਰੇ ਜੀਵਨ 'ਚ ਧਰਮ ਹੈਗਾ। ਫਿਰ ਅੱਗੇ ਕਹਿ ਰਹੇ ਨੇ, ਇਨਕੇ ਕਹੇ ਕਵਨੇ ਸੁਖ ਪਾਇਆ, ਇਹਨਾਂ ਦੇ ਨਾਲ ਕੋਈ ਬੰਦਾ ਸੁਖੀ ਨਹੀਂ ਹੋ ਸਕਦਾ। ਇਹ ਕਬੀਰ ਜੀ ਗੱਲ ਕਹਿ ਰਹੇ ਨੇ ਆ, ਤੇ ਆਪ ਮਨ 'ਚ ਬਹਾ ਲਓ ਕਿ ਜਿਹੜੀ ਕਿਸੇ ਦੀ ਮੈਂ ਛੱਤ ਆ, ਉਹਦੀ ਮੈਂ ਛੱਤ ਖੋਲੀ, ਕਿਸੇ ਦੀ ਛੱਤ ਖੋ ਕੇ ਮੈਂ ਆਪਣੇ ਤੇ ਪਾਲੀ, ਉਹਨੂੰ ਓਦਾਂ ਮੈਂ ਧੁੱਪੇ ਛੱਡਤਾ, ਮੀਂਹ ਦੇ ਥੱਲੇ ਛੱਡਤਾ, ਕਿ ਸੱਚੀ ਉਹ ਜਿਹੜੀ ਛੱਤ ਮੈਂ ਆਪਣੇ ਤੇ ਪਾਈ ਉਹ ਮੈਨੂੰ ਸੁੱਖ ਦੇਵੇਗੀ? ਨਿਜਰ ਸਾਹਿਬ ਨਹੀਂ ਦੇ ਸਕਦੀ। ਪਰ ਬੰਦਾ ਏਦਾਂ ਸੋਚਦਾ ਥੋੜੀ ਹੈ। ਬੰਦਾ ਲੈ ਆਉਂਦਾ, ਲੋਕਾਂ ਦੀਆਂ ਛੱਤਾਂ ਖੋਲ ਲੈਂਦਾ, ਲੋਕਾਂ ਦੀਆਂ ਜ਼ਮੀਨਾਂ ਖੋਲ ਲੈਂਦਾ, ਇੱਥੋਂ ਤੱਕ ਕਿ ਲੋਕਾਂ ਦੀਆਂ ਨੌਕਰੀਆਂ ਵੀ ਖੋਲ ਲੈਂਦਾ। ਪਰ ਫਿਰ ਕਿਹਨਾਂ ਨੂੰ ਦੇ ਦਿੰਦਾ? ਆਪਣੇ ਜਾਣ ਪਛਾਣ ਵਾਲਿਆਂ ਨੂੰ। ਪਰ ਉਹ ਨਹੀਂ ਸੋਚਦਾ ਉਹ ਕਿਸੇ ਦੀ ਨੌਕਰੀ ਹੋ ਕੇ ਤੂੰ ਆਪਣੇ ਭੈਣ ਭਰਾ ਕਿਸੇ ਨੂੰ ਦੇਤੀ ਆ, ਪਰ ਤੈਨੂੰ ਪਤਾ ਹੈ ਉਹਨੂੰ ਨੌਕਰੀ ਮਿਲ ਗਈ ਆ, ਤੇਰੇ ਰਿਸ਼ਤੇਦਾਰ ਨੂੰ, ਪਰ ਜਿਹੜਾ ਕਰਮ ਦਾ ਫਲ ਹੈ ਉਹ ਤੈਨੂੰ ਭੋਗਣਾ ਪੈਣਾ, ਕਿ ਤੂੰ ਕੀਤਾ ਇਹ ਕੰਮ। ਤੂੰ ਕਿਸੇ ਦੇ ਮੂੰਹ 'ਚ ਰੋਟੀ ਖੋ ਕੇ, ਉਹਦੀਆਂ ਦੰਦ ਖੋ ਕੇ, ਇੱਕ ਦੰਦ ਉੱਪਰ ਕੀਤਾ ਥੱਲੇ ਕੀਤਾ, ਉਹ 'ਚ ਹੱਥ ਪਾ ਕੇ ਚੀਜ਼ ਖੋਲੀ ਆ, ਉਹਦੇ ਮੂੰਹ 'ਚੋਂ ਕੱਢ ਕੇ ਕਿਸੇ ਦੇ ਮੂੰਹ 'ਚ ਪਾਉਂਦੇ ਆ, ਜ਼ਿੰਮੇਵਾਰ ਤੂੰ ਆ, ਕਿਉਂਕਿ ਤੂੰ ਕੀਤਾ ਹੈ ਕਰਮ। ਬਹੁਤ ਵੱਡੇ ਲੈਵਲ ਤੇ ਪਾਵਰ ਵਰਤੀ ਹੈ। ਇਸ ਲਈ ਬਾਣੀ ਕਹਿ ਰਹੀ ਆ, ਤਪੋ ਰਾਜ ਤੇ ਰਾਜੋ ਨਰ। ਜਦੋਂ ਰਾਜ ਮਿਲ ਜਾਂਦਾ ਬੰਦਾ ਫਿਰ ਭੁੱਲ ਜਾਂਦਾ ਹੈ, ਮਾਇਆ ਧਾਰੀ ਅੱਤ ਅੰਨਾ ਬੋਲਾ, ਤੈਨੂੰ ਸੁਣਦਾ ਵੀ ਨਹੀਂ ਆ, ਬੋਲਾ ਕੋਲ ਵਿਚੋਲਾ ਹੋ ਜਾਂਦਾ ਹੈ। ਉਹ ਸਭ ਤੇਰਾ ਹੈ। ਫਿਰ ਕਹਿ ਰਹੇ ਨੇ ਅੱਗੇ, ਹਾਂਜੀ ਨਿਜਰ ਸਾਹਿਬ, ਕਹਿਤ ਕਬੀਰ ਅਵਰ ਨਹੀਂ ਕਾਮਾ, ਕਹਿੰਦੇ ਹੋਰ ਕੋਈ ਕੰਮ ਨਹੀਂ ਹੈਗਾ ਭਾਈ, ਹੋਰ ਕੋਈ ਕੰਮ ਨਹੀਂ ਹੈ ਮਾਲਕ ਪਰਮਾਤਮਾ ਤੋਂ ਜਿਹੜਾ ਹੈਗਾ, ਉਹਦੀ ਭਗਤੀ ਤੋਂ ਇਲਾਵਾ ਇਸ ਸੰਸਾਰ ਤੋਂ, ਇਸ ਜਾਲ ਤੋਂ ਜੋ ਮਾਲਕ ਨੇ ਖੇਡ ਬਣਾਈ ਹੈ, ਇਹਨੂੰ ਜਿੱਤਣ ਦੇ ਵਾਸਤੇ ਹੋਰ ਕੋਈ ਦਾ ਨਹੀਂ ਲੱਗ ਸਕਦਾ ਭਾਈ। ਹਮਾਰਾ ਮਨ ਤਨ ਰਾਮ ਕੋ ਨਾਮਾ, ਮਨ ਲਗਾ ਕੇ ਪਰਮੇਸ਼ਰ ਦੀ ਭਗਤੀ ਕਰ ਲਾ, ਧਿਆਨ ਸਿਮਰਨ ਕਰ ਲਾ, ਬਸ ਆਹੀ ਤਨ ਹੈਗਾ। ਹਾਂਜੀ ਵੀਰ ਜੀ, ਬਿਲਕੁਲ ਠੀਕ ਹੈ ਜੀ। ਆਖਰ ਤੇ ਕਹਿੰਦੇ ਨੇ ਕਿ ਭਗਤੀ ਤੋਂ ਇਲਾਵਾ ਤੇਰਾ ਛੁਟਕਾਰਾ ਨਹੀਂ ਹੋ ਸਕਦਾ। ਜੇਕਰ ਕਿਸੇ ਨੇ ਤੈਨੂੰ ਪੜ੍ਹਾ ਦਿੱਤਾ ਹੈ, ਤੈਨੂੰ ਸਮਝਾ ਦਿੱਤਾ ਹੈ, ਤੇ ਤੂੰ ਆਪਣੇ ਆਪ ਨੂੰ ਧੋਖਾ ਨਾ ਦੇ। ਇੰਨੀ ਗੱਲ ਆਪਾਂ ਕਹਿਣਾ ਚਾਹੁੰਦੇ। ਠੀਕ ਹੈ ਨਿਜਰ ਸਾਹਿਬ, ਕੇਵਲ ਤੈਨੂੰ ਭਗਤੀ ਹੀ ਕਰਨੀ ਪਊਗੀ। ਜਦ ਤੱਕ ਉਹ ਬੰਦਗੀ ਨਹੀਂ ਕਰੇਗਾ ਤੇਰਾ ਛੁਟਕਾਰਾ ਨਹੀਂ। ਅੱਜ ਦੀ ਵਿਚਾਰ ਨਿਜਰ ਸਾਹਿਬ ਇੱਥੇ ਹੀ। ਹਾਂਜੀ ਵੀਰ ਜੀ, ਬਹੁਤ ਵਧੀਆ ਜੀ। ਹਾਂ, ਥੋੜਾ ਸਮਾਂ ਵੱਧ ਲਾਤਾ, ਤੁਹਾਡੇ 10-20 ਮਿੰਟ ਲੈ ਗਏ ਉੱਪਰ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ, ਆ ਕਾਲ ਮੂਰਤ ਆ ਜੂਨੀ ਸਹਿ ਭੰਗ ਗੁਰ ਪ੍ਰਸਾਦ। ਇਹ ਮੇਰੇ ਪਿਤਾ ਗਰੀਬ ਨੂੰ ਆਜ ਬਾਣੀ ਪੜ੍ਹਦੇ ਆ, ਵਿਚਾਰ ਕਰਦੇ ਆ, ਬਾਣੀ ਸਰਵਣ ਕਰਦੇ ਆ, ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਹੋ ਗਈਆਂ, ਗਲਤੀਆਂ ਹੋ ਗਈਆਂ, ਨਿਦਾਨ ਬੱਚੇ ਸਮਝ ਤੋਂ ਮਾਫ ਕਰੋ। ਅੱਗੇ ਤੋਂ ਸ਼ੁੱਧ ਤੇ ਸਪਸ਼ਟ ਬਾਣੀ ਪੜ੍ਹਨ ਦੀ ਆਗਿਆ ਬਖਸ਼ੀ, ਘਰਾਂ ਵਿੱਚ ਸੁੱਖ ਸ਼ਾਂਤੀ ਬਖਸ਼ਣੀ, ਆਪਣਾ ਨਾਮਦਾਨ ਬਖਸ਼ਣਾ, ਮੇਰੇ ਪਿਤਾ ਦੀਨ ਰੋਕ ਬਖਸ਼ਣੀ। ਮੇਰੇ ਪਿਤਾ ਸੀ ਸਾਰੇ ਨਿਰਵਿਚਾਰ ਸਮਾਧੀ ਵਿੱਚ ਪ੍ਰਵੇਸ਼ ਕਰਨਾ ਚਾਹੁੰਦੇ, ਆਪ ਮਿਹਰ ਕਰੋ, ਮਿਹਰ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਹੁਣ ਸਾਧ ਸੰਗਤ ਜੀ ਤੁਸੀਂ ਚੁੱਪ ਹੋ ਜਾਓ। ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ